स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। अकाल ट्रक एंड ट्रेलर सेंटर विनीपेग कैनेडा ਜਿਹੜੇ हर तरह ਦੀ मेजर ਤੇ ਮਾਈਨਰ ट्रक एंड ट्रेलर रिपेयर ਕਰਦੇ हैं, DOT सेफ्टी इंस्पेक्शंस ਕਰਦੇ हैं। ਇਹ हर तरह ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, हर एक काम बड़ी तसल्ली नाल करते हैं जी। ये MPI अप्रूव्ड ने और हाँ ये सीजनल सर्विसेज भी प्रोवाइड करते हैं। 24 घंटे 7 दिन की सर्विसेज लई ते वधेरे जानकारी लई कॉल करो 204 459 2000 या फिर कॉल करो 204 777 0460। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ। ਫੋਨ ਨੰਬਰ 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ट्रकिंग वाले वीरो ध्यान नाल सुनो। ट्रक जिद्दां दा भी चलाउने हो, मैनुअल या ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोल दिया एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 5196220660 या quicktrucklube.com। QTL because we care। स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। 24 ਕੈਰਟ ਸੋਨੇ ਤੇ ਗਹਿਣੇ ਲੈਣੇ ਹੈ ਜਿਨ੍ਹਾਂ ਦੇ ਵਿੱਚ ਤੁਹਾਨੂੰ ਕੁੰਦਨ, ਟਿੱਕਾ, ਰਾਣੀ ਹਾਰ, ਕੜੇ, ਚੂੜੀਆਂ, ਟੌਪਸ ਵਗੈਰਾ ਘਰ 'ਚ ਵਿਆਹ ਸ਼ਾਦੀ ਦਾ ਕੋਈ ਪ੍ਰੋਗਰਾਮ ਹੈ ਤਾਂ ਤੁਸੀਂ AC ਜੁਐਲਰਸ 25416 104 ਐਵੀਨਿਊ ਕੈਂਟ ਤੇ ਜਾ ਸਕਦੇ ਹੋ। ਫੋਨ ਕਾਲ ਕਰਨ ਦੇ ਲਈ ਤੁਸੀਂ 8568038877 ਤੇ ਕਾਲ ਕਰ ਸਕਦੇ ਹੋ ਜਾਂ ਫਿਰ 2536562666 ਦੇ ਉੱਤੇ ਵੀ ਕਾਲ ਕਰ ਸਕਦੇ ਹੋ। ਪੰਜਾਬੀ ਗਹਿਣੇ ਦੇ ਵਿੱਚ ਇਹ ਪੂਰੇ ਮਾਹਿਰ ਨੇ ਤੇ ਕਿਤੇ ਵੀ ਅਮਰੀਕਾ ਦੇ ਵਿੱਚ ਤੁਹਾਨੂੰ ਡਿਲੀਵਰੀ ਚਾਹੀਦੀ ਹੈ ਤਾਂ ਤੁਸੀਂ ਇੱਕ ਵਾਰੀ ਇਹਨਾਂ ਨਾਲ ਗੱਲਬਾਤ ਕਰੋ, ਵਿਜ਼ਿਟ ਕਰੋ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਇਸ ਤੋਂ ਵਧੀਆ ਦੁਕਾਨ ਤੁਹਾਨੂੰ ਗਹਿਣਿਆਂ ਦੀ ਹੋਰ ਕਿਤੇ ਨਹੀਂ ਮਿਲਣੀ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ 10224 ਰੈਜ਼ੀਡੈਂਸੀ ਰੋਡ ਹਾਈਵੇ 66 ਐਗਜ਼ਿਟ 43 ਮਨਾਸਸ ਦੇ ਵਿੱਚ ਤੁਸੀਂ ਜਾ ਸਕਦੇ ਹੋ। ਹਰ ਤਰ੍ਹਾਂ ਦੇ ਰੀਫਰ ਦੀ ਰਿਪੇਅਰ ਦੇ ਲਈ ਕੋਈ ਵੀ ਮੇਕ ਹੋਵੇ, ਤੁਸੀਂ ਗੈਸ ਰੀਫਿਲ ਕਰਾਉਣੀ ਹੈ ਜਾਂ ਫਿਰ ਕੋਈ ਕੰਪਰੈਸਰ 'ਚ ਨੁਕਸ ਪੈ ਗਿਆ ਜਾਂ ਫਿਰ ਤੁਹਾਡੇ ਟਰੱਕ ਦੀ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਆ ਗਈ ਹੈ, ਇੰਜਨ ਰੀਬਿਲਟ ਹੈ, ਗੇਅਰ ਹੈ, ਡਿਫਰੈਂਸ਼ੀਅਲ ਹੈ ਜਾਂ ਫਿਰ ਟਾਇਰ ਬੈਲੈਂਸਿੰਗ ਕਰਾਉਣੀ ਹੈ ਜਾਂ 3 ਐਕਸਲ ਟਰੱਕ ਅਲਾਈਨਮੈਂਟ ਕਰਾਉਣੀ ਹੈ, ਆਇਲ ਚੇਂਜ ਕਰਾਉਣਾ ਹੈ, ਡੈਫ ਕਲੀਨਿੰਗ ਕਰਾਉਣੀ ਹੈ ਤਾਂ 8043728800 ਤੇ ਕਾਲ ਕਰ ਸਕਦੇ ਹੋ।
ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ, ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਡ ਐਂਡ ਗ੍ਰੇਟ ਕੁਇਕ ਸਰਵਿਸ। DOT ਸੇਫਟੀ ਕਰਾ ਕੇ ਦਿੰਦੇ ਨੇ, ਡੈਫ ਕਲੀਨਿੰਗ ਕਰਦੇ ਨੇ, ਇੰਜਨ ਰੀਬਿਲਟ ਕਰਦੇ ਨੇ ਜੀ, ਟਰਾਂਸਮਿਸ਼ਨ, ਗੇਅਰ, ਬ੍ਰੇਕਸ, ਆਇਲ ਚੇਂਜ, ਕਹਿਣ ਤੋਂ ਭਾਵ ਸਾਰਾ ਕੰਮ ਜਿਹੜਾ ਤੁਹਾਡਾ ਟਰੱਕ ਐਂਡ ਟ੍ਰੇਲਰ ਦਾ ਕਰਕੇ ਦਿੰਦੇ ਨੇ। ਯੂਜ਼ ਤੇ ਨਵੇਂ ਟਾਇਰ ਵੀ ਤੁਸੀਂ ਲੈ ਸਕਦੇ ਹੋ। ਲੋਕੇਸ਼ਨ ਹੈ 1315 ਵੈਸਟਰਨ ਹੰਨਾ ਐਵੀਨਿਊ, ਇੰਡੀਅਨੈਪਲਿਸ ਦੇ ਵਿੱਚ। ਪਰਮਜੀਤ ਜੱਸੀ ਹੋਰਾਂ ਨੂੰ ਕਾਲ ਕਰ ਸਕਦੇ ਹੋ 3179797205 ਤੇ 661 204 58 18 ਦੇ ਉੱਤੇ ਕਾਲ ਕਰਕੇ ਤੁਸੀਂ ਰੇਡੀਓ ਪੰਜਾਬ ਟੂਡੇ ਦਾ ਹਵਾਲਾ ਦਿਓਗੇ ਤਾਂ ਤੁਹਾਨੂੰ ਡਿਸਕਾਊਂਟ ਵੀ ਦਿੱਤਾ ਜਾਏਗਾ। ਅੱਛਾ ਘਰ ਬਣਾਉਣਾ, ਬਿਜ਼ਨਸ ਕੰਸਟਰਕਟ ਕਰਨਾ, ਜਾਂ ਕੋਈ ਐਡੀਸ਼ਨ ਕਰਾਉਣੀ ਹੈ, ਜਾਂ ਸਿਟੀ ਦੀ ਕੋਈ ਤੁਹਾਨੂੰ ਨੋਟਿਸ ਆ ਗਿਆ ਉਹਨਾਂ ਦਾ ਨੋਟਿਸ ਦੀ ਕੰਸਟਰਕਸ਼ਨ ਕਲੀਅਰ ਕਰਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਤੁਸੀਂ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 2069415454 ਦੇ ਉੱਤੇ ਕਾਲ ਕਰ ਸਕਦੇ ਹੋ। ਬੁੱਕ ਕੀਪਿੰਗ, ਟਰੱਕ ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਐਂਡ ਪੇਰੋਲ ਟੈਕਸਿਸ, ਸਟੇਟ ਟੈਕਸ, ਬਿਜ਼ਨਸ ਟੈਕਸ ਦੀਆਂ ਸੇਵਾਵਾਂ ਲੈਣ ਦੇ ਲਈ ਇੱਕੋ ਇੱਕ ਤਸੱਲੀ ਬਖਸ਼ ਅਦਾਰਾ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ, ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ ਤੁਸੀਂ ਪੰਜਾਬੀ ਦੇ ਵਿੱਚ ਕਾਲ ਕਰਕੇ 2535208886 ਦੇ ਉੱਤੇ ਅਪੁਆਇੰਟਮੈਂਟ ਬਣਾ ਸਕਦੇ ਹੋ। ਲੋਕੇਸ਼ਨ ਹੈ ਜੀ 24915 104 ਐਵੀਨਿਊ, ਕੈਂਟ, ਵਾਸ਼ਿੰਗਟਨ ਦੇ ਵਿੱਚ। ਤੁਸੀਂ ਕੈਟਰਿੰਗ ਕਰਾਉਣੀ ਹੈ ਵੱਡੇ ਪੱਧਰ ਤੇ ਵਿਆਹ ਸ਼ਾਦੀ ਦੀ, ਜਾਂ ਫਿਰ ਘਰੇ ਮਹਿਮਾਨ ਆ ਗਏ ਨੇ, ਡਿਨਰ ਰੱਖਿਆ ਹੋਇਆ, ਤਾਂ ਬੇਫਿਕਰ ਹੋ ਜਾਓ। ਮੱਖਣ ਨਾਗਰਾ ਹੋਰਾਂ ਨੇ ਸਪਾਈਸ ਬਲਿਸ ਇੰਡੀਅਨ ਰੈਸਟੋਰੈਂਟ 23609104 ਐਵੀਨਿਊ ਕੈਂਟ ਦੇ ਉੱਤੇ ਖੋਲ੍ਹ ਲਿਆ, ਜਿੱਥੇ ਇਹਨਾਂ ਦੀ ਦੂਜੀ ਲੋਕੇਸ਼ਨ ਹੈ ਜੀ ਡਾਊਨਟਾਊਨ 1520 ਬ੍ਰੌਡਵੇ, ਸ਼ੈਟਲ ਦੇ ਵਿੱਚ। ਇਹਨਾਂ ਨੂੰ ਤੁਸੀਂ ਕਾਲ ਕਰੋ 2063531699 ਦੇ ਉੱਤੇ, 2532467296 ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਇਹਨਾਂ ਨਾਲ ਕਾਲ ਕਰ ਸਕਦੇ ਹੋ। ਟੇਬਲ ਬੁੱਕ ਕਰਾ ਸਕਦੇ ਹੋ, ਜਾਂ ਫਿਰ ਕਿਸੇ ਵੀ ਆਨਲਾਈਨ ਡਿਲੀਵਰੀ ਤੋਂ ਤੁਸੀਂ ਫੂਡ ਆਰਡਰ ਕਰ ਸਕਦੇ ਹੋ। ਡਾਕਟਰ ਹਰਮਿੰਦਰ ਗਿੱਲ ਮਸ਼ਹੂਰ ਹੋਮੋਪੈਥ ਨੇ। ਹੋਮੋਪੈਥੀ ਦੀ ਦਵਾਈ ਲੈਣ ਦੇ ਲਈ ਤੁਸੀਂ ਕਿਸੇ ਤਰ੍ਹਾਂ ਦੀ ਵੀ ਪੁਰਾਣੀ ਮਰਜ਼ ਦੇ ਸ਼ਿਕਾਰ ਹੋ ਤਾਂ ਤੁਹਾਡਾ ਇਲਾਜ ਕਰਕੇ ਦੇਣਗੇ। 4087377100 ਦੇ ਉੱਤੇ ਤੁਸੀਂ ਅਪੁਆਇੰਟਮੈਂਟ ਬਣਾ ਸਕਦੇ ਹੋ। ਨਾਰਥ ਅਮਰੀਕਾ, ਕੈਨੇਡਾ, ਅਮਰੀਕਾ, ਜਿੱਥੇ ਵੀ ਤੁਹਾਨੂੰ ਚਾਹੀਦਾ ਤੁਹਾਡੀ ਦਵਾਈ ਪੁੱਛਦੀ ਕਰਨਗੇ। ਪੰਜਾਬੀ ਦੇ ਵਿੱਚ ਤੁਸੀਂ ਇਹਨਾਂ ਨਾਲ ਕਾਲ ਕਰ ਸਕਦੇ ਹੋ। ਸੋ ਮੈਂ ਥੈਂਕਸ ਕਰਦਾ ਜੀ ਬਾਈ ਜੀ ਬਲਬੀਰ ਸਿੰਘ ਉਸਮਾਨਪੁਰ ਹੋਰਾਂ ਦਾ, ਭਾਈ ਜੀ ਮਨਰਾਜ ਕੰਗ ਹੋਰਾਂ ਦਾ। ਇਸ ਦੇ ਨਾਲ ਹੀ ਮੈਂ ਵਿਸ਼ੇਸ਼ ਤੌਰ ਦੇ ਉੱਤੇ ਤੁਹਾਨੂੰ ਦੱਸ ਦਿਆਂ ਕਿ ਥੋੜ੍ਹੀ ਦੇਰ ਬਾਅਦ ਬਾਈ ਸ਼ਵਿੰਦਰ ਜੀ ਹੋਰਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਸਾਡੇ ਨਾਲ ਜੁੜਨਗੇ ਮਾਲਵਾ ਬ੍ਰਦਰਸ, ਨਿਊਯਾਰਕ ਤੋਂ। ਦੱਸਣਗੇ ਜੀ 10 ਸਤੰਬਰ ਨੂੰ ਉੱਥੇ ਕਬੱਡੀ ਟੂਰਨਾਮੈਂਟ ਹੋ ਰਿਹਾ ਅਤੇ ਉਸ ਕਬੱਡੀ ਟੂਰਨਾਮੈਂਟ ਦੇ ਵਿੱਚ ਕਿਸ ਤਰ੍ਹਾਂ ਦੇ ਇੰਤਜ਼ਾਮਾਤ ਹੋਣਗੇ, ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਤੁਸੀਂ ਆਪਣੇ ਸਵਾਲਾਤ ਜਿਹੜੇ ਉੱਥੇ ਰੱਖ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ ਫੋਨ ਕਾਲਸ ਕਰ ਸਕਦੇ ਹੋ 9264 10666, ਜਾਂ ਫਿਰ WhatsApp ਕਾਲ ਕਰ ਸਕਦੇ ਹੋ। ਇੰਡੀਆ ਦਾ ਕੋਡ ਲਾ ਕੇ ਤੁਸੀਂ ਨੰਬਰ ਫੀਡ ਕਰ ਲਓ 9216410666 ਅਤੇ 9814910666 ਦੇ ਉੱਤੇ ਕਾਲ ਕਰ ਸਕਦੇ ਹੋ। ਸਵਾਗਤ ਕਰਦੇ ਹਾਂ ਜੀ, ਸ਼ਿਵਿੰਦਰ ਜੀ ਸਾਡੇ ਨਾਲ ਜੁੜ ਗਏ ਨੇ ਵੀਰਵਾਰ ਅੱਜ। ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦਨਵੀਰ ਸਾਹਿਬ, ਮਿਹਰਬਾਨੀ ਜੀ। ਸ਼ਿਵਿੰਦਰ ਜੀ, ਚਰਚਾ ਬੜੀਆਂ ਨੇ। ਮੁੜ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਆ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ। ਇੱਕ ਪਾਸੇ ਝੁੰਦਾ ਕਮੇਟੀ ਬਾਰੇ ਰਿਪੋਰਟ ਦੇ ਉੱਤੇ ਤਮਾਮ ਜਿਹੜਾ ਗੱਲਬਾਤ ਕਰਨ ਦੇ ਲਈ, ਉਹਨਾਂ ਦੇ ਉੱਤੇ ਫੈਸਲੇ ਲੈਣ ਦੇ ਲਈ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਜਿਹੜਾ ਸਾਰੀਆਂ ਪਾਵਰਾਂ ਦੇ ਦਿੱਤੀਆਂ ਸੀ। ਪਰ ਗੱਲ ਕੀ ਹੈ ਕਿ ਹੁਣੇ ਪਤਾ ਚੱਲਿਆ ਕਿ ਸੁਖਬੀਰ ਸਿੰਘ ਬਾਦਲ ਹੋਰੀ ਚੰਦੂ ਮਾਜਰਾ ਹੋਰਾਂ ਦੇ ਘਰ ਪਹੁੰਚੇ ਨੇ ਤੇ ਹੁਣ ਸੁਖਬੀਰ ਬਾਦਲ ਦੀ ਪ੍ਰਧਾਨਗੀ ਰਹੂ ਜੇ ਨਾ ਰਹੂ ਇਹ ਤਾਂ ਪਤਾ ਨਹੀਂ। ਪਰ ਉੱਧਰ ਫਾਇਰ ਬ੍ਰਾਂਡ ਜਗਮੀਤ ਸਿੰਘ ਬਰਾੜ ਹੋਰਾਂ ਨੇ ਵੀ ਭਾਖੜਾ ਡੈਮ ਦੇ ਜਿਹੜੇ ਨੇ ਬੰਨ ਗੇਟ ਖੋਲ੍ਹ ਦਿੱਤੇ ਨਜ਼ਰ ਆ ਰਹੇ ਨੇ। ਬਿਲਕੁਲ ਦਨਵੀਰ ਸਾਹਿਬ, ਜਿਹੜੀ ਨਵੀਂ ਸਟੇਟਮੈਂਟ ਆਈ ਆ ਜਾਂ ਨਵੇਂ ਵਿਚਾਰ ਪ੍ਰਗਟ ਕੀਤੇ ਨੇ ਜਗਮੀਤ ਬਰਾੜ ਨੇ। ਵੈਸੇ ਬਹੁਤੇ ਬੰਦੇ ਮੰਨਦੇ ਨੇ ਕਿ ਪਿਛਲੇ ਦਿਨਾਂ ਜਿਹੜਾ ਅਕਾਲੀ ਦਲ 'ਚ ਕੁਛ ਹੋ ਰਿਹਾ, ਉਹ ਜਗਮੀਤ ਬਰਾੜ ਵੀ ਉਹਨੂੰ ਪਿੱਛੇ ਬਹਿ ਕੇ ਜਿਹੜਾ ਉਹ ਕਰ ਰਹੇ ਨੇ। ਪਰ ਸਵਾਲ ਇਹ ਹੈਗਾ ਕਿ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਅਗਵਾਈ ਆ
ਉਹਦੇ ਕਰਕੇ ਪਾਰਟੀ ਦਾ ਇਹ ਹਾਲ ਹੋਇਆ। ਲੇਕਿਨ ਪਾਰਟੀ ਵਿੱਚ ਇੱਕ ਤਰ੍ਹਾਂ ਦਾ ਭਗਤੀ ਹੈ, ਇੱਕ ਪਰਿਵਾਰ ਦੀ ਭਗਤੀ ਹੈ ਜਿਹੜੀ ਵਾਰ-ਵਾਰ ਨੁਕਸਾਂ ਦੇ ਬਾਵਜੂਦ ਕਹਿੰਦੀ ਹੈ ਕਿ ਨਹੀਂ ਸੁਖਬੀਰ ਸਿੰਘ ਬਾਦਲ ਸਭ ਅੱਛਾ ਹੈਗਾ। ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਕਿ ਬੀਜੇਪੀ ਦੇ ਵਿੱਚ ਅਸੀਂ ਦੇਖ ਰਹੇ ਹਾਂ, ਕਿਸੇ ਸਮੇਂ ਅਡਵਾਨੀ ਸਭ ਅੱਛਾ ਸੀ, ਅੱਜ ਕੱਲ੍ਹ ਮੋਦੀ ਸਭ ਅੱਛਾ ਹੈ। ਇਸੇ ਤਰ੍ਹਾਂ ਇੱਥੇ ਸਾਰਾ ਕੁਝ ਅੱਛਾ। ਹੁਣ ਜਗਮੀਤ ਬਰਾੜ ਨੇ ਕੁਝ ਹੋਰ ਨੁਕਤੇ ਉਭਾਰੇ ਨੇ। ਇੱਕ ਤਾਂ ਉਹਨੇ ਕਿਹਾ ਕਿ ਸੁਖਬੀਰ ਬਾਦਲ ਸਮੇਤ ਸਾਰੇ ਜਿਹੜੇ ਅਹੁਦੇਦਾਰ ਨੇ ਉਹ ਅਸਤੀਫਾ ਦੇਣ ਦੀ ਗੱਲ ਆਖੀ। ਉਹਨੇ ਕਿਹਾ ਕਿ 10 ਸਾਲਾਂ ਲਈ ਜਿਹੜਾ ਪ੍ਰਧਾਨ ਦਾ ਕਾਰਜਕਾਲ ਤੈਅ ਹੋਵੇ। ਪਾਰਟੀ ਦੇ ਵਿੱਚੋਂ ਪਰਿਵਾਰਵਾਦ ਖਤਮ ਕਰਨ ਦੀ ਮੰਗ ਰੱਖੀ ਹੈ ਉਹਨਾਂ ਨੇ। ਕਰਤਾਰ ਸਿੰਘ ਭਿੰਡਰਾਂਵਾਲੇ ਦੇ ਪਰਿਵਾਰ ਨੂੰ ਤੇ ਕਿਰਨਜੋਤ ਦੇ ਪਰਿਵਾਰ ਜਿਹੜਾ ਹੈਗਾ ਉਹਨਾਂ ਨੂੰ, ਕਿਰਨਜੋਤ ਨੂੰ ਪਾਰਟੀ ਦੇ ਵਿੱਚ ਥਾਂ ਮਿਲੇ। ਦੋਵੇਂ ਤੁਹਾਨੂੰ ਪਤਾ ਵੀ ਉਹਨਾਂ ਦੀ ਇੱਕ ਆਪਣੀ ਇੱਕ ਅਹਿਮੀਅਤ ਹੈਗੀ ਹੈ ਦੋਵਾਂ ਸ਼ਖਸੀਅਤਾਂ ਦੀ। ਬਲਵਿੰਦਰ ਭੁੰਦੜ ਹੈ, ਉਹਨੂੰ ਸਿੱਖ ਮਸਲੇ ਤੇ ਸਿੱਖ ਲੀਡਰਾਂ ਨਾਲ ਤਾਲਮੇਲ ਦੀ ਜ਼ਿੰਮੇਵਾਰੀ ਦਿੱਤੀ ਜਾਵੇ। ਉਹ ਸਿੱਖ ਲੀਡਰ ਵੀ ਜਿਹੜੇ ਪਾਰਟੀ ਦੇ ਵਿੱਚ ਨੂੰ ਛੱਡ ਚੁੱਕੇ ਹੈਗੇ ਨੇ। ਇਸੇ ਤਰ੍ਹਾਂ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆਖੀ ਹੈ ਉਹਨਾਂ ਨੇ ਵੀ ਇਹ ਤਰਜੀਹ ਹੋਵੇ। 49 ਸਾਲਾਂ ਤੋਂ 1 ਇੰਚ ਵੀ ਜਿਹੜਾ ਹੈ ਉਹਨਾਂ ਦਾ ਕਹਿਣਾ ਕਿ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਇਸ ਮੁੱਦੇ ਦੇ ਉੱਪਰ, ਅਨੰਦਪੁਰ ਵਾਲੇ ਮਤੇ ਦੇ ਉੱਤੇ। ਤੇ 3 ਕਾਰਜਕਾਰੀ ਪ੍ਰਧਾਨ ਲਾਉਣ ਦੀ ਵੀ ਮੰਗ ਚੁੱਕੀ ਹੈ। ਕੁਝ ਨਾਂ ਹੈਗੇ ਨੇ ਜਿਵੇਂ ਮਨਪ੍ਰੀਤ ਆਲੀ ਹੈ, ਗੁਰਪ੍ਰਤਾਪ ਬਡਾਲਾ ਹੈ ਤੇ ਕੈਰੋਂ ਪਰਿਵਾਰ, ਇਹਨਾਂ ਨੂੰ ਅਹੁਦਾ ਦੇਣ ਦੀ ਗੱਲ ਆਖੀ ਹੈ। 11 ਮੈਂਬਰੀ ਪਾਰਲੀਮੈਂਟ ਬੋਰਡ ਬਣਾਉਣ ਦੀ ਮੰਗ ਰੱਖੀ ਹੈ ਉਹਨਾਂ ਨੇ। ਪਾਰਟੀ ਛੱਡ ਕੇ ਗਏ ਜਿਹੜੇ ਪੁਰਾਣੇ ਲੀਡਰ ਹੈ ਉਹਨਾਂ ਨੂੰ ਪੰਥਕ ਮੰਚ ਤੇ ਇਕੱਠੇ ਹੋਣ ਦੀ ਜਿਹੜੀ ਅਪੀਲ ਚੱਕਣੀ ਚਾਹੀਦੀ ਹੈ ਵੀ ਸਾਡੇ ਅੰਦਰੋਂ ਸਾਡੀ ਪਾਰਟੀ ਦੇ ਵਿੱਚੋਂ ਇਹ ਆਵਾਜ਼ ਉੱਠਣੀ ਚਾਹੀਦੀ, ਜੇ ਕੋਸ਼ਿਸ਼ ਹੋਣੀ ਚਾਹੀਦੀ ਉਹਨਾਂ ਨੂੰ ਲੈ ਕੇ ਆਇਆ ਜਾਵੇ। ਤੇ ਪਾਰਟੀ ਦਫ਼ਤਰ ਉਹਨਾਂ ਨੇ ਕਿਹਾ ਵੀ ਚੰਡੀਗੜ੍ਹ ਦੀ ਥਾਂ ਦੇ ਉੱਤੇ ਅੰਮ੍ਰਿਤਸਰ ਰੱਖਿਆ ਜਾਵੇ। ਇਹਦਾ ਮਤਲਬ ਹੁਣ ਇਹ ਹੈਗਾ ਕਿ ਇੱਕ ਪਾਸੇ ਤਾਂ ਦੇਖੋ ਅਕਾਲੀ ਦਲ ਖੁਦ ਵੀ ਐਫਰਟ ਕਰ ਰਿਹਾ ਵੀ ਦੁਬਾਰਾ ਨਾ ਜਿਹੜਾ ਜਦੋਂ, ਕਿਉਂਕਿ ਅਕਾਲੀ ਦਲ ਨੂੰ ਪੰਥ ਤੋਂ ਜ਼ਿਆਦਾ ਹੋਣਾ ਹੁੰਦਾ ਜਦੋਂ ਸੱਤਾ ਦੇ ਵਿੱਚੋਂ ਪਰਾ ਹੋ ਜਾਂਦਾ ਹੈ। ਇੱਕ ਪਾਸੇ ਤਾਂ ਅਕਾਲੀ ਦਲ ਵੀ ਲੱਗਿਆ ਹੋਇਆ, ਪਰ ਉਹ ਜਦੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਕੰਮ ਹੁੰਦਾ ਨਾ ਤਾਂ ਉਦੋਂ ਡਰਾਮਾ ਵੱਧ ਲੱਗਦਾ। ਉਹ ਲੱਗਦਾ ਵੀ ਇਹਨਾਂ ਨੂੰ ਹੁਣ ਪੰਥ ਯਾਦ ਆਇਆ, ਆਮ ਲੋਕਾਂ ਦੀ ਧਾਰਨਾ ਬਣੀ ਹੋਈ ਆ। ਇਸ ਕਰਕੇ ਅਕਾਲੀ ਦਲ ਦੇ ਅੰਦਰੋਂ ਵੀ ਕਿਤੇ ਨਾ ਕਿਤੇ ਸੁਰਾਂ ਆ ਰਹੀਆਂ ਨੇ, ਚਾਹੇ ਉਹ ਚੰਦੂ ਮਾਜਰਾ ਦੇ ਬਹਾਨੇ ਆਉਣ, ਚਾਹੇ ਉਹ ਬਰਾੜ ਦੇ ਬਹਾਨੇ ਆਉਣ, ਚਾਹੇ ਕਿਸੇ ਹੋਰ ਲੀਡਰ ਦੇ ਬਹਾਨੇ ਆਉਣ, ਜਾਂ ਫਿਰ ਮਨਪ੍ਰੀਤ ਆਲੀ ਨੇ ਜਿਹੜਾ ਪਿੱਛੇ ਜੇ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚੋਂ ਬਾਈਕਾਟ ਕੀਤਾ ਉਹਦੇ ਉਸ ਬਹਾਨੇ ਆਉਣ। ਸੋ ਹੁਣ ਅਕਾਲੀ ਦਲ ਇੱਕ ਨਾ ਇਹੋ ਜਿਹੇ ਸੰਕਟ ਵਿੱਚ ਫਸਿਆ ਹੋਇਆ ਹੈਗਾ ਜਿਹਦੇ ਵਿੱਚੋਂ ਅਕਾਲੀ ਦਲ ਨੇ ਕਿਵੇਂ ਨਿਕਲਣਾ ਸ਼ਾਇਦ ਐਂ ਲੱਗਦਾ ਕਿ ਅਕਾਲੀ ਦਲ ਵੀ ਨਹੀਂ ਜਾਣਦਾ। ਉਹਦਾ ਇੱਕ ਮੋਟਾ ਜਿਹਾ ਹੱਲ ਤਾਂ ਇਹੀ ਹੈ ਵੀ ਕੁਝ ਚਿਰ ਲਈ ਜਿਹੜਾ ਸੁਖਬੀਰ ਸਿੰਘ ਬਾਦਲ ਹੈ ਉਹਨੂੰ ਆਪਣੇ ਆਪ ਨੂੰ ਥੋੜਾ ਜਿਹਾ ਗੌਣ ਮੰਨ ਕੇ ਆਪਣੀ ਜਿਹੜੀ ਹੈਗੀ ਲੀਡਰਸ਼ਿਪ ਨੂੰ ਪ੍ਰਮੁੱਖ ਮੰਨਣਾ ਚਾਹੀਦਾ ਤੇ ਉਹਦੇ ਮੁਤਾਬਕ ਜਿਹੜਾ ਕੁਝ ਚੱਲਣਾ ਚਾਹੀਦਾ। ਹੁਣ ਮਸਲਾ ਹੈ ਕਿ ਬਾਦਲ ਪਰਿਵਾਰ ਜਿਹੜਾ ਅਕਾਲੀ ਦਲ ਤੋਂ ਆਪਣੀ ਗ੍ਰਿਫਤ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦਾ। ਉਹ ਸਿਰਫ ਅਕਾਲੀ ਦਲ ਹੀ ਨਹੀਂ ਬਲਕਿ ਸ਼੍ਰੋਮਣੀ ਕਮੇਟੀ ਜਾਂ ਪੰਥਕ ਰਾਜਨੀਤੀ ਵਿੱਚ ਵੀ ਆਪਣਾ ਆਧਾਰ ਰੱਖਣਾ ਚਾਹੁੰਦਾ ਹੈ, ਉਹਦੀ ਪਕੜ ਰੱਖਣਾ ਚਾਹੁੰਦਾ। ਇਹਨੂੰ ਜਿਵੇਂ ਇੱਕ ਹਿੰਦੀ ਦਾ ਸ਼ਬਦ ਆ ਵਰਚਸਵ, ਜਿਹਨੂੰ ਆਪਾਂ ਹਿੰਦੀ ਦੇ ਵਿੱਚ ਕਹਿੰਦੇ ਆ ਵੀ ਆਪਣੀ ਹੋਂਦ ਦਾ ਸਵਾਲ ਹੈ, ਜਿਹੜਾ ਉਹ ਹੋਂਦ ਦਾ ਸਵਾਲ ਬਣਾ ਕੇ ਰੱਖ ਰਹੇ ਨੇ। ਤੇ ਹੁਣ ਜਿਹੜਾ ਪੰਥਕ ਆਵਾਜ਼ਾਂ ਇਹ ਉੱਠਣ ਲੱਗੀਆਂ, ਜਿਹੜੀਆਂ ਪਾਰਟੀ ਵਿੱਚੋਂ ਜਿਹੜੀਆਂ ਆਵਾਜ਼ਾਂ ਉੱਠਣ ਲੱਗੀਆਂ, ਮਾਫ ਕਰਨਾ ਪੰਥਕ ਨਹੀਂ, ਪਾਰਟੀ ਦੇ ਵਿੱਚੋਂ, ਵੀ ਜੇਕਰ ਅਸੀਂ ਦੁਬਾਰੇ ਪੰਥਕ ਰਾਜਨੀਤੀ ਉੱਤੇ ਜਾਣਾ ਤਾਂ ਸਾਨੂੰ ਆਪਣੇ ਜਿਹੜੇ ਆਪਣੀ ਝੰਬ ਕਰਨੀ ਪਏਗੀ, ਸਾਨੂੰ ਆਪਣੇ ਆਪ ਨੂੰ ਫਰੋਲਣਾ ਪਏਗਾ। ਖਾਸ ਕਰਕੇ ਜਿਹੜੀ ਬਾਦਲ ਪਰਿਵਾਰ ਦੀ ਅਗਵਾਈ ਆ, ਮੈਨੂੰ ਲੱਗਦਾ ਉਹਦੇ ਉੱਤੇ ਸਵਾਲ ਉੱਠਣੇ ਹੁਣ ਸ਼ੁਰੂ ਹੋ ਚੁੱਕੇ ਨੇ। ਉਹਦੇ ਵਿੱਚੋਂ ਵੀ ਖਾਸ ਕਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਹੈਗੀ ਅਗਵਾਈ ਦੇ ਉੱਤੇ ਸਵਾਲ ਉੱਠ ਰਹੇ ਨੇ। ਇਹ ਅਕਾਲੀ ਦਲ ਨੇ ਕਾਫੀ ਸਮੇਂ ਬਾਅਦ ਇਸ ਤਰ੍ਹਾਂ ਦੇ ਮੋੜ ਉੱਤੇ ਆਇਆ। ਪਹਿਲਾਂ ਵੀ ਸੁਖਬੀਰ ਬਾਦਲ ਹਾਲਾਂਕਿ ਕੋਈ ਯੋਗ ਲੀਡਰ ਨਹੀਂ ਸੀ ਅਕਾਲੀ ਦਲ ਦੇ ਵਿੱਚ, ਨਿਕੰਮਾ ਲੀਡਰ ਸਾਬਤ ਹੋਇਆ ਸੀ, ਲੇਕਿਨ ਉਹ ਸਵਾਲ ਨਹੀਂ ਉੱਠਦੇ ਸੀ ਕਿਉਂਕਿ ਉਦੋਂ ਰੋਹਬ ਚੱਲਦਾ ਸੀਗਾ, ਕੇਂਦਰ ਨਾਲ ਵੀ ਯਾਰੀ ਸੀ, ਸਾਰਾ ਕੁਝ ਸੀ। ਹੁਣ ਜਿਵੇਂ ਅਕਾਲੀ ਦਲ ਦੀ ਹਾਲਤ ਪਤਲੀ ਹੋਈ ਹੈ ਕਿਉਂਕਿ ਐਤਕੀ ਵਾਲੀ ਜਿਹੜੀ ਹਾਰ ਆ ਇਹ ਵੀ ਇਤਿਹਾਸਕ ਹੈ, ਇਹ ਸਭ ਤੋਂ ਵੱਧ ਬੁਰੀ ਹਾਰ ਹੈ। ਏਦੋਂ ਜਿਹੜੀ 17 ਵਾਲੀ ਹਾਰ ਸੀ ਉਹ ਵੀ ਇਤਿਹਾਸਕ ਸੀ ਕਿਉਂਕਿ ਕਦੇ ਇੰਨੀ ਘੱਟ ਸੀਟਾਂ ਨੇ ਅਕਾਲੀ ਦਲ ਦੀਆਂ ਆਈਆਂ ਸੀ, ਜਦੋਂ ਪਿਛਲੀ ਵਾਰ ਵੀ ਜਦੋਂ 14-15 ਸੀਟਾਂ ਆਈਆਂ ਸੀਗੀਆਂ। ਤੇ ਐਤਕੀ ਵਾਰੀ ਤਾਂ ਬਿਲਕੁਲ ਹੀ ਬੁਰਾ ਹਾਲ ਹੋ ਗਿਆ, 3 ਸੀਟਾਂ ਜਿਹੜੀਆਂ ਰਹਿ ਗਈਆਂ। ਤੇ ਇਸ ਕਰਕੇ ਨਾ ਅਕਾਲੀ ਦਲ ਵਿੱਚੋਂ ਇਹ ਆਵਾਜ਼ਾਂ ਉੱਠਣੀਆਂ ਲਾਜ਼ਮੀ ਸੀਗੀਆਂ, ਪਰ ਹੁਣ ਦੇਖਣਾ ਇਹ ਹੋਏਗਾ ਵੀ ਜਿਹੜੀਆਂ ਆਵਾਜ਼ਾਂ ਉੱਠਣੀਆਂ ਇਹ ਅਕਾਲੀ ਦਲ ਨੂੰ ਕਿਸ ਮੋੜ ਤੇ ਲੈ ਕੇ ਜਾਣਗੀਆਂ। ਇਹ ਗੱਲ ਬਿਲਕੁਲ ਅਕਾਲੀ ਦਲ ਨੂੰ ਕਿਸ ਮੋੜ ਤੇ ਲਿਜਾਣਗੀਆਂ, ਬਾਦਲ ਪਰਿਵਾਰ ਨੂੰ ਕਿਸ ਮੋੜ ਤੇ ਲਿਜਾਣਗੀਆਂ। ਬਾਦਲ ਪਰਿਵਾਰ ਇਸ ਦੇ ਉੱਤੇ ਆਪਣਾ ਕਬਜ਼ਾ ਛੱਡਦਾ ਨਹੀਂ ਛੱਡਦਾ। ਅਕਾਲੀ ਦਲ ਨੂੰ 1920 ਵਾਲੇ ਮੋਡਿਊਲ ਦੇ ਵਿੱਚ ਲਿਆਉਣ ਦੇ ਵਿੱਚ ਅਕਾਲੀ ਦਲ ਦੇ ਵੇਖੋ ਇੱਕ ਚੀਜ਼ ਤਾਂ ਹੈ ਕਿ ਅਕਾਲੀ ਹੁਣ ਕਿੰਨੇ ਕੁ ਰਹਿ ਗਏ ਨੇ। ਅਸਲ ਇਹ ਵੀ ਇੱਕ ਮਸਲਾ ਹੈ ਕਿਉਂਕਿ ਜਥੇਦਾਰ ਤਾਂ ਮੈਨੂੰ ਨਹੀਂ ਲੱਗਦਾ ਕੋਈ ਰਹਿ ਗਿਆ, ਕਿਉਂਕਿ ਇਸ ਜਥੇਦਾਰ ਤਾਂ ਕੋਈ ਵੀ ਨਹੀਂ ਲਿਖਦਾ ਅੱਗੇ ਹੁਣ। ਪਰ ਇਹ ਵੀ ਹੁਣ ਨਵੀਂ ਚੀਜ਼ ਆ ਗਈ ਨਾ, ਅਸਲ 'ਚ ਅਕਾਲੀ ਦਲ ਤਾਂ ਉਸ ਤਰ੍ਹਾਂ ਦਾ ਰਿਹਾ ਨਹੀਂ ਜਿਵੇਂ ਤੁਸੀਂ 40 ਸਾਲ ਪਹਿਲਾਂ ਦੇ ਅਕਾਲੀ ਨੂੰ ਜਾਂ 35 ਸਾਲ ਪਹਿਲਾਂ ਦੇ ਅਕਾਲੀਆਂ ਨੂੰ ਦੇਖਦੇ ਹੁੰਦੇ ਸੀਗੇ। ਹੁਣ ਅਸਲ ਵਿੱਚ
ਇਹ ਸਾਰੇ ਬਿਜ਼ਨਸਮੈਨ ਵੀ ਨੇ ਨਾਲ ਦੀ ਨਾਲ। ਇਹ ਸਾਰੇ ਇੱਕ ਤਰ੍ਹਾਂ ਦਾ ਜਿਹੜਾ ਨਾ ਇੱਕ ਕੰਜ਼ਿਊਮਰਿਜ਼ਮ ਕਲਚਰ ਆ, ਜਿਹੜਾ ਕਾਰਪੋਰੇਟੀ ਕਲਚਰ ਆ, ਉਹਦੇ ਇੱਕ ਤਰ੍ਹਾਂ ਦੇ ਹਿੱਸੇ ਬਣੇ ਹੋਏ ਨੇ। ਵੱਡੀਆਂ ਇਹਨਾਂ ਨੇ ਸਰਮਾਏਦਾਰਾਂ ਨਾਲ ਇਹਨਾਂ ਦੀ ਯਾਰੀਆਂ ਨੇ, ਖੁਦ ਸਰਮਾਏਦਾਰ ਨੇ, ਇਸ ਕਰਕੇ ਇਹਨਾਂ ਨੇ ਇਹ ਖੁਦ ਉਸ ਲੀਹਾਂ ਤੇ ਪੈ ਚੁੱਕੇ ਨੇ। ਹੁਣ ਸਿਰਫ ਇੱਕੋ ਮਸਲਾ ਹੈਗਾ ਇਹਦੇ ਵਿੱਚ, ਉਹ ਹੈਗਾ ਇਹ ਜਿਹੜੇ ਸਾਰੇ ਬੰਦੇ ਸਵਾਲ ਵੀ ਉਠਾ ਰਹੇ ਨੇ ਨਾ, ਦੇਖੋ ਕੋਈ ਤਾਂ ਮਤਲਬ ਦੇਖੋ ਇਹਨਾਂ ਨੇ ਸਾਰਿਆਂ ਨੇ ਸੱਤਾ ਮਾਣੀ ਹੋਈ ਹੈ ਰੱਜ ਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ, ਜਿਹੜਾ ਮੌਜਾਂ ਲੁੱਟੀਆਂ ਹੋਈਆਂ ਹੈਗੀਆਂ ਨੇ। ਤੇ ਹੁਣ ਮਸਲਾ ਕਿ ਅਕਾਲੀ ਦਲ ਕਮਜ਼ੋਰ ਆ, ਜਦੋਂ ਪਾਰਟੀ ਕਮਜ਼ੋਰ ਹੁੰਦੀ ਹੈ ਸਵਾਲ ਵੀ ਖੜੇ ਹੁੰਦੇ ਨੇ। ਤੇ ਉਹਦੇ ਵਿੱਚੋਂ ਫਿਰ ਇਹ ਚਾਹੁੰਦੇ ਨੇ ਕਿ ਇੱਕ ਗੱਲ ਸਾਫ਼ ਹੈ ਕਿ ਜਿਹੜੀ ਪੰਥਕ ਸਪੇਸ ਖਾਲੀ ਪਈ ਹੈਗੀ ਆ, ਉਹ ਸਪੇਸ ਦੇ ਵਿੱਚ ਆਪਣਾ ਨਾਂ ਭਰਨਾ ਜਿਹੜਾ ਹੈਗਾ ਵੀ ਆਪਣਾ ਜਿਹੜੀ ਖਾਲੀ ਸਥਾਨ ਭਰੋ ਆਪਾਂ ਨੂੰ। ਉਹਦੇ ਵਿੱਚ ਚਾਹੇ ਜਗਮੀਤ ਆ ਜੇ, ਹਾਲਾਂਕਿ ਜਗਮੀਤ ਉਹ ਬੰਦਾ ਜਿਹੜਾ ਕਾਂਗਰਸ ਵਿੱਚ ਤੋਂ ਬਾਅਦ ਵਿੱਚ ਅਕਾਲੀ ਤੋਂ ਬਾਅਦ ਵਿੱਚ ਫਿਰ ਇਵਨ ਇੱਥੋਂ ਤੱਕ ਕਿ ਮਮਤਾ ਬੈਨਰਜੀ ਵਾਲੀ ਪਾਰਟੀ ਵੀ ਜੁਆਇਨ ਕਰ ਲਈ ਸੀ ਇਹਨੇ, ਤ੍ਰਿਣਮੂਲ ਕਾਂਗਰਸ ਨੇ। ਫਿਰ ਇੱਕ ਆਪਣੀ ਵੱਖਰੀ ਵੀ ਪਾਰਟੀ ਬਣਾਈ ਇਹਨੇ ਕਈ ਪਾਸੇ ਹੱਥ ਪੱਲੇ ਮਾਰੇ। ਇਹਦਾ ਮਤਲਬ ਕੀ ਹੈ, ਇੱਕ ਪ੍ਰੋਫੈਸ਼ਨਲ ਲੀਡਰ ਹੈ ਜਿਹਨੇ ਆਪਣਾ ਦਾਅ ਪੇਚ ਦੇਖਣਾ, ਪੰਥ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਉਹ ਮਸਲਾ ਕੀ ਹੈ, ਇੱਕ ਪੰਥਕ ਸਪੇਸ ਖਾਲੀ ਪਈ ਹੈ। ਇਸੇ ਤਰ੍ਹਾਂ ਮਨਪ੍ਰੀਤ ਆਲੀ ਹੈ, ਬਾਦਲ ਕਹਿੰਦੇ ਸਮੇਂ ਇੱਕ ਟਾਈਮ ਸੀ ਜਦੋਂ ਸੁਖਬੀਰ ਬਾਦਲ ਦੀ ਅੱਖਾਂ ਦਾ ਤਾਰਾ ਸੀਗਾ, ਲੁਧਿਆਣੇ ਜ਼ਿਲ੍ਹੇ ਵਿੱਚ ਇਹਦੀ ਪੂਰੀ ਚੱਲਦੀ ਹੁੰਦੀ ਸੀ। ਇਹ ਵੀ ਦੋਸ਼ ਲੱਗਦੇ ਸੀ ਵੀ ਜਿਹੜਾ ਚਿੱਟੇ ਚੁੱਟੇ ਦਾ ਵਪਾਰ ਹੁੰਦਾ, ਉਹ ਸਾਰੇ ਕਹਿੰਦੇ ਹੁੰਦੇ ਸੀ ਵੀ ਅਸੀਂ ਸਾਡੀ ਇਹ MLA ਸਾਹਿਬ ਨਾਲ ਸਿੱਧੀ ਯਾਰੀ ਹੈ। ਤੇ ਹੁਣ ਮਸਲਾ ਕੀ ਹੈ, ਉਸ ਤੋਂ ਬਾਅਦ ਵਿੱਚ ਹੌਲੀ ਹੌਲੀ ਉਹ ਸੁਖਬੀਰ ਬਾਦਲ ਦੀ ਨਿਗਾਹ ਦੇ ਵਿੱਚ ਥੋੜਾ ਜਿਹਾ ਉਸ ਤਰ੍ਹਾਂ ਦਾ ਰੁਤਬਾ ਨਹੀਂ ਰਿਹਾ, ਘਟ ਗਿਆ। ਤੇ ਹੁਣ ਜਾ ਕੇ ਜਿਹੜਾ ਉਹਨਾਂ ਨੇ ਵੀ ਜਦੋਂ ਦੇਖਿਆ ਵੀ ਇਹ ਸਪੇਸ ਖਾਲੀ ਹੈ ਤਾਂ ਸਪੇਸ ਖਾਲੀ ਮੰਨੀ ਹੈ। ਇੱਕ ਗੱਲ ਤਾਂ ਸਾਫ਼ ਆ, ਇੱਥੇ ਕੋਈ ਪੰਥ ਵਗੈਰਾ ਦੀ ਲੜਾਈ ਨਹੀਂ ਲੜ ਰਿਹਾ ਹੈਗਾ। ਗੱਲ ਇਹ ਹੈ ਕਿ ਜਿਹੜੀ ਇੱਕ ਪੰਥਕ ਪੋਲਿਟਿਕਸ ਦੀ ਨਾ ਜਿਹੜੀ ਸਪੇਸ ਖਾਲੀ ਹੈ, ਉਹ ਭਰਨ ਦੀ ਜਿਹੜੀ ਹੈਗੀ ਆ ਜੱਕੋ ਤੱਕੀ ਚੱਲ ਰਹੀ ਹੈ। ਪਰ ਖੈਰ ਮਸਲਾ ਇਹ ਹੈਗਾ ਵੀ ਅਕਾਲੀ ਦਲ ਦਾ ਜਿਹੜਾ ਸੰਕਟ ਹੈ ਉਹਦੇ ਲਈ ਹੁਣ ਦੇਣਦਾਰੀ ਤਾਂ ਸੁਖਬੀਰ ਬਾਦਲ ਦੀ ਤਾਂ ਹੈਗੀ ਆ, ਪਰ ਇਹਨਾਂ ਉੱਤੇ ਵੀ ਸਵਾਲ ਆਏ ਆਊਗਾ ਕਿ ਭਾਈ ਜਦੋਂ ਸੁਖਬੀਰ ਬਾਦਲ ਤਕੜੀ ਫਾਰਮ 'ਚ ਸੀਗਾ, ਉਹ ਸਾਰੇ ਤੁਸੀਂ ਆਨੰਦ ਵੀ ਤਾਂ ਮਾਣਦੇ ਰਹੇ ਹੋ, ਮਾਈਨਿੰਗ ਦਾ ਆਨੰਦ ਮਾਣਦੇ ਰਹੇ ਹੋ, ਗੱਡੀਆਂ ਦਾ ਤੁਸੀਂ ਸਾਰਿਆਂ ਨੇ ਮੌਜਾਂ ਮਾਣੀਆਂ, ਉਦੋਂ ਨਹੀਂ ਸਵਾਲ ਉਠਾਇਆ ਹੈਗਾ। ਇਹ ਸਵਾਲ ਤੁਹਾਨੂੰ ਲੋਕਾਂ ਦੀ ਪਰਿਆ ਦੇ ਵਿੱਚ, ਲੋਕਾਂ ਦੀ ਮਤਲਬ ਪੰਚਾਇਤ ਦੇ ਵਿੱਚ ਤੁਹਾਡੇ ਕੋਲੋਂ ਉੱਠਣੇ ਲਾਜ਼ਮੀ ਨੇ, ਤੁਹਾਡੇ ਉੱਤੇ ਵੀ। ਤੇ ਦੂਸਰੇ ਪਾਸੇ ਇਹਦੀ ਗੱਲ ਕਰੀਏ, ਜੋ ਇੱਥੇ ਹੋ ਹੱਲਾ ਉੱਠਿਆ, ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਬੜਾ ਹੋ ਹੱਲਾ ਉੱਠਿਆ ਐਜ਼ ਕੰਪੇਅਰ ਟੂ ਹਾਲ ਦੀ ਘੜੀ। ਨਜ਼ਰ ਨਹੀਂ ਆ ਰਿਹਾ ਕਿ ਪੰਜਾਬ ਕਿੱਧਰ ਨੂੰ ਜਾ ਰਿਹਾ। ਹੁਣ ਅਕਾਲੀ ਦਲ ਦਾ ਪ੍ਰਧਾਨ ਤਾਂ ਹੁਣ ਸੁਖਬੀਰ ਹੀ ਰਹੂਗੇ ਤਾਂ ਲਗਭਗ ਤੈਅ ਹੀ ਹੋ ਗਿਆ, ਕਿਉਂਕਿ ਇਹਨਾਂ ਨੂੰ ਤਾਕਤਾਂ ਵੀ ਦੇ ਦਿੱਤੀਆਂ। ਸਹੀ, ਉਹ ਕੱਲ ਹੋ ਗਿਆ ਇਹਨਾਂ ਦਾ। ਜੀ ਬਿਲਕੁਲ। ਪਰ ਹੁਣ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀ ਕਾਟੋ ਕਲੇਸ਼ 2 ਜਣਿਆਂ ਦਾ ਪਿਆ, ਮੈਂ ਤੇ ਢਿੱਲੋਂ ਸਾਹਿਬ ਵੀ ਪਹਿਲਾਂ ਡਿਸਕਸ ਕਰਕੇ ਹਟਿਆ, 3 ਜਣਿਆਂ ਦਾ ਕਾਟੋ ਕਲੇਸ਼ ਹੋ ਗਿਆ। ਉਹੀ ਖੁਦ ਮੁਖਤਿਆਰੀ ਜਿਹੜੀ ਮੰਗਦੇ ਹੁੰਦੇ ਸੀਗੇ ਖਹਿਰਾ ਸਾਹਿਬ ਹੋਰੀ, ਤੇ ਉਹੀ ਸਾਰੀਆਂ ਗੱਲਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ। ਦੂਸਰੇ ਪਾਲੇ ਅਕਾਲੀ ਦਲ ਦੇ ਪੱਲੇ ਵੀ ਕੁਛ ਨਹੀਂ, ਕਾਂਗਰਸ ਵੀ ਬਾਹਲੀ ਕੋਈ ਚੰਗੀ ਹਾਲਾਤ 'ਚ ਨਹੀਂ। BJP ਆਪਣੇ ਜਿਹੜੀ ਹੈ ਉਹ ਹੁਣ ਜ਼ਿਲ੍ਹਾਵਾਰ ਕੈਂਪ ਲਾਉਣੇ ਸ਼ੁਰੂ ਕਰ ਦਿੱਤੇ ਆ, ਟ੍ਰੇਨਿੰਗ ਕੈਂਪ। ਇਹ ਜੀ ਸਥਿਤੀ ਦੇ ਵਿੱਚ ਅੱਜ ਪੰਜਾਬ ਦੀ ਰਾਜਨੀਤਿਕ ਸਥਿਤੀ ਕਿੱਥੇ ਸਟੈਂਡ ਕਰਦੀ ਹੈ, ਇਹਦੇ ਉੱਤੇ ਸਾਡੇ ਲਿਸਨਰਸ ਵੀ ਜਿਹੜੇ ਨੇ ਉਹ ਆਪਣੀਆਂ ਕਾਲ ਕਰ ਸਕਦੇ ਆ 92 164 10 666 ਤੇ 98 149 10 666 ਤੇ। ਜੀ ਸ਼ਵਿੰਦਰ ਜੀ, ਇਹਦੇ ਵਿੱਚ ਦੇਖੋ ਇੱਕ ਚੀਜ਼ ਮੈਨੂੰ ਜਿਹੜੀ ਡਰ ਇਹ ਲੱਗਦਾ ਹੈਗਾ ਕਿ ਦੋਨੋਂ ਸਾਰੇ ਬੰਦੇ ਜਿਹੜੇ ਆਵਾਜ਼ਾਂ ਤਾਂ ਉਠਾ ਰਹੇ ਨੇ ਜਾਂ ਇਹ ਜਿਸ ਪਾਸੇ ਨੂੰ ਜਾ ਰਹੇ ਨੇ, ਉਹ ਲੋਕਾਂ ਵਿੱਚ ਤਾਂ ਇਹ ਲੱਗਣਗੇ ਕਿ ਝੂਠੇ ਨੇ ਜੀ, ਕਿਉਂਕਿ ਇਹਨਾਂ ਨੇ ਆਪਣੇ ਸਮੇਂ 'ਤੇ ਕੰਮ ਕੀਤਾ। ਪਰ ਇਹਦੇ ਬਹਾਨੇ ਜਿਹੜਾ BJP ਨੂੰ ਇੱਕ ਫਾਇਦਾ ਹੋ ਸਕਦਾ ਕਿ BJP ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਧਿਰ, ਚਾਹੇ ਉਹ ਸਿਮਰਨਜੀਤ ਸਿੰਘ ਮਾਨ ਦੇ ਬਹਾਨੇ ਜਾਂ ਕਿਸੇ ਹੋਰ ਦੇ ਬਹਾਨੇ ਖੜੀ ਕਰ ਸਕਦੀ ਹੈ ਜਿਹੜੀ ਕਿ ਉਗਰ ਸਿੱਖ ਲੱਗੇ, ਮਤਲਬ ਇਸ ਤੋਂ ਵੀ ਅੱਗੇ ਜਾ ਕੇ ਉਹ ਦਿੱਤੇ ਨਾਰੇ ਲਾਵੇ। ਤੇ ਕਿਉਂਕਿ ਇੱਕ ਤਰ੍ਹਾਂ ਦਾ ਮਾਹੌਲ ਉਹੋ ਜਿਹਾ ਹੋ ਰਿਹਾ ਨਾ, ਜੇ ਤੁਸੀਂ ਪੰਥਕ ਪੋਲਿਟਿਕਸ ਵੱਲ ਆ ਰਹੇ ਹੋ ਤਾਂ ਉਹਦੇ ਵਿੱਚੋਂ ਫਿਰ ਜਦੋਂ ਕੋਈ ਰੈਡੀਕਲ ਪੰਥਕ ਪੋਲਿਟਿਕਸ ਕਰੂਗਾ ਤਾਂ ਲੋਕ ਕਹਿਣਗੇ ਕਿ ਜਿਵੇਂ ਸਿੱਧੀ ਜੀ ਗੱਲ ਆ, ਸੈਂਟਰ 'ਚ ਆਪਾਂ ਦੇਖਦੇ ਹਾਂ ਇੱਕ ਕਾਂਗਰਸ ਨਕਲੀ ਹਿੰਦੂਤਵ ਕਰਦੀ ਆ ਤੇ BJP ਕਹਿੰਦੇ ਅਸਲੀ ਹਿੰਦੂਤਵ ਵੀ ਸਾਨੂੰ ਚੁਣੋ। ਫਿਰ ਤਾਂ ਨਕਲੀ ਨੂੰ ਕਾਹਤੋਂ ਚੁਣਨਾ ਜੇ ਹਿੰਦੂਤਵ ਵੀ ਚੁਣਨਾ ਹੈਗਾ। ਇਸੇ ਤਰ੍ਹਾਂ ਜਦੋਂ ਇਹ ਚੀਜ਼ ਚੱਲੂਗੀ ਤਾਂ ਸੈਂਟਰ ਦੇ ਇਸ਼ਾਰੇ ਉੱਤੇ ਕੋਈ ਤੱਤੇ ਬੋਲਣ ਵਾਲਾ ਬੰਦਾ ਜਿਹੜਾ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੂਗਾ, ਉਧਰੋਂ BJP ਫਿਰ ਉਹਦੇ ਮੋਢੇ ਤੇ ਰੱਖ ਕੇ ਇਹ ਕਹਿ ਕੇ ਕਿ ਦੇਖੋ ਇਹ ਬੰਦਾ ਸ਼ੇਰ ਆ ਗਿਆ ਕਹਿ ਕੇ ਹਿੰਦੂ ਭਾਈਚਾਰੇ ਨੂੰ ਡਰਾਊਗੀ, ਜਿਹੜਾ ਪੰਜਾਬ ਦਾ ਵੱਡਾ ਭਾਈਚਾਰਾ। ਇਹਦੇ ਉੱਤੇ ਜਿਹੜਾ ਧਰੂਵੀਕਰਨ ਦਾ, ਫਿਰਕੂ ਧਰੂਵੀਕਰਨ ਦਾ ਦੌਰ ਸ਼ੁਰੂ ਹੋ ਸਕਦਾ। ਜੇ ਅਸੀਂ ਦੇਖ ਹੀ ਰਹੇ ਹਾਂ ਵੀ ਉੱਥੇ ਸਿਮਰਨਜੀਤ ਸਿੰਘ ਮਾਨ ਉੱਥੇ ਜਾ ਕੇ ਕੀ ਰੰਗ ਲਾ ਰਿਹਾ ਹੈਗਾ, ਹਾਲੇ ਉੱਥੇ ਗਿਆ ਬਾਅਦ 'ਚ, ਪਹਿਲਾਂ ਜਾ ਕੇ ਜਿਹੜਾ ਭਗਤ ਸਿੰਘ ਦੇ ਮਗਰ ਪੈ ਗਿਆ, ਫਿਰ ਜਾ ਕੇ ਜਿਹੜੇ ਉਹਦੇ ਮੁੱਦੇ ਵੀ ਉੱਠੇ ਨੇ ਉਹ ਵੀ ਕੋਈ ਦਮ ਵਾਲੇ ਨਹੀਂ ਹੈਗੇ। ਹਾਲੇ ਤੱਕ ਉਹਨੇ ਕੋਈ ਚਾਹੀਦਾ ਮੁੱਦਾ ਪੰਜਾਬ ਦਾ ਤਾਂ ਉਠਾਇਆ ਹੀ ਨਹੀਂ ਹੈਗਾ, ਸਿੱਧੀ ਜਿਹੀ ਗੱਲ ਹੈ। ਉਹ ਅੱਗੇ ਜਾ ਕੇ ਕਿੰਨਾ ਘਟਾਊਗਾ ਇਹ ਵੀ ਕਹਿਣਾ ਮੁਸ਼ਕਿਲ ਹੈ। ਅੱਛਾ, ਜਾਂ ਫਿਰ ਕੋਈ ਹੋਰ ਇੱਕ ਧਿਰ ਜਿਹੜੀ ਕਿਸਾਨ ਅੰਦੋਲਨ ਦੌਰਾਨ ਖੜੀ ਕੀਤੀ ਸੀ, ਜਿਹਦਾ ਸੁਭਾਅ
ਉਹੀ ਹੈ ਕਿ ਬ੍ਰਹਿਮਣੀਕਲ ਕਨਸੈਪਟ ਵਾਲਾ ਹੀ ਹੈ ਤੇ ਪਰ ਉਹ ਸਿੱਖੀ ਵਿੱਚ ਆਪਣੇ ਆਪ ਨੂੰ ਰੈਡੀਕਲ ਹੋਣ ਦਾ ਦਾਅਵਾ ਕਰਦੀ ਹੈ। ਉਸ ਨੂੰ ਧਿਰ ਦੇ ਰੂਪ ਵਿੱਚ ਬੀਜੇਪੀ ਜਿਹੜੀ ਸੈਂਟਰ ਹੈ ਉਹ ਪ੍ਰਮੋਟ ਕਰਦੀ ਹੈ। ਉਹ ਮਤਲਬ ਸਾਰੇ ਪੰਜਾਬ ਨੂੰ, ਇੱਕ ਤਾਂ ਪੰਜਾਬ ਦੇ ਵਿੱਚ ਨਾ ਜਿਹੜੀ ਆਪਾਂ ਵਾਰ-ਵਾਰ ਗੱਲ ਕਰਦੇ ਹਾਂ ਵੀ ਲਚਕੀਲਾਪਨ ਹੈ, ਉਦਾਰਵਾਦ ਹੈਗਾ ਉਰੇ, ਉਹ ਚੀਜ਼ ਤੇ ਖਤਮ ਹੋਣ ਤੇ ਜਾਂ ਉਹਦੇ ਤੇ ਸੰਕਟ ਮੰਡਰਾ ਸਕਦਾ ਹੈਗਾ। ਤੇ ਉਧਰੋਂ ਸੈਂਟਰ ਦੀ ਬੀਜੇਪੀ ਪੰਜਾਬ ਦਾ ਜਿਹੜਾ ਹਿੰਦੂ ਭਾਈਚਾਰਾ ਉਹਨੂੰ ਡਰਾਊਗੀ। ਇਹਦੇ ਵਿੱਚ ਕਿਤੇ ਪੰਜਾਬ ਫਿਰ ਅੰਨੀ ਹਨੇਰੀ ਵੱਲ ਨਾ ਧੱਕਿਆ ਜਾਵੇ, ਇਹ ਇੱਕ ਵੱਡਾ ਖਦਸ਼ਾ। ਤੇ ਦੂਜੇ ਪਾਸੇ ਜਿਸ ਤਰ੍ਹਾਂ ਦੇ ਪੰਜਾਬ ਵਿੱਚ ਕਈ ਤਰ੍ਹਾਂ ਦੇ ਇੱਕੋ ਸਮੇਂ ਪ੍ਰਵਚਨ ਸ਼ੁਰੂ ਕੀਤੇ ਜਾ ਰਹੇ ਨੇ, ਜਿਵੇਂ ਮੈਂ ਵਾਰ-ਵਾਰ ਕਹਿੰਦਾ ਹੁੰਦਾ ਵੀ ਕਾਮਰੇਡ ਵਰਸਸ ਸਿੱਖ, ਜਾਂ ਫਿਰ ਜਿਹੜਾ ਪੰਜਾਬ ਵਰਸਸ ਫਲਾਨੀ ਜੱਟ ਵਰਸਸ ਫਲਾਨਾ ਦਲਿਤ, ਇਹ ਜਿਹੜੇ ਸਾਰੇ ਨੇ ਨਾ ਜੋ ਕਿ ਪੰਜਾਬ ਦੀ ਜ਼ਮੀਨੀ ਸਤਰ ਤੇ ਉਸ ਤਰ੍ਹਾਂ ਹੈ ਨਹੀਂ, ਪਰ ਜਦੋਂ ਉਕਸਾਏ ਜਾਂਦੇ ਨੇ ਫਿਰ ਉਹ ਆਪਣੀ ਥਾਂ ਬਣਾ ਲੈਂਦੇ ਹੁੰਦੇ ਨੇ। ਉਹ ਪੰਜਾਬ ਨੂੰ ਮਤਲਬ ਉਹ ਚੀਜ਼ਾਂ ਵਿੱਚੋਂ ਜਿਹਦੇ ਵਿੱਚ ਪੰਜਾਬ ਇੱਕ ਸਫ਼ਰ ਕਰਕੇ ਆਇਆ, ਪੰਜਾਬ ਨੂੰ ਉਸ ਦਿਸ਼ਾ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਜੇ ਉਹਦੇ ਵਿੱਚ ਭਾਵੇਂ ਕਿ ਸੈਂਟਰ ਆਪਣੀ ਚਾਲ ਚੱਲ ਰਿਹਾ, ਪਰ ਦੋਸ਼ੀ ਦੂਜੀਆਂ ਪਾਰਟੀਆਂ ਵੀ ਹੈ, ਕਿਉਂਕਿ ਉਹ ਅਲਟਰਨੇਟ ਨਹੀਂ ਦੇ ਸਕੀਆਂ, ਉਹ ਬੇਈਮਾਨ ਸੀ, ਉਹ ਕਰਪਟ ਸੀਗੀਆਂ, ਜਿਹਦੇ ਕਰਕੇ ਲੋਕਾਂ ਨੇ ਉਹਨਾਂ ਦਾ ਬੁਰਾ ਹਾਲ ਕੀਤਾ। ਹੁਣ ਜਿਵੇਂ ਆਮ ਆਦਮੀ ਪਾਰਟੀ ਵੀ ਆਂਦੀ ਹੈ, ਇਹ ਵੀ ਆਪਣੇ ਰੰਗ ਦਿਖਾਉਣ ਲੱਗੀ ਆ, ਇਹ ਵੀ ਲੋਕਾਂ ਦੇ ਮੂੰਹੋਂ ਲਹੂਗੀ। ਜਦੋਂ ਪਾਰਟੀਆਂ ਨਾ ਲੋਕਾਂ ਦੇ ਮੂੰਹੋਂ ਲੈ ਜਾਂਦੀਆਂ, ਉਦੋਂ ਫਿਰ ਉਹ ਦੌਰ ਵੀ ਜਿਹੜਾ ਅਨਾਰਕਿਜ਼ਮ ਵੱਲ ਜਾਂਦਾ ਹੁੰਦਾ ਹੈਗਾ। ਉਦੋਂ ਜਿਹੜਾ ਉਹਦੇ ਵਿੱਚੋਂ ਫਿਰ ਇਸ ਤਰ੍ਹਾਂ ਦੇ ਤੱਤ ਨੇ ਜਿਹੜੇ ਫਾਸਿਸਟ ਤੱਤ ਨੇ ਜਿਹੜੇ ਉਹ ਆਪਣੀ ਸਪੇਸ ਬਣਾਉਂਦੇ ਹੁੰਦੇ ਨੇ, ਉਹ ਖਤਰਾ ਸਾਨੂੰ ਵੱਧ ਲੱਗਦਾ ਹੈ। ਸੋ ਤੁਸੀਂ ਕਾਲ ਲੈ ਲਈਏ ਜੀ। ਸ਼ਵਿੰਦਰ ਜੀ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ ਸ਼ਵਿੰਦਰ, ਲਖਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਜੀ ਭਾਜੀ ਸਾਹਿਬ ਨਾਲ ਵਧੀਆ ਤੇ ਕੰਮ ਇਹ ਜੇ ਤੇ ਮੰਗ ਲੈਂਦੇ ਨਾ ਮਾਫੀ ਵੀ ਸਾਡੇ ਤੋਂ ਗਲਤੀਆਂ ਹੋਈਆਂ ਆ ਤੇ ਜ਼ਿਆਦਾ ਬੈਸਟ ਸੀਗਾ। ਤੇ ਹੁਣ ਤੇ ਇਹਨਾਂ ਦਾ ਇਹੀ ਲੱਗਦਾ ਕਿ ਸਾਰੇ ਢਾਹ ਕੇ ਦੁਬਾਰਾ ਬਣਾਉਣ ਵਾਲੇ ਕੋਈ ਨਵੇਂ ਲੀਡਰ ਆਉਣਗੇ ਤੇ ਚੰਗੀ ਗੱਲ ਆ, ਨਹੀਂ ਤੇ ਅਕਾਲੀ ਦਲ ਕਿਉਂਕਿ ਸਾਰੇ ਬਨੌਦੀ ਜਿਹਾ ਲੱਗ ਰਿਹਾ ਹੁਣ। ਇਹ ਭਾਵੇਂ ਚੰਦੂ ਮਾਜਰਾ ਜੋ ਮਰਜ਼ੀ ਡਰਾਮੇ ਕਰੇ, ਭੂੰਦੜ ਕਰੇ ਜਾਂ ਸੁਖਬੀਰ ਬਾਦਲ ਕਰੇ, ਮਤਲਬ ਡਰਾਮੇਬਾਜ਼ ਜਿਹਾ ਲੱਗ ਰਿਹਾ। ਕੋਈ ਇਹਨਾਂ ਤੇ ਵਿਸ਼ਵਾਸ ਜਿਹਾ ਨਹੀਂ ਲੱਗ ਰਿਹਾ ਵੀ ਇਹ ਕੋਈ ਪੰਥਕ ਕੰਮ ਕਰ ਦੇਣ, ਕਿਉਂਕਿ ਪੰਥ ਨਾਲ ਜਿੰਨੀ ਇਹਨਾਂ ਨੇ ਗਦਾਰੀ ਕੀਤੀ ਹੈ ਨਾ, ਜਿੰਨਾ ਪੰਥ ਨੂੰ ਇਹਨਾਂ ਨੇ ਢਾਹ ਲਾਈ ਹੈ, ਕਿਉਂਕਿ ਬਲੀਵ ਕਰਨਾ ਬਹੁਤ ਔਖਾ ਭਾਜੀ ਇਹਨਾਂ ਦੇ ਉੱਤੇ। ਹੁਣ ਮਾਫੀ ਮੰਗ ਲੈਂਦੇ ਤੇ ਬਹੁਤ ਵਧੀਆ ਗੱਲ ਸੀ। ਮਾਫੀ ਮੰਗ ਲੈਂਦੇ ਜਦੋਂ ਨਾ, ਉਦੋਂ ਹੋਇਆ ਇਹਨਾਂ ਕੋਲ ਵੀ ਭਾਈ ਸਾਡੇ ਕੋਲ ਗਲਤੀਆਂ ਹੋਈਆਂ ਆ, ਗਾਂ ਵਾਸਤੇ ਅਸੀਂ ਨਹੀਂ ਕਰਦੇ, ਤੇ ਸਭ ਨਾਲੋਂ ਬੈਸਟ ਤਰੀਕਾ ਇਹੀ ਸੀਗਾ। ਹਾਂਜੀ, ਬਾਕੀ ਤਾਂ ਸਭ ਡਰਾਮਾ ਹੀ ਲੱਗ ਰਿਹਾ ਇਹਨਾਂ ਦਾ, ਜੋ ਮਰਜ਼ੀ ਕਰੀ ਜਾਣ, ਔਖਾ ਇਹਨਾਂ ਵਾਸਤੇ। ਜੀ ਭਾਜੀ ਜੀ। ਹਾਂਜੀ ਸ਼ਵਿੰਦਰ ਜੀ, ਉਹੀ ਚੀਜ਼ ਆਪਣੇ ਜੋ ਇਹਨਾਂ ਨੇ ਕਾਲਰ ਸਾਹਿਬ ਨੇ ਵੀ ਗੱਲ ਆਖੀ ਹੈ ਕਿ ਵੀ ਡਰਾਮਾ ਜ਼ਿਆਦਾ ਲੱਗ ਰਿਹਾ। ਜਦੋਂ ਨਾ ਫਿਰ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਵੀ ਕੋਈ ਅਸਲੀ ਆਵੇ, ਜਦੋਂ ਨਾ ਲੋਕਾਂ ਇਹ ਅਸਲੀ ਦੀ ਆਸ ਰੱਖਦੇ ਨੇ ਨਾ, ਉਦੋਂ ਫਿਰ ਜਿਹੜੀਆਂ ਸੈਂਟਰ ਜਾਂ ਹੋਰ ਤਾਕਤਾਂ ਨੇ ਉਹ ਫਿਰ ਸਪੇਸ ਮਲਦੀਆਂ, ਉਹ ਫਿਰ ਸਾਨੂੰ ਨਾ ਇੱਕ ਅਵਤਾਰ ਬਣਾ ਕੇ ਪੇਸ਼ ਕਰਦੀਆਂ ਨੇ। ਆਹ ਦੇਖੋ ਜੀ ਅਸਲੀ ਬੰਦਾ ਆ ਗਿਆ, ਹਾਲਾਂਕਿ ਹੁੰਦਾ ਉਹ ਵੀ ਨਕਲੀ ਹੈ। ਉਹਨੇ ਆਪਣਾ ਹੌਲੀ-ਹੌਲੀ ਰੂਪ ਦਿਖਾਉਣਾ ਸ਼ੁਰੂ ਕਰਦਾ ਹੁੰਦਾ। ਜਿਵੇਂ ਉਦਾਹਰਨ ਦੇ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਘੱਟੋ-ਘੱਟ ਤੁਸੀਂ ਦੇਖ ਲਓ ਵੀ 14 ਚ ਆਮ ਆਦਮੀ ਪਾਰਟੀ ਆਈ ਸੀ, 8 ਸਾਲ ਹੋ ਗਏ। 8 ਸਾਲ ਤੱਕ ਤਾਂ ਇਹੀ ਨਹੀਂ ਪਤਾ ਲੱਗਿਆ ਕਿ ਇਹਦਾ ਰੂਪ ਕੀ ਹੈਗਾ। ਹੁਣ ਜਦੋਂ ਉਹਦਾ ਸੱਤਾ ਚ ਆਈ ਹੈ ਤਾਂ ਫਿਰ ਥੋੜਾ ਰੂਪ ਪਤਾ ਲੱਗਣ ਲੱਗ ਗਿਆ। ਹਾਲਾਂਕਿ ਜੇ ਕੁਝ ਸੁਚੇਤ ਬੰਦੇ ਸੀ ਉਹਨਾਂ ਨੂੰ ਤਾਂ ਸਾਲ ਚ ਹੀ ਪਤਾ ਲੱਗ ਗਿਆ ਸੀਗਾ। ਤੇ ਪਰ ਇੱਕ ਚੀਜ਼ ਤਾਂ ਦੇਖੋ ਨਾ ਵੀ ਜਦੋਂ ਆਮ ਆਦਮੀ ਪਾਰਟੀ ਆਈ ਸੀਗੀ, ਉਦੋਂ ਬਹੁਤ ਸਿਆਣੇ ਬੰਦੇ ਜਿਹੜੇ ਕਿ ਮਤਲਬ ਆਪਾਂ ਮੰਨਦੇ ਹਾਂ ਵੀ ਉਹ ਦਿਮਾਗੀ ਤੌਰ ਤੇ ਵੀ ਸਿਆਣੇ ਨੇ ਤੇ ਅਨੈਤਿਕ ਤੌਰ ਤੇ ਵੀ ਸਿਆਣੇ ਆ, ਉਹ ਵੀ ਖਿੱਚੇ ਗਏ ਸੀ ਉਹਦੇ ਵੱਲ। ਜੀ ਜੀ ਬਿਲਕੁਲ। ਦੇਖੋ ਕਿ ਤੁਸੀਂ ਦੇਖੋ ਕਿੱਥੇ ਜਿਹੜਾ ਹੈਗਾ ਸੋਨੀ ਸੋਰੀ, ਕਿੱਥੇ ਬੱਲੀ ਸਿੰਘ ਚੀਮਾ ਵਰਗੇ, ਪ੍ਰਸ਼ਾਂਤ ਭੂਸ਼ਣ ਵਰਗੇ ਬੰਦੇ ਇਹਦੇ ਮੋਢੀਆਂ ਦੇ ਵਿੱਚੋਂ ਰਹੇ ਨੇ। ਇਸੇ ਤਰ੍ਹਾਂ ਜਿਹੜਾ ਮਲਕਾ ਸਾਰਾਬਾਈ ਵਰਗੀ ਜਿਹੜੀ ਇੱਕ ਆਰਟਿਸਟ ਹੈ ਗੁਜਰਾਤ ਦੀ, ਉਹ ਐਡੇ ਬੰਦੇ ਮਤਲਬ ਗਏ। ਧਰਮਵੀਰ ਗਾਂਧੀ ਪੰਜਾਬ ਚੋਂ ਗਿਆ, ਜਾਂ ਇਸ ਤਰ੍ਹਾਂ ਦੇ ਬੰਦੇ ਚਲੇ ਗਏ, ਚੁਣ ਕੇ ਭੇਜੇ ਜੀ। 4 MP ਚੁਣ ਕੇ ਭੇਜੇ ਪੰਜਾਬ ਨੇ, ਚੁਣ ਕੇ ਭੇਜੇ। ਤੇ ਉਹ ਇਹ ਮਤਲਬ ਪੰਜਾਬ ਤਾਂ ਚਲੋ ਭਾਵੁਕ ਸੀ, ਪੰਜਾਬੀ ਨੂੰ ਤਾਂ ਹੁਣ ਚਲੋ 8 ਸਾਲ ਬਾਅਦ ਮਾੜਾ ਮੋਟਾ ਪਤਾ ਲੱਗਣ ਲੱਗਿਆ ਉਹਨਾਂ ਦਾ। ਪਰ ਮੈਂ ਕਹਿੰਦਾ ਵੀ ਜਿਹੜੇ ਬੰਦੇ ਬਹੁਤ ਸੁਚੇਤ ਸੀਗੇ, ਮਤਲਬ ਜਿਨ੍ਹਾਂ ਨੇ ਆਪਣੇ ਫੀਲਡ 'ਚ ਕੰਮ ਕੀਤਾ ਹੋਇਆ ਸੀਗਾ, ਉਹ ਬੰਦੇ ਵੀ ਪ੍ਰਭਾਵਿਤ ਹੋ ਕੇ ਚਲੇ ਗਏ, ਜਿਨ੍ਹਾਂ ਨੂੰ ਖੈਰ ਸਾਲ 'ਚ ਕਿਸੇ ਨੂੰ 2 ਸਾਲ 'ਚ ਪਤਾ ਲੱਗਿਆ ਹੈ। ਤੇ ਇਹ ਮਤਲਬ ਨਾ ਏਦਾਂ ਦੇ ਨਾ ਫਿਰ ਅਵਤਾਰ ਪੈਦਾ ਕੀਤੇ ਜਾਂਦੇ ਹੁੰਦੇ ਹੈਗੇ ਨੇ, ਜਿਹਨੂੰ ਆਪਣੇ ਜਿਹੜੇ ਹੈਗੇ ਆ ਪੰਜਾਬੀ ਦੇ ਕਵੀ ਆ ਲਾਲ ਸਿੰਘ ਦਿਲ, ਉਹ ਭੂਪਾ ਅਵਤਾਰ ਕਹਿੰਦੇ ਹੁੰਦੇ, ਭੂਪਾ ਅਵਤਾਰ ਨਾਂ ਵਰਤਦੇ ਹੁੰਦੇ ਸੀਗੇ। ਤੇ ਇਹੋ ਜਿਹੇ ਜਿਹੜੇ ਭੂਪੇ ਅਵਤਾਰ ਪੈਦਾ ਕੀਤੇ ਜਾਂਦੇ ਨੇ ਤਾਂ ਜੋ ਕਿ ਲੋਕ ਉਹਨਾਂ ਦੇ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਲੁਭਾਉਣੇ ਚੀਜ਼ਾਂ 'ਚ ਆ ਜਾਣ। ਹੁਣ ਦੇਖਣਾ ਇਹੀ ਹੈ ਕਿ ਅੱਗੇ ਜਾ ਕੇ ਜਿਹੜਾ ਕੀ ਮੋੜ ਹੋਊਗਾ ਉਹ ਖਤਰਨਾਕ ਹੈ। ਉਹ ਸਾਨੂੰ ਲੱਗਦਾ ਵੀ ਉਹਦੇ ਲਈ ਖਤਰਨਾਕ ਜਿਹੜਾ ਲੱਗ ਰਿਹਾ ਉਹਦੇ ਲਈ ਦੋਸ਼ੀ ਪਾਰਟੀਆਂ, ਪਰ ਹੁਣ ਲੋਕਾਂ ਦੀ ਲੋਕ ਵੀ ਕੀ ਕਰਨ,
ਲੋਕਾਂ ਨੂੰ ਕੋਈ ਰਾਹ ਨਹੀਂ। ਹਾਂ, ਲੋਕਾਂ ਕੋਲ ਸਿਰਫ ਇੱਕੋ ਹੀ ਆਲਟਰਨੇਟ ਰਹਿ ਜਾਂਦਾ ਕਿ ਵੀ ਕੋਸ਼ਿਸ਼ ਕਰੋ ਕਿ ਜਦੋਂ ਕੋਈ ਨਵੀਂ ਜੀ ਕ੍ਰਾਂਤੀ ਲੱਗਦੀ ਹੈ ਨਾ ਉਹਦੇ ਭਗਤ ਨਾ ਬਣੀਏ। ਉਹਨੂੰ ਦੇਖਣ ਲਈ ਨਾ ਆਪਣੀ ਅੱਖ ਖੁੱਲੀ ਰੱਖੀਏ, ਕਿਤੇ ਇਹ ਨਾ ਹੋਵੇ ਵੀ ਜਿਵੇਂ ਆਮ ਆਦਮੀ ਪਾਰਟੀ ਬਣੀ ਸੀਗੀ ਤੇ ਤੁਹਾਡੇ ਮੇਰੇ ਅੱਗੇ ਪੱਤਰਕਾਰ 2 ਸਾਲ ਬਾਅਦ ਸਵਾਲ ਚੁੱਕ ਰਹੇ ਸੀ। ਮੈਂ 15-16 ਦੀ ਗੱਲ ਕਰਦਾ ਤੇ ਲੋਕ ਸਾਨੂੰ ਹੀ ਗਾਲਾਂ ਕੱਢਦੇ ਸੀਗੇ ਵੀ ਸਵਾਲ ਕਿਉਂ ਚੁੱਕਦੇ ਹੋ। ਇਹ ਪਹਿਲੀ ਵਾਰ ਅਸੀਂ ਆਪਣੇ ਟਾਈਮ 'ਚ ਦੇਖਿਆ ਬੀਜੇਪੀ ਤੇ ਆਪ ਦੇ ਸਮੇਂ 'ਚ ਵੀ ਸਵਾਲ ਚੁੱਕਣ ਵਾਲੇ ਪੱਤਰਕਾਰ ਨੂੰ ਗਾਲਾਂ ਕੱਢੀਆਂ ਜਾਂਦੀਆਂ ਹੁੰਦੀਆਂ ਤੇ ਆਮ ਤੌਰ ਤੇ ਹੁੰਦਾ ਹੈ ਕਿ ਜਿਹੜੇ ਪੱਤਰਕਾਰ ਸਰਕਾਰ ਦੀ ਚਮਚਾਗਿਰੀ ਕਰਦੇ ਆ ਨਾ ਉਹਨੂੰ ਗਾਲਾਂ ਕੱਢੀਆਂ ਜਾਂਦੀਆਂ ਲੋਕਾਂ ਵੱਲੋਂ। ਪਰ ਇੱਥੇ ਜਿਵੇਂ ਅਸੀਂ ਕਹਿੰਦੇ ਵੀ ਅਸੀਂ ਪੋਸਟ ਮਾਡਰਨ ਜਿਹੜਾ ਹੈਗਾ ਪੋਸਟ ਟਰੁੱਥ ਵਾਲੇ ਦੌਰ ਦੇ ਵਿੱਚ ਗੁਜ਼ਰ ਰਹੇ ਹਾਂ। ਉੱਥੇ ਜਨਤਾ ਹੀ ਜਦੋਂ ਨਾ ਜਿਹੜੀ ਹੈਗੀ ਜਨਤਾ ਦੇ ਲਈ ਸੋਚਣ ਵਾਲੇ ਪੱਤਰਕਾਰਾਂ ਨੂੰ ਜਾਂ ਕਾਮਿਆਂ ਨੂੰ ਸਵਾਲ ਕਰਨ ਲੱਗ ਜੇ, ਉਹ ਦੌਰ ਬਹੁਤ ਖਤਰਨਾਕ ਹੁੰਦਾ। ਤੁਸੀਂ ਮੰਨ ਕੇ ਚੱਲੋ ਕਿ ਅਸੀਂ ਲਗਭਗ ਉਸ ਤਰ੍ਹਾਂ ਦੇ ਦੌਰ 'ਚ ਵਿਚ ਰਹੇ ਹਾਂ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੈਂ ਇਸ ਵਕਤ ਤੁਹਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੀ ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸ਼ਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ, ਡਿਸਪੈਚ ਪੰਜਾਬੀ 'ਚ ਕਰਦੇ ਨੇ। ਤੁਸੀਂ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਤੇ ਕਾਲ ਕਰ ਸਕਦੇ ਹੋ ਜਾਂ ਫਿਰ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਸੈਕੰਡ ਕਾਲ ਜੀ 92164 ਤੇ ਆਨ 에ਅਰ। ਹਲੋ, ਸਤਿ ਸ੍ਰੀ ਅਕਾਲ ਧੰਨਵਾਦ ਸਾਹਿਬ ਜੀ। ਸੁੰਦਰ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ ਧੰਨਵਾਦ ਸਾਹਿਬ, ਜਿਹੜਾ ਆਮ ਆਦਮੀ ਪਾਰਟੀਆਂ ਸਾਰੀਆਂ ਵਿੱਚ ਕੈਸੋਕਲੇਸ਼ ਪਿਆ ਪਹਿਲਾਂ ਤੇ ਚੱਲਦਾ ਆਇਆ, ਪਰ ਹੁਣ ਇਹ ਹੈ ਵੀ ਜਿਸ ਤਰ੍ਹਾਂ ਇੱਕ ਬਹੁਮਤ ਲੈ ਕੇ ਵਧੀਆ ਸਰਕਾਰ ਬਣੀ ਸੀ ਨਾ ਜੀ ਪੰਜਾਬ ਦੇ ਵਿੱਚ, ਜੋ ਲੋਕਾਂ ਨੂੰ ਉਮੀਦਾਂ ਸਨ ਜਿਸ ਕਰਕੇ ਲੋਕਾਂ ਨੇ ਬਣਾਈ ਸੀ, ਉਸ ਕਰਕੇ ਲੋਕਾਂ ਨੂੰ ਹੁਣ ਨਾ ਇਹ ਵੇਖ ਕੇ ਤੇ ਦਰਦ ਹੋਣ ਡਿਆ। ਜਿਵੇਂ ਗੁੱਝਾ ਦਰਦ ਹੁੰਦਾ ਨਾ, ਹਰ ਇੱਕ ਦੇ ਦਿਲ ਦੇ ਵਿੱਚ ਦਰਦ ਹੋ ਰਿਹਾ ਨਿੱਕਾ ਵੀ ਬਣ ਕੀ ਰਿਹਾ ਹੈ। ਹੁਣ ਗੱਲ ਇਹ ਹੈਗੀ ਵੀ ਤੁਹਾਨੂੰ ਆਪਾਂ ਮੋਟੀ ਜਿਹੀ ਗੱਲ ਕਰਦੇ ਹੁੰਦੇ ਹਾਂ ਵੀ ਡੰਗਰ ਕਿੱਲੇ ਦੇ ਸਿਰ ਤੇ ਟਿੰਗੜਦਾ ਹੈ। ਇੱਕ ਕਿੱਲਾ ਹੈਗਾ ਇਸ ਵੇਲੇ ਭਗਵੰਤ ਸਿੰਘ ਮਾਨ। ਜੇ ਭਗਵੰਤ ਸਿੰਘ ਮਾਨ ਜਿਹੜੇ ਮਤਲਬ ਪੰਜਾਬ ਦੇ ਹਿੱਤ ਵਿੱਚ ਜਾਂ ਇਹਨਾਂ ਦੇ ਆਪਣੇ ਜਿੰਨੇ ਵੀ ML ਨੇ 91-92 ਜਿੰਨੇ ਵੀ ਨੇ, ਉਹਨਾਂ 'ਚ ਚੁਣਵੇਂ ਸਲਾਹਕਾਰ ਚੰਗੇ ਲੈ ਕੇ ਜਿਹਨਾਂ ਨੇ ਸਮਝ ਆਏ ਪੰਜਾਬ ਦੇ ਹਿੱਤ ਇਹਨਾਂ ਨੂੰ ਆਪਣੇ ਤੌਰ ਤੇ ਕੋਈ ਮੀਟਿੰਗ ਕਰਨੀ ਚਾਹੀਦੀ ਹੈ, ਸਲਾਹ ਕਰਨੀ ਚਾਹੀਦੀ ਹੈ ਕਿ ਜੇ ਕੱਲ ਨੂੰ ਸਾਡੇ ਨਾਲ ਜਾਂ ਆਹ ਸਮਾਂ ਆਉਂਦਾ ਤੇ ਭਾਈ ਤੁਸੀਂ ਕਿੱਦਾਂ ਹੋ ਸਕਦਾ ਕਰਦੇ ਹੀ ਹੁਣ ਅੰਦਰ ਕੋਈ ਕਰਦੇ ਹੁਣ, ਪਰ ਇਹਨਾਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ। ਤੇ ਜਿਹੜੀ ਗੱਲ ਆਪਾਂ ਤੁਸੀਂ ਪਹਿਲੇ ਪ੍ਰੋਗਰਾਮ 'ਚ ਕਰ ਗਏ ਵੀ ਉਹਨਾਂ ਨੇ ਪਿਆ ਮਾਇਆ ਸਾਂਭ ਕੁੜੀਆਂ, ਇਹੋ ਜਿਹੇ ਬੰਦੇ ਦਾ ਕੋਈ ਬੰਦਾ ਹੁੰਦਾ ਸੁੱਟ ਕੇ ਆ ਕੇ ਲਓ ਫੜੋ ਤੁਸੀਂ ਚਲਾ ਲਓ ਤੇ ਆਪਾਂ ਚੱਲਦੇ ਵਾ ਹੁੰਦੇ ਆ। ਇਹਦੇ ਨਾਲ ਫਿਰ ਪੰਜਾਬ ਦੀ ਬੜੀ ਦੁਰਦਸ਼ਾ ਹੋਣੀ ਹੈ। ਇਸ ਕਰਕੇ ਠੀਕ ਹੈ, ਸੁਪਰੀਮੋ ਕੇਜਰੀਵਾਲ ਹੈਗਾ ਹੈ, ਭਗਵੰਤ ਮਾਨ ਬੰਦਾ ਵਧੀਆ ਹੈ, ਇਮਾਨਦਾਰ ਹੈ ਤੇ ਕੋਈ ਨਹੀਂ ਕੋਈ ਕਿਸ ਤਰ੍ਹਾਂ ਦਾ, ਤੇ ਪੰਜਾਬ ਦੇ ਹਿੱਤ ਵਿੱਚ ਹੈ ਤੇ ਕੰਮ ਕਰਨਾ ਚਾਹੁੰਦਾ ਹੈ। ਪਰ ਇਹਦੇ ਹੱਥਾਂ ਪੈਰਾਂ ਨੂੰ ਜਿਹੜੀਆਂ ਬੇੜੀਆਂ ਉਹ ਦਿੱਲੀ ਵਾਲੀਆਂ ਪਾਈਆਂ ਇਹਨੂੰ ਕੰਮ ਨਹੀਂ ਕਰਨ ਦੇਣਦੀਆਂ। ਇਹ ਕਰਕੇ ਥੋੜਾ ਆਪਣੇ ਪੈਰਾਂ ਤੇ ਕਾਇਮ ਹੋ ਜੇ, ਪੰਜਾਬ ਇਹਦਾ ਸਾਥ ਦੇਗਾ। ਭਾਵੇਂ ਕੰਮ ਥੋੜਾ ਕਰੇ ਤੇ ਭਾਵੇਂ ਬਹੁਤਾ ਕਰੇ, ਅਗਰ ਜੇ ਡੋਲ ਗਿਆ ਤੇ ਪੰਜਾਬ ਫਿਰ ਜੋ ਜਿਸ ਤਰ੍ਹਾਂ ਪਹਿਲਾਂ ਪਾਰਟੀਆਂ ਹੁੰਦਾ ਰਿਹਾ ਪੂਰਾ ਇਹਨਾਂ ਦੇ ਖਿਲਾਫ ਹੋ ਜਾਣਾ। ਇਸ ਕਰਕੇ ਭਗਵੰਤ ਸਿੰਘ ਮਾਨ ਨੂੰ ਬੜਾ ਇਸ ਵੇਲੇ ਸੋਚ ਸਮਝ ਕੇ ਕੇਜਰੀਵਾਲ ਸੁਪਰੀਮੋ ਹੈਗਾ ਰਹੇ ਠੀਕ ਹੈ, ਉਹਦੇ ਨਾਲ ਸਲਾਹ ਮਸ਼ਵਰਾ ਕਰੇ। ਬਾਕੀ ਹੋਰ ਕਿਸੇ ਬੰਦੇ ਦੀ ਦਖਲਅੰਦਾਜ਼ੀ ਪੰਜਾਬ ਵਾਸਤੇ ਛੱਡ ਦੇਵੇ। ਪੰਜਾਬ 'ਚ ਬਹੁਤ ਬੰਦੇ ਸਿਆਣੇ ਇਹਨਾਂ ਦੀ ਪਾਰਟੀ ਤੋਂ ਲੰਬੇ ਵੀ ਹੈਗੇ ਨੇ, ਨਹੀਂ ਜਿਹੜੇ ਪਾਰਟੀਆਂ ਨਾਲ ਨਹੀਂ ਸੰਬੰਧ ਰੱਖਦੇ, ਉਹਨਾਂ ਦਾ ਸਲਾਹ ਮਸ਼ਵਰਾ ਲੈ ਲਵੇ। ਮਿਹਰਬਾਨੀ, ਸਤਿ ਸ੍ਰੀ ਅਕਾਲ। ਮਿਹਰਬਾਨੀ। ਪਰ ਸ਼ਵਿੰਦਰ ਜੀ ਬਾਜਵਾ ਸਾਹਿਬ ਤਾਂ ਕਹਿੰਦੇ ਸਲਾਹ ਮਸ਼ਵਰਾ ਲੈ ਲਓ। ਸਲਾਹ ਮਸ਼ਵਰੇ ਦੇ ਵਾਲਿਆਂ ਨੇ ਤਾਂ ਸਿਆਪਾ ਪਾਇਆ, ਉਹ ਜਿਹੜਾ ਚੀਫ ਐਡਵਾਈਜ਼ਰ ਲਾਤਾ 50 ਨੰਬਰ ਕੋਠੀ 'ਚ। ਹੁਣ ਅਸਲ 'ਚ ਨਾ ਗੱਲ ਇਹ ਕਿ ਊਂ ਤਾਂ ਸਲਾਹ ਨਾ ਹਰੇਕ ਲੈਂਦੇ ਹੁੰਦੇ ਨੇ, ਬਾਕੀ ਪਾਰਟੀਆਂ ਵਾਲੇ ਵੀ ਪ੍ਰਧਾਨ ਲੈਂਦੇ ਰਹੇ ਨੇ, ਪਰ ਇਹ ਜਿਹੜੀ ਸਲਾਹ ਵਾ ਨਾ ਇਹ ਨਾਰਮਲ ਸਲਾਹ ਤੋਂ ਅੱਗੇ ਵੱਧ ਕੇ ਹੋ ਜਾਂਦੀ ਹੈ। ਕਿ ਮਤਲਬ ਪੰਜਾਬ 'ਚ ਦਖਲਅੰਦਾਜ਼ੀ ਹੋ ਜਾਂਦੀ ਹੈ, ਸਲਾਹ ਨਹੀਂ ਰਹਿੰਦੀ, ਦਖਲਅੰਦਾਜ਼ੀ ਵੀ ਹੋ ਜਾਂਦੀ ਹੈ ਤੇ ਨਾਲ ਦੀ ਨਾਲ CM ਦੀ ਆਪਣੀ ਬੁੱਕਤ ਨਹੀਂ ਰਹਿੰਦੀ। ਜਿਵੇਂ ਪੰਜਾਬ 'ਚ ਕਿਵੇਂ ਕੰਮ ਕਰਨਾ, ਤੁਹਾਡੇ ਮੁੱਖ ਮੰਤਰੀ ਨੂੰ ਹੀ ਜਿਹੜਾ ਰਾਘਵ ਚੱਡੇ ਵਰਗਾ ਬੰਦਾ ਜਿਹੜਾ ਹੈਗਾ ਨਿਰਦੇਸ਼ ਦੇਣ ਲੱਗ ਜੇ, ਤੁਹਾਡੇ ਮੁੱਖ ਮੰਤਰੀ ਛੋਟੀ ਗੱਲ ਪਿੱਛੇ ਦਿੱਲੀ ਨੂੰ ਭੱਜੇ, ਇਹਦਾ ਮਤਲਬ ਇਹ ਹੋ ਜਾਂਦਾ ਕਿ ਜਿਵੇਂ ਮੁੱਖ ਮੰਤਰੀ ਦੇ ਆਪ ਕੁਛ ਨਹੀਂ ਹੁੰਦਾ ਜਾਂ ਮੁੱਖ ਮੰਤਰੀ ਵਿੱਚ ਕਿਤੇ ਨਾ ਕਿਤੇ ਆਤਮ ਗੁਲਾਮੀ ਦੀ ਭਾਵਨਾ ਹੋਵੇ ਜਿਹੜੇ ਬੰਦੇ ਉਹ ਚੀਜ਼ ਨਾ ਸਟੇਟ ਲਈ ਵੀ ਮਾੜੀ ਹੈ, ਮੁੱਖ ਮੰਤਰੀ ਖੁਦ ਲਈ ਵੀ ਮਾੜੀ ਹੈਗੀ ਆ ਤੇ ਉਹਦੀ ਪਾਰਟੀ ਲਈ ਵੀ ਮਾੜੀ ਹੈ ਕਿਉਂਕਿ ਉਹਦੀ ਪੰਜਾਬ ਇਕਾਈ ਲਈ ਮਾੜੀ ਹੈ। ਸੋ ਇਸ ਕਰਕੇ ਭਗਵੰਤ ਮਾਨ ਦੇ ਵਿੱਚ ਨੇ ਆਪਣਾ ਤਾਂ ਕੌਨਫੀਡੈਂਸ ਦਿਖਾਇਆ ਹੀ ਨਹੀਂ ਹੈਗਾ। ਜਿਵੇਂ ਹਜੇ ਤੱਕ ਬਿਲਕੁਲ ਵੀ ਜਿਵੇਂ ਬੰਦਾ ਨਾ ਜਿਹੜਾ ਹੈਗਾ ਆਪਣਾ ਆਤਮ ਵਿਸ਼ਵਾਸ ਹੋਵੇ ਹੀ ਨਾ ਉਹਦੇ ਵਿੱਚ, ਉਹਨੂੰ ਉਹ ਕਿਸੇ ਦੇ ਆਸਰੇ ਤੇ ਹੀ ਹੋਵੇ। ਸੋ ਉਹ ਚੀਜ਼ ਨਾ ਹੈਗੀ ਆ, ਉਹਦੇ ਕਰਕੇ ਸਾਨੂੰ ਜਿਹੜਾ ਇਹ ਚੀਜ਼ ਦਿਖਾਈ ਦੇ ਰਹੀ ਹੈ। ਹੁਣ ਦੇਖਦੇ ਆ ਕਿ ਫਿਲਹਾਲ ਤਾਂ ਹੁਣ ਜਿਹੜੀ ਅਗਲੀ ਕੋਈ ਰਣਨੀਤੀ ਇਖਤਿਆਰ ਕਰਨੀ ਉਹਦੇ ਲਈ ਵੀ ਮੀਟਿੰਗਾਂ ਮੋਟੀਆਂ ਹੋ ਰਹੀਆਂ ਨੇ ਜੀ। ਸੋ ਉਧਰ ਸਿਮਰਤੀ ਇਰਾਨੀ ਕਹਿੰਦੇ ਬੜੀ ਬੇਬਸ ਹੋਈ ਬੈਠੀ ਹੈ, ਚੀਕਾਂ ਮਾਰ ਰਹੀ ਹੈ ਜੀ। ਜੋ ਬੋਲੀ ਉਸ ਬਾਰੇ ਵੀ
ਦੱਸੋ ਕੁੜੀ ਦਾ ਇੰਟਰਵਿਊ ਸਾਹਮਣੇ ਆ ਗਿਆ, ਉਹ ਕਹਿੰਦੀ ਮੇਰੀ ਕੁੜੀ ਤਾਂ ਪੜ੍ਹਦੀ ਹੈ, 18 ਸਾਲ ਦੀ ਬੱਚੀ ਹੈ, ਬੜੀ ਆਪੇ ਤੋਂ ਬਾਹਰ ਹੋਈ ਬੈਠੀ ਹੈ। ਸਿਮਰਤੀ ਇਰਾਨੀ ਨੇ ਅੱਜ ਵੀ ਸੰਸਦ ਵਿੱਚ ਕਾਫੀ ਆਪਣਾ ਰੰਗ ਦਿਖਾਇਆ ਹੈਗਾ। ਪਹਿਲਾਂ ਤਾਂ ਮਸਲਾ ਥੋੜਾ ਜਿਹਾ ਦੱਸ ਦਿੰਦਾ ਕੀ ਸੀਗਾ। ਆਹ ਤਾਂ ਮਸਲਾ ਮੇਨ ਹੈਗਾ ਹੀ ਹੈ ਉਹਦੀ ਕੁੜੀ ਵਾਲਾ, ਕਿਉਂਕਿ ਉਹਦੀ ਕੁੜੀ ਨੇ ਤਾਂ ਇੱਕ ਇੰਟਰਵਿਊ 'ਚ ਵੀ ਕਹਿ ਦਿੱਤਾ ਕਿ ਹਾਂਜੀ ਇਹ ਮੇਰਾ ਜਿਹੜਾ ਹੈਗਾ ਇਹ ਮੇਰਾ ਹੀ ਹੈਗਾ, ਜਿਹੜਾ ਉਹਦੇ ਰੈਸਟੋਰੈਂਟ ਵਗੈਰਾ ਖੋਲਿਆ ਹੋਇਆ। ਤੇ ਉਹ ਇੰਟਰਵਿਊ ਭਾਵੇਂ ਕਿ ਪੁਰਾਣੀ ਸੀਗੀ, ਪੁਰਾਣੀ ਹੋਵੇ ਨਵੀਂ ਹੋਵੇ, ਹੈ ਤਾਂ ਹੈ ਨਾ ਜੀ। ਹਾਂ ਮਤਲਬ ਉਹ ਅੱਜ ਜਾਂ ਕੱਲ ਦੀ ਨਹੀਂ ਸੀ, ਪੁਰਾਣੀ ਵੀ ਆਏ ਨਹੀਂ ਵੀ 20 ਸਾਲ ਪੁਰਾਣੀ, ਇੰਨੀ ਤਾਂ ਕੁੜੀ ਨਹੀਂ ਹੋਣੀ ਵੱਡੀ। ਤੇ ਉਹ ਮਤਲਬ ਸਾਲ ਤੋਂ ਵੀ ਘੱਟ ਟਾਈਮ ਦੀ ਹੈਗੀ ਆ, 5-6 ਮਹੀਨੇ ਦੀ ਪੁਰਾਣੀ। ਉਹਦੇ ਵਿੱਚ ਉਹਨੇ ਕਿਹਾ ਵੀ ਹਾਂ ਇਹਨੂੰ ਮੈਂ ਚਲਾ ਰਹੀ ਹਾਂ। ਹੁਣ ਹੋਇਆ ਕੀ ਕਿ ਇਹਨੂੰ ਜਦੋਂ ਖੰਗੋਲਣ ਲੱਗੇ ਵੀ ਮਰੇ ਹੋਏ ਬੰਦੇ ਦੇ ਨਾਂ ਤੇ ਰੈਸਟੋਰੈਂਟ ਸੀਗਾ, ਤੇ ਮਰੇ ਹੋਏ ਬੰਦੇ ਤੇ ਨਾਂ ਤੇ ਮੰਨ ਲਓ ਕਿ ਜਿਵੇਂ ਕਿ ਜਨਵਰੀ ਤੱਕ ਦਾ ਲਾਇਸੈਂਸ ਲਿਆ ਹੋਇਆ ਉਹਨਾਂ ਨੇ, ਤੇ ਮਰਨ ਤੋਂ ਬਾਅਦ ਫਿਰ ਉਸ ਮਰੇ ਬੰਦੇ ਦੇ ਅਕਾਊਂਟ ਦੇ ਵਿੱਚੋਂ ਪੈਸੇ ਭੇਜ ਕੇ ਜਿਹੜਾ ਉਹਦੀ ਰਜਿਸਟ੍ਰੇਸ਼ਨ ਕਰਵਾਈ ਹੋਈ ਹੈਗੀ ਆ। ਮਤਲਬ ਇਹ ਹੁੰਦਾ ਫਰਜ਼ੀ ਬਾੜਾ, ਤੇ ਉਹ ਫਰਜ਼ੀ ਬਾੜੇ ਵਿੱਚ ਫਸ ਰਹੀ ਹੈ। ਇਸ ਕਰਕੇ ਹੁਣ ਕੋਸ਼ਿਸ਼ ਹੈ ਵੀ ਉੱਚੀ ਉੱਚੀ ਚੀਕਦੀ ਹੈ। ਹੁਣ ਉਹ ਚੀਕ ਕਿਹੜੀ ਗੱਲ ਨਹੀਂ ਰਹੀ ਹੈ, ਪਹਿਲਾਂ ਤਾਂ ਮੁੱਦਾ ਦੱਸ ਦਿੰਦਾ। ਕਾਂਗਰਸ ਦਾ ਲੋਕ ਸਭਾ ਦੇ ਵਿੱਚ ਵਿਰੋਧੀ ਤੇ ਆਗੂ ਅਧੀਰ ਰੰਜਨ ਚੌਧਰੀ, ਉਹ ਬੰਦੇ ਨੂੰ ਅਕਲ ਉਕਲ ਕੋਈ ਨਹੀਂ ਹੈਗੀ, ਕਿਉਂਕਿ ਹੁਣ ਜਦੋਂ ਕਾਂਗਰਸ ਵਿੱਚ ਸੰਸਦ ਮੈਂਬਰਾਂ ਦੀ ਗਿਣਤੀ ਘਟਣ ਲੱਗ ਗਈ ਤਾਂ ਬੇਅਕਲੇ ਬੰਦੇ ਵੀ ਅੱਗੇ ਆਉਣਗੇ। ਹੁਣ ਬੇਅਕਲਾ ਅੱਗੇ ਆ ਗਿਆ। ਪਿਛਲੀ ਵਾਰ ਤਾਂ ਮਲਕਾਰਜੁਨ ਖੜਗੇ ਸੀਗਾ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ। ਹੁਣ ਮਲਕਾਰਜੁਨ ਖੜਗੇ ਐਤਕੀ 19 ਚੋਣ ਹਾਰ ਗਿਆ, ਤੇ ਇਸ ਕਰਕੇ ਉਹਨੂੰ ਰਾਜ ਸਭਾ ਰਾਹੀਂ ਭੇਜ ਦਿੱਤਾ ਗਿਆ। ਉਹ ਰਾਜ ਸਭਾ ਦੇ ਵਿੱਚ ਹੈਗਾ ਵਿਰੋਧੀ ਧਿਰ ਦਾ ਨੇਤਾ, ਬਟ ਲੋਕ ਸਭਾ ਦੇ ਵਿੱਚ ਕੋਈ ਸਿਆਣਾ ਬੰਦਾ ਮਿਲਿਆ ਨਹੀਂ। ਤੇ ਇੱਕ ਦੋ ਸਿਆਣੇ ਜਿਹੜੇ ਸੀਗੇ ਉਹਨੂੰ ਸ਼ਸ਼ੀ ਥਰੂਰ ਵਰਗੇ, ਉਹਨਾਂ ਨੇ ਜ਼ਿੰਮੇਵਾਰੀ ਨਹੀਂ ਲਈ ਹੈਗੀ। ਸੋ ਅਧੀਰ ਰੰਜਨ ਚੌਧਰੀ ਨੇ ਦੂਜੀ ਤੀਜੀ ਵਾਰ ਇਹੋ ਜਿਹਾ ਮੂਰਖਾਨਾ ਬਿਆਨ ਦਿੱਤਾ। ਬਿਆਨ ਕੀ ਦਿੱਤਾ ਉਹਨੇ? ਉਹ ਕਹਿੰਦਾ ਕਿ ਦੇਖੋ ਜੀ ਅਸੀਂ ਰਾਸ਼ਟਰਪਤੀ ਕੋਲ ਜਾਂਦੇ ਹਾਂ, ਜਿਵੇਂ ਆਪ ਤੁਹਾਨੂੰ ਪਤਾ ਨਾ ਪਿਛਲੇ 2-3 ਦਿਨਾਂ ਦੇ ਵਿੱਚ ਕਾਂਗਰਸ ਤੇ ਜਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੂੰ ਬਰਖਾਸਤ ਕੀਤਾ ਗਿਆ ਵੀ ਸਾਨੂੰ ਜਿਹੜਾ ਮੌਕਾ ਨਹੀਂ ਮਿਲਦਾ, ਅਸੀਂ ਰਾਸ਼ਟਰਪਤੀ ਜੀ ਨੂੰ ਆਪਣੀ ਗੱਲ ਦੱਸਣੀ ਆ। ਹੁਣ ਪਤਾ ਨਹੀਂ ਮੈਂ ਰਾਸ਼ਟਰਪਤੀ ਜੀ ਕਹਾਂ ਜਾਂ ਰਾਸ਼ਟਰਪਤੀ ਜੀ ਕਹਾਂ, ਮਤਲਬ ਆਹ ਬੇਹੂਦਾ ਬਿਆਨ ਹੈ। ਤੇ ਦੂਜੇ ਪਾਸੇ ਫਿਰ ਸਿਮਰਤੀ ਇਰਾਨੀ ਨੇ ਇਸ ਨੂੰ ਚੱਕ ਲਿਆ ਵੀ ਦੇਖੋ ਜੀ ਇਹਨਾਂ ਨੂੰ ਇਹ ਕਾਂਗਰਸੀ ਐਂ ਸੋਚਦੇ ਨੇ, ਔਰਤ ਦੀ ਇੱਜ਼ਤ ਨਹੀਂ ਕਰਦੇ, ਇਹ ਤਾਂ ਆਦੀਵਾਸੀ ਔਰਤ ਦਾ ਅਪਮਾਨ ਹੈ ਫਲਾਨਾ। ਮਤਲਬ ਉਦੋਂ ਬਾਅਦ ਵਿੱਚ 3-4 ਵਾਰ ਮਾਫੀ ਵੀ ਮੰਗ ਗਿਆ। ਪਰ ਟੀਵੀ ਚੈਨਲ ਤੁਹਾਨੂੰ ਪਤਾ ਵੀ ਬੀਜੇਪੀ ਦੇ ਨੇ, ਉਹਨਾਂ ਨੇ ਉਹਨੇ ਅਧੀਰ ਰੰਜਨ ਦੀ ਮੰਗੀ ਹੋਈ ਮਾਫੀ ਤਾਂ ਨਹੀਂ ਦਿਖਾਈ, ਤੇ ਉਹਨਾਂ ਨੇ ਸਿਮਰਤੀ ਇਰਾਨੀ ਦੇ ਬਿਆਨ ਦਿਖਾਏ ਗਏ। ਹੁਣ ਜਿੰਨੀ ਬੇਇੱਜ਼ਤੀ ਮਤਲਬ ਮੈਨੂੰ ਲੱਗਦਾ ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਸਾਹਿਬਾਂ ਦੀ ਨਹੀਂ ਕੀਤੀ, ਉਸ ਤੋਂ ਦੁੱਗਣੀ ਤਾਂ ਸਿਮਰਤੀ ਇਰਾਨੀ ਨੇ ਕਰ ਦਿੱਤੀ। ਉਹ ਕਿੱਦਾਂ? ਉਹਨੇ ਤਾਂ ਆਹੀ ਕਿਹਾ ਸੀ ਨਾ ਵੀ ਰਾਸ਼ਟਰਪਤੀ ਪਤਨੀ ਹੈ, ਰਾਸ਼ਟਰਪਤੀ ਦੀ ਜਗ੍ਹਾ ਜਿਹੜੀ ਕਹਿੰਦੇ ਮਾਫੀ ਮੰਗ ਲਈ। ਮੈਂ ਪਹਿਲੇ ਹੀ ਕਹਿ ਰਿਹਾ ਬੇਹੂਦਾ ਬਿਆਨ। ਪਰ ਜਿਵੇਂ ਇਹਨੇ ਕਿਹਾ ਵੀ ਇੱਕ ਗਰੀਬ ਦੀ ਬੱਚੀ ਦਾ ਅਪਮਾਨ ਕੀਤਾ, ਇੱਕ ਆਦੀਵਾਸੀ ਬੱਚੀ ਦਾ ਅਪਮਾਨ ਕੀਤਾ, ਇਹਨੂੰ ਚੀਕ ਚੀਕ ਕੇ ਦੱਸਣਾ, ਉਹ ਖੁਦ ਕਈ ਵਾਰ ਬੇਇੱਜ਼ਤੀ ਹੋ ਜਾਂਦੀ ਹੈ। ਠੀਕ ਹੈ, ਤੇ ਹੁਣ ਸਵਾਲ ਇਹ ਹੈਗਾ ਕਿ ਪਹਿਲੀ ਗੱਲ ਤਾਂ ਅਸੀਂ ਐਂ ਕਰ ਲੈਂਦੇ ਹਾਂ ਵੀ ਜੇ ਔਰਤ ਵਾਲਾ ਹੀ ਮੁੱਦਾ ਨਾ, ਪਹਿਲਾਂ ਤਾਂ ਮੈਂ ਕੱਲਾ ਨਾਂ ਗਿਣਾ ਦਿੰਦਾ ਕਿ ਬੀਜੇਪੀ ਦੇ ਲੀਡਰਾਂ ਨੇ ਕਦੋਂ ਕਦੋਂ ਇੱਜ਼ਤ ਕੀਤੀ ਸੀ ਤੇ ਸਿਮਰਤੀ ਇਰਾਨੀ ਬੋਲੀ ਕਿਉਂ ਨਹੀਂ ਹੈਗੀ। ਨੰਬਰ 1 ਨਰਿੰਦਰ ਮੋਦੀ, ਗੁਜਰਾਤ ਦੇ ਵਿੱਚ ਹੋਏ ਦੰਗੇ, ਕਤਲੇਆਮ ਮਾਫ ਕਰਨਾ, ਤੇ ਉਹ ਨਰਿੰਦਰ ਮੋਦੀ ਕਹਿੰਦਾ ਕਿ ਮੁਸਲਮਾਨ ਔਰਤਾਂ ਨਿਆਣੇ ਜੰਮਣ ਵਾਲੀਆਂ ਫੈਕਟਰੀਆਂ ਨੇ। ਸਿਮਰਤੀ ਇਰਾਨੀ ਤੱਕ ਕਦੇ ਕੁਛ ਨਹੀਂ ਬੋਲੀ, ਤੇ ਨਾ ਉਹਨਾਂ ਨੇ ਮੋਦੀ ਨੂੰ ਕਿਹਾ ਕਦੇ ਮਾਫੀ ਮੰਗ। ਫਿਰ ਉਸ ਤੋਂ ਬਾਅਦ ਵਿੱਚ ਚਲੋ ਕੋਈ ਇਹ ਕਹਿ ਸਕਦਾ ਕਿ ਸਿਮਰਤੀ ਇਰਾਨੀ ਉਦੋਂ ਸਿਆਸਤ ਵਿੱਚ ਨਹੀਂ ਆਈ ਸੀਗੀ। ਚਲੋ ਜਦੋਂ ਆਈ ਸੀ ਉਦੋਂ ਦੀ ਗੱਲ ਕਰ ਲੈਂਦੇ ਆ। ਸ਼ਸ਼ੀ ਥਰੂਰ ਦੀ ਘਰ ਵਾਲੀ ਸੁਨੰਦਾ ਪੁਸ਼ਕਰ ਜਿਹਦੀ ਡੈਥ ਹੋ ਚੁੱਕੀ ਹੈ, ਤੇ ਉਹਨੂੰ 50 ਕਰੋੜ ਦੀ ਪ੍ਰੇਮਿਕਾ ਕਿਹਾ, ਤੇ ਉਦੋਂ ਸਿਮਰਤੀ ਇਰਾਨੀ ਨੇ ਕਦੇ ਇਤਰਾਜ਼ ਨਹੀਂ ਪ੍ਰਗਟ ਕੀਤਾ। ਫਿਰ ਵੀ ਕਹਿ ਸਕਦੇ ਆ ਵੀ ਚਲੋ ਉਦੋਂ ਸਿਮਰਤੀ ਇਰਾਨੀ ਜੀ ਸੰਸਦ ਮੈਂਬਰ ਨਹੀਂ ਸੀ। ਚਲੋ ਜਦੋਂ ਸੰਸਦ ਮੈਂਬਰ ਸੀ ਉਦੋਂ ਗੱਲ ਕਰ ਲੈਂਦੇ ਆ। ਕਾਂਗਰਸ ਦੀ ਇੱਕ ਨੇਤਾ ਨੂੰ ਮੋਦੀ ਕਹਿੰਦਾ ਕਿ ਤੇਰਾ ਹਾਸਾ ਸਰੂਪ ਨਖਾਰਗਾ, ਤੇ ਸਿਮਰਤੀ ਇਰਾਨੀ ਬਿਲਕੁਲ ਕੋਲ ਬੈਠੀ ਸੀ, ਚੁੱਪ ਰਹੀ। ਇਸੇ ਤਰ੍ਹਾਂ ਹੀ ਹਰਿਆਣੇ ਦਾ ਮੁੱਖ ਮੰਤਰੀ ਖੱਟੜ ਕਹਿ ਰਿਹਾ ਔਰਤਾਂ ਬਾਰੇ ਕਿ ਔਰਤਾਂ ਕਿਹੜੀ ਆਜ਼ਾਦੀ ਦੀ ਗੱਲ ਕਰਦੀਆਂ ਨੇ, ਕੀ ਇਹਨਾਂ ਨੇ ਨੰਗੇ ਹੋਣ ਦੀ ਆਜ਼ਾਦੀ ਲੈਣੀ ਹੈਗੀ ਆ। ਤੇ ਇਸੇ ਤਰ੍ਹਾਂ ਹਰਿਆਣੇ ਦਾ ਇੱਕ ਮੰਤਰੀ ਹੋਰ ਕਹਿੰਦਾ ਬੀਜੇਪੀ ਦਾ ਕਿ ਰੇਪ ਤਾਂ ਨਾਰਮਲ ਗੱਲ ਹੈ, ਕੋਈ ਗੱਲ ਨਹੀਂ, ਰੇਪ ਦੇ ਵਿੱਚ ਔਰਤ ਨੂੰ ਵੀ ਤਾਂ ਮਜ਼ਾ ਆਉਂਦਾ ਹੀ ਹੈ ਜਿਹਦੇ ਨਾਲ ਰੇਪ ਹੁੰਦਾ। ਇਹ ਹਰਿਆਣੇ ਦੇ ਮੰਤਰੀ ਦਾ। ਫਿਰ ਤੁਹਾਨੂੰ ਕੁਲਦੀਪ ਸੈਂਗਰ ਜਿਹੜਾ ਇੱਕ ਦਲਿਤ ਕੁੜੀ ਨਾਲ ਰੇਪ ਕਰਦਾ, ਸਿਮਰਤੀ ਇਰਾਨੀ ਦੇ ਮੂੰਹ ਦੇ ਵਿੱਚ ਦਹੀਂ ਜੰਮ ਜਾਂਦਾ। ਤੇ ਯੋਗੀ ਆਦਿੱਤਿਆਨਾਥ ਕਈ ਵਾਰ ਔਰਤ ਵਿਰੋਧੀ ਖੁਦ ਬਿਆਨ ਦਿੰਦਾ, ਸਿਮਰਤਾ ਇਰਾਨੀ ਦਾ ਕਦੇ ਬਿਆਨ ਨਹੀਂ ਆਇਆ। ਉਹ ਗਿਣਾ ਦਿੰਦਾ ਮੈਂ। ਹਿੰਦੂ ਜੋੜੇ ਨੂੰ 6 ਨਿਆਣੇ ਜੰਮਣੇ ਚਾਹੀਦੇ, ਜਦੋਂ ਤੱਕ ਬਾਹਰ ਨਹੀਂ ਆਉਂਦਾ ਉਹ ਜੇਲ੍ਹ 6 ਨਿਆਣੇ ਜੰਮਦੇ ਜੇਲ੍ਹ ਚੋਂ ਬਾਹਰ ਨਹੀਂ ਕੱਢਾਂਗੇ। ਮੁੱਖ ਮੰਤਰੀ ਬਣਨ ਤੋਂ ਪਹਿਲਾਂ ਦਾ ਬਿਆਨ ਸੀ ਇਹਦਾ। ਇੱਕ ਹੋਰ ਬਿਆਨ ਹੈ ਇਹਦੀ ਆਪਣੀ ਹਿੰਦੂ ਵਾਹਿਨੀ ਸੈਨਾ ਯੋਗੀ ਆਦਿੱਤਿਆਨਾਥ ਦੀ, ਮੁਸਲਮਾਨ ਔਰਤਾਂ ਨੂੰ ਕਬਰਾਂ ਚੋਂ ਕੱਢ ਕੇ ਰੇਪ ਕਰੋ, ਇਹਦੀ ਹਾਜ਼ਰੀ 'ਚ ਕਿਹਾ ਗਿਆ, ਇਹਨੇ ਕੱਖ ਨਹੀਂ ਕਿਹਾ ਹੈਗਾ। ਹੋਰ ਸੁਣੋ ਇੱਕ ਬਿਆਨ, ਇਹ ਬੀਜੇਪੀ ਦੇ ਇੱਕ ਜਿਹੜੇ MP ਦਾ ਇਹ ਕਹਿਣਾ ਹੈਗਾ ਕਿ ਜਿਹੜੀ ਔਰਤ ਹੈ, ਔਰਤ ਮਰਦ ਦੇ ਥੱਲੇ ਲੱਗੀ ਹੀ ਚੰਗੀ ਰਹਿੰਦੀ ਹੈ। ਯੋਗੀ ਆਦਿੱਤਿਆਨਾਥ ਦਾ ਸੁਣੋ
ਕਿ ਔਰਤ ਗਲਤ ਦਿਸ਼ਾ ਵੱਲ ਨਾ ਹੋਵੇ, ਇਸ ਕਰਕੇ ਉਹਦੀਆਂ ਇੱਛਾਵਾਂ ਨੂੰ ਕੰਟਰੋਲ ਮਰਦ ਹੀ ਕਰ ਸਕਦਾ ਹੈਗਾ। ਇਹ ਜਿਹੜੇ ਬਿਆਨ ਨੇ, ਇੱਕ ਤੋਂ ਬਾਅਦ ਇੱਕ ਰੇਪ ਦੇ ਮਾਮਲੇ ਆਏ, ਸਿਮਰਤੀ ਇਰਾਨੀ ਚੁੱਪ ਰਹੀ। ਹੁਣ ਸਿਮਰਤੀ ਇਰਾਨੀ ਕਹਿ ਰਹੀ ਹੈ ਕਿ ਔਰਤਾਂ ਦੀ ਬੇਇੱਜ਼ਤੀ ਹੋਈ ਆ। ਹੁਣ ਆਦੀਵਾਸੀ ਔਰਤਾਂ ਬਾਰੇ ਵੀ ਸੁਣ ਲਓ। ਸੋਨੀ ਸੋਰੀ ਬਾਰੇ ਮੈਂ ਪਿਛਲੀ ਵਾਰ ਗੱਲ ਕਰਕੇ ਹਟਿਆ ਸੀਗਾ ਵੀ ਪੁਲਿਸ ਨੇ ਬੀਜੇਪੀ ਦੀ ਸਰਕਾਰ ਵੇਲੇ ਉਹਨੂੰ ਜੇਲ੍ਹ 'ਚ ਡੱਕ ਕੇ ਉਹਦੇ ਨਾਲ ਰੇਪ ਕੀਤਾ, ਉਹਦੇ ਗੁਪਤ ਅੰਗਾਂ 'ਚ ਰੋੜੇ ਬਾੜੇ। ਸਿਮਰਤੀ ਇਰਾਨੀ ਉਹਨੂੰ ਉਦੋਂ ਆਦੀਵਾਸੀ ਔਰਤ ਦਾ ਕਿਉਂ ਨਹੀਂ ਦਰਦ ਯਾਦ ਆਉਂਦਾ ਵੀ? ਤੇ ਅੱਛਾ, ਆਦੀਵਾਸੀਆਂ ਦਾ ਆਏ ਦਿਨ ਰੇਪ ਹੁੰਦਾ ਔਰਤਾਂ ਦੇ ਨਾਲ, ਆਏ ਦਿਨ ਉਹਨਾਂ ਦੇ ਘਰ ਜਾਲੇ ਜਾਂਦੇ ਆ, ਆਏ ਦਿਨ ਉਹਨਾਂ ਦੇ ਜਿਹੜਾ ਏਦਾਂ ਹੀ ਬੁਰੇ ਢੰਗ ਨਾਲ ਰੇਪ ਹੁੰਦਾ, ਜਿਵੇਂ ਮੈਂ ਸੋਨੀ ਸੋਰੀ ਬਾਰੇ ਦੱਸਿਆ। ਸਿਮਰਤੀ ਇਰਾਨੀ ਚੁੱਪ ਹੈ। ਸਿਮਰਤੀ ਇਰਾਨੀ ਨੂੰ ਤਾਂ ਇਹ ਨਹੀਂ ਪਤਾ ਵੀ ਉਹਨਾਂ ਦੇ ਜਲ ਜੰਗਲ ਜ਼ਮੀਨ ਖੋਏ ਜਾ ਰਹੇ ਨੇ ਤੇ ਉਹਦੇ ਤੇ ਬੋਲੀ ਕਿਉਂ ਨਹੀਂ ਹੈਗੀ। ਅਸਲ 'ਚ ਇਹ ਭੇਖ ਆ। ਸੰਸਦ ਵਿੱਚ ਕਈ ਵਾਰ, ਅੱਛਾ ਇਸੇ ਸੰਸਦ ਵਿੱਚ ਬੀਜੇਪੀ ਦੇ ਬੰਦਿਆਂ ਨੇ ਕਈ ਵਾਰ ਔਰਤ ਵਿਰੋਧੀ ਬਕਵਾਸ ਕੀਤੀ ਹੈ, ਸੋਨੀਆ ਗਾਂਧੀ ਦੇ ਵਿਰੁੱਧ ਕੀਤੀ ਹੈ, ਤੇ ਇਹ ਸਿਮਰਤੀ ਇਰਾਨੀ ਕਦੇ ਨਹੀਂ ਬੋਲੀ। ਹੁਣ ਮਸਲਾ ਕੀ ਆ? ਮਸਲਾ ਦੋ ਨੇ। ਪਹਿਲਾਂ ਤਾਂ ਇਹ ਆਪ ਘਿਰੀ ਹੋਈ ਹੈ, ਉੱਚੀ ਬੋਲ ਕੇ ਡਰਾਉਣਾ ਚਾਹੁੰਦੀ ਹੈ, ਉੱਚੀ ਬੋਲ ਕੇ ਗੋਦੀ ਮੀਡੀਆ ਇਹਨੂੰ ਚੰਡੀ ਦੇਵੀ ਬਣਾਉਣਾ ਚਾਹੁੰਦਾ, ਤੇ ਤਾਂ ਜੋ ਕਿ ਇਹਦਾ ਗੁਨਾਹ ਢੱਕਿਆ ਜਾਵੇ। ਦੂਜਾ ਹੈਗਾ ਕਿ ਮਹਿੰਗਾਈ ਹੈ, ਬੇਰੁਜ਼ਗਾਰੀ ਹੈ, ਬੁਰਾ ਹਾਲ ਹੈ, ਇਹ ਸਾਰੇ ਦੀ ਜ਼ਿੰਮੇਵਾਰੀ ਮੋਦੀ ਤੇ ਆਉਂਦੀ ਹੈ। ਹੁਣ ਮੋਦੀ ਦੀ ਜ਼ਿੰਮੇਵਾਰੀ ਨਾ ਆਵੇ, ਇਹਦੇ ਲਈ ਇੱਕ ਤਾਂ ਡਰਾਮਾ ਕਰੋ ਕਿ ਵਿਰੋਧੀ ਧਿਰ ਨੂੰ ਤੰਗ ਕਰੋ। ਜਿਵੇਂ ਹੁਣ ਈਡੀ ਨੇ ਸੋਨੀਆ ਗਾਂਧੀ ਦੇ 3 ਦਿਨ ਲਵਾਤੇ, 5 ਦਿਨ ਰਾਹੁਲ ਗਾਂਧੀ ਦੇ ਲਵਾਤੇ, ਅਜੇ ਤੱਕ 1 ਰੁਪਈਆ ਨਹੀਂ ਫੜਿਆ ਗਿਆ ਹੈਗਾ। ਹੁਣ ਤਾਂ ਸੁਪਰੀਮ ਕੋਰਟ ਨੇ ਵੀ ਅਧਿਕਾਰ ਦਿੱਤਾ ਈਡੀ ਨੂੰ ਵੀ ਤੂੰ ਗ੍ਰਿਫਤਾਰ ਕਰ ਸਕਦਾ, ਮੋਹਰ ਲਾ ਦਿੱਤੀ ਆ, ਪਰ ਈਡੀ ਨੇ ਗ੍ਰਿਫਤਾਰ ਨਹੀਂ ਕੀਤਾ ਕਿਉਂਕਿ ਪੱਲੇ ਕੁਛ ਨਿਕਲਿਆ ਹੀ ਨਹੀਂ ਹੈਗਾ। ਸਿਰਫ ਇਸ ਲਈ ਕਿ ਇਹਦੇ ਨਾਲ ਬਦਨਾਮੀ ਹੋ ਜਾਂਦੀ ਹੈ, ਲਾਲਾ ਹੋ ਜਾਂਦੀ ਹੈ, ਮੀਡੀਆ ਇਹਨਾਂ ਦਾ ਉਹ ਰੌਲਾ ਪਾ ਲੈਂਦਾ। ਸੋ ਵਿਰੋਧੀ ਧਿਰ ਨੂੰ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਛਾਪਾ ਮਰਾ ਦਿੱਤਾ, ਫਿਰ ਉਹਦਾ ਰੌਲਾ ਪਈ ਜਾਊਗਾ, ਫਿਰ ਜਿਹੜਾ ਬਲੇਮ ਵਿਰੋਧੀ ਧਿਰ ਨੂੰ ਤਾਂ ਉਸ ਤੋਂ ਬਾਅਦ ਵਿੱਚ ਜਿਹੜਾ ਆਪਣੇ ਗੁਨਾਹ ਨੇ ਵੀ ਬੇਰੁਜ਼ਗਾਰੀ ਕਿਉਂ ਭਾਈ ਵੱਧ ਗਈ, ਡਾਲਰ ਦਾ ਰੇਟ ਰੁਪਈਏ ਤੋਂ ਕਿਉਂ ਦੁੱਗਣਾ ਤਿੱਗਣਾ ਛਾਲਾ ਮਾਰ ਰਿਹਾ, ਰੁਪਈਆ ਕਿਉਂ ਡਿੱਗ ਰਿਹਾ, ਕਿਉਂ ਜਿਹੜਾ ਹੈਗਾ ਕਿਸਾਨਾਂ ਦਾ ਮੁੱਦਾ ਠੀਕ ਨਹੀਂ ਹੋਇਆ, ਕਿਉਂ ਜਿਹੜਾ ਹੈਗਾ ਲਗਾਤਾਰ ਭਾਰਤ ਪਿੱਛੇ ਜਾ ਰਿਹਾ ਆਰਥਿਕ ਤੌਰ ਦੇ ਉੱਤੇ, ਕਿਉਂ ਜਿਹੜਾ ਬੇਰੁਜ਼ਗਾਰੀ ਵੱਧ ਰਹੀ ਆ, ਕਿਉਂ ਨੌਜਵਾਨ ਜਿਹੜੇ ਹੈਗੇ ਆ ਮਰ ਰਹੇ ਨੇ, ਕਿਉਂ ਭਾਰਤ ਜਿਹੜਾ ਹੈਗਾ ਆਜ਼ਾਦੀ ਦੇ ਮਾਮਲੇ 'ਚ ਵਿੱਚ ਸ਼ਖਸੀ ਆਜ਼ਾਦੀ ਦੇ ਮਾਮਲੇ 'ਚ ਪਿੱਛੇ ਆ, ਕਿਉਂ ਭਾਰਤ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਜਿਹੜੇ ਮਰਦੇ ਨੇ ਉਹਨਾਂ 'ਚ ਭਾਰਤ ਨੇ ਦੂਜਾ ਸਥਾਨ ਜਾਂ ਤੀਜਾ ਸਥਾਨ ਮੰਨ ਲਿਆ। ਇਹ ਤਮਾਮ ਮੁੱਦਿਆਂ ਤੋਂ ਬਚਣ ਲਈ ਡਰਾਮੇ ਹੋ ਰਹੇ ਨੇ। ਤੇ ਸਿਮਰਤੀ ਇਰਾਨੀ ਤੁਹਾਨੂੰ ਪਤਾ ਵੀ ਅਦਾਕਾਰਾ ਹੈਗੀ ਆ, ਉਹ ਸੰਸਦ ਦੇ ਵਿੱਚ ਉਹਨਾਂ ਨੇ 4-5 ਵਾਰ ਪਹਿਲਾਂ ਵੀ ਡਰਾਮੇ ਕੀਤੇ ਤੇ ਅੱਜ ਵੀ ਡਰਾਮਾ ਕਰ ਰਹੀ ਹੈ। ਖਾਲਸਾ ਜੀ ਸਤਿ ਸ੍ਰੀ ਅਕਾਲ ਜੀ, ਆਉਣੇ ਰਹੋ। ਹਾਂਜੀ ਧੰਨਵਾਦ ਸਾਹਿਬ। ਹਾਂਜੀ ਜੀ ਕਾ ਖਾਲਸਾ ਜੀ ਕੀ ਫਤਿਹ ਜੀ। ਅਰਥ ਇਹ ਹੈ ਕਿ ਵਾਕਈ ਤੁਸੀਂ ਢੱਕਣ ਉਹ ਚੱਕਿਆ, ਥੱਲਿਓਂ ਬਹੁਤ ਕੁਝ ਨਿਕਲਿਆ। ਸੁਰਿੰਦਰ ਸਿੰਘ ਹੋਣਾ ਨੇ ਕੱਲੀ ਕੱਲੀ ਗੱਲ ਗਿਣਾਤੀ। ਜਿਸ ਪਾਰਟੀ ਦਾ ਦਾਰੋਮਦਾਰੀ ਝੂਠ ਬੋਲਣ ਤੇ ਹੈ ਉਹਨੂੰ ਆਪਾਂ ਕੀ ਕਰ ਸਕਦੇ ਹਾਂ। ਔਰ ਤੁਸੀਂ ਦੇਖ ਲਓ ਬਈ ਜਿਹੜਾ ਕੁਝ ਵੀ ਕਿਤੇ ਵੀ ਤਰੀਕਾ ਜੋ ਵਰਤਿਆ ਤਾਂ ਜਿਹੜੇ ਇਹ ਛੜੇ ਸਟਾਂਕ ਬਣੇ ਹੋਏ ਆ ਅੱਗੇ ਮੋਦੀ ਐਂਡ ਕੰਪਨੀ ਦਿੱਤਿਆ ਨਾਸ ਤੇ ਇੱਕ ਹਰਿਆਣੇ ਵਾਲਾ ਜਿਹੜਾ ਕਹਿੰਦਾ ਕਸ਼ਮੀਰ ਦੀਆਂ ਕੁੜੀਆਂ ਲਿਆਵਾਂਗੇ, ਇਹਨੂੰ ਸ਼ਰਮ ਨਹੀਂ ਆਉਂਦੀ ਇਹਦੇ ਮੂੰਹ ਤੇ? ਉਹ ਕੀ ਹੈ ਨਾ, ਉਹ ਧੌਲੇ ਆਏ ਹੋਏ ਆ ਤੇ ਕਿੰਨੀ ਇਹਦੀ ਉਮਰ ਹੈ ਤੇ ਕੀ ਬੋਲਦਾ ਹੈ। ਇਹ ਚੰਗਾ, ਇਹਨਾਂ ਦੇ ਇਲਾਜ ਨਹੀਂ ਹੈ ਕੋਈ, ਨਹੀਂ ਤਾਂ ਇਹਨਾਂ ਦੀ ਇਲਾਜ ਨੂੰ ਉਹ ਸਹਿਣੇ ਪੈਣੇ ਸੀ ਲੋਕਾਂ ਦੇ ਤਾਨੇ ਬਈ ਛੋਡੇ ਪਿਓ ਨੇ ਇਹ ਕੁਛ ਕੀਤਾ। ਜੇ ਹੁੰਦੀ ਤਾਂ ਬੋਲਦੇ ਹੀ ਨਾ ਜੀ ਖਾਲਸਾ ਜੀ, ਜੇ ਹੁੰਦੀ ਤਾਂ ਬੋਲਦੇ ਹੀ ਨਾ। ਅੱਛਾ, ਤੇ ਇਹ ਪੁੱਤ ਧੀ ਤਾਂ ਇਹਨਾਂ ਦੇ ਹੈ ਨਹੀਂ, ਪਰ ਮਾਂ ਤਾਂ ਹੋਊਗੀ ਨਾ, ਮਾਂ ਤਾਂ ਔਰਤ ਸੀ ਨਾ। ਤੇ ਦੂਜੇ ਮੈਂ ਇੱਕ ਜਿਹੜੀ ਇੰਪੋਰਟੈਂਟ ਗੱਲ ਅੱਜ ਕਰਨੀ ਚਾਹੁੰਦਾ ਬਈ ਜਿਵੇਂ ਬਾਦਲਾਂ ਦੀਆਂ ਬੱਸਾਂ ਏਅਰਪੋਰਟ ਤੱਕ ਜਾਂਦੀਆਂ ਰਹੀਆਂ ਤੇ ਕੇਜਰੀਵਾਲ ਦਾ ਕੁਛ ਲੈਣ ਦੇਣ ਹੀ ਹੋਊਗਾ ਕਿਉਂਕਿ ਗਵਰਨਮੈਂਟ ਦੀਆਂ ਬੱਸਾਂ ਜਾਣ ਨਹੀਂ ਦਿੱਤੀਆਂ ਤੇ ਹੁਣ ਜਾਂਦੀਆਂ ਉਹ ਵੀ ਪਿੱਛੇ ਰਹਿੰਦੀਆਂ ਤੇ 9 ਨੰਬਰ ਉਹ ਗੇਟ ਤੋਂ ਇੱਕ ਗੱਡੀ ਖੜੀ ਹੁੰਦੀ ਆ, ਉੱਥੋਂ ਸਵਾਰੀਆਂ ਨੂੰ ਲੈ ਕੇ ਉੱਥੇ ਚੜਾਇਆ ਜਾਂਦਾ। ਤੇ ਕਿਤੇ ਇਹ ਤਾਂ ਨਹੀਂ ਵੀ ਇਹ ਨਵਾਂ ਜਿਹੜਾ ਏਜੀ ਐਡਵੋਕੇਟ ਜਨਰਲ ਜਿਹੜਾ ਜੀ ਤੇ ਇਹ ਕੁਝ ਲੈਣ ਦੇਣ ਕਰਕੇ, ਕਿਉਂਕਿ ਬਾਦਲ ਕੇ ਬਹੁਤ ਅਮੀਰ ਨੇ ਤੇ ਕੇਜਰੀਵਾਲ ਜਿਹੜਾ ਹੈ ਕੁਝ ਆਪਦੀਆਂ ਜੇਬਾਂ ਭਰ ਕੇ ਜਿਹੜਾ ਬੇਅਦਬੀ ਦਾ ਮਸਲਾ ਕਿਤੇ ਇੱਧਰ ਉੱਧਰ ਤਾਂ ਨਹੀਂ ਕਰ ਦੂਗਾ। ਇਹ ਜਰਾ ਕਿ ਇਹਦੇ ਤੇ ਪਰਦਾ ਚੱਕਿਓ। ਬਹੁਤ ਤੁਹਾਡਾ ਧੰਨਵਾਦ। ਇਹ ਵੀ ਅੱਜ ਜਸਵਿੰਦਰ ਜੀ ਬੜੀ ਚਰਚਾ ਹੋ ਰਹੀ ਹੈ ਨਵੇਂ ਏਜੀ ਦੇ ਮਾਮਲੇ ਦੇ ਉੱਤੇ। ਹਾਂ, ਇਹ ਟਾਕ ਆਫ ਦੀ ਸੋਸ਼ਲ ਮੀਡੀਆ ਹੈ ਜੀ। ਹੁਣ ਦੇਖੋ ਬੰਦੇ ਦਾ ਜਿਹੜਾ ਲਾਇਆ ਉਹਦਾ ਹੁਣ ਅੱਗਾ ਪਿੱਛਾ ਜਿਹੜਾ ਕਰੈਕਟਰ ਆ ਉਹ ਤਾਂ ਹੈਗਾ ਸੱਚੀ ਮੁੱਚੀ ਨਵਾਂ ਏਜੀ ਹੈ। ਜਿਹੜਾ ਸਰਸੇ ਵਾਲੇ ਮਾਮਲੇ 'ਚ ਉਹਦਾ ਦੇਖ ਲਓ, ਜਿਹੜਾ ਬੇਅਦਬੀ ਵਾਲੇ ਮਾਮਲੇ 'ਚ ਉਹਦਾ ਦੇਖ ਲਓ, ਉਹ ਅੱਗਾ ਪਿੱਛਾ ਤਾਂ ਹੀ ਦੱਸਦਾ। ਹੁਣ ਦੇਖੋ ਇਹਨਾਂ ਨੇ
ਆਮ ਆਦਮੀ ਪਾਰਟੀ ਨਾਲ ਜੇ ਚੋਣਾਂ ਵੇਲੇ ਵੀ ਤੁਸੀਂ ਦੇਖੋ, ਪਹਿਲਾਂ ਤਾਂ ਇਹਨਾਂ ਨੇ ਬੇਅਦਬੀ ਵਾਲੇ ਮੁੱਦੇ ਤੇ ਕੋਈ ਖਾਸ ਬੋਲੇ ਨਹੀਂ ਹੈਗੇ। ਜਦੋਂ ਲੱਗਿਆ ਕਿ ਥੋੜਾ ਜਿਹਾ ਮੁੱਦਾ ਬਣਦਾ ਜਾ ਰਿਹਾ, ਉਦੋਂ ਕਹਿੰਦੇ ਸੀ ਕਿ ਅਸੀਂ ਇਨਸਾਫ ਦਵਾਵਾਂਗੇ। ਪਹਿਲਾਂ ਤਾਂ ਕੇਜਰੀਵਾਲ ਦੀ ਖੁਦ ਵੀਡੀਓ ਚੱਕ ਕੇ ਦੇਖ ਲਓ, ਮਤਲਬ ਚੋਣਾਂ ਦੌਰਾਨ ਹੀ, ਵੀ ਇਹ ਮੁੱਦਾ ਨਹੀਂ ਹੈਗਾ। ਇਹ ਇੱਥੋਂ ਤੱਕ ਵੀ ਕਿਹਾ ਇਹਨੇ ਆਪਣੀ ਜਿਹੜਾ ਹੈਗਾ ਚੋਣ ਪ੍ਰਚਾਰ ਦੇ ਦੌਰਾਨ। ਤੇ ਜਦੋਂ ਬਾਅਦ ਵਿੱਚ ਮੁੱਦਾ ਬਣਿਆ, ਫਿਰ ਇਹਨੇ ਗੋਲਮੋਲ ਜੀ ਗੱਲ ਕਰਨ ਲੱਗ ਗਿਆ। ਫਿਰ ਉਸ ਤੋਂ ਬਾਅਦ ਲੱਗਿਆ ਕਿ ਨਹੀਂ, ਹੁਣ ਤਾਂ ਸਰਨਾ ਨਹੀਂ, ਥੋੜਾ ਜਿਹਾ ਇਹਦੇ ਤੇ ਵੀ ਬੋਲ ਲਓ, ਕਿਤੇ ਵੋਟਾਂ 2-4 ਘਟ ਨਾ ਜਾਣ। ਤੇ ਫਿਰ ਕਿਹਾ ਕਿ ਨਹੀਂ, ਅਸੀਂ ਇਹਦੇ ਤੇ ਜਿਹੜਾ ਕੰਮ ਕਰਾਂਗੇ। ਖੈਰ ਮੈਨੂੰ ਲੱਗਦਾ ਨਹੀਂ ਹੈਗਾ, ਕਿਉਂਕਿ ਨਾ ਅਸਲ ਵਿੱਚ ਜਿਵੇਂ ਉਹ ਕਹਿੰਦੇ ਹੁੰਦੇ ਨੇ ਵੀ ਸਿਆਸਤਦਾਨ ਸਾਰੇ ਨਾ ਉੱਤੋਂ ਮਿਲੇ ਹੀ ਹੋਏ ਹੁੰਦੇ ਹੈਗੇ। ਤੇ ਜਦੋਂ ਇੱਕ ਸਿਆਸਤਦਾਨ ਕੇਜਰੀਵਾਲ ਵਰਗਾ ਮਜੀਠੀਏ ਤੋਂ ਮਾਫੀ ਮੰਗ ਸਕਦਾ, ਤਾਂ ਇਸ ਤੋਂ ਬਾਅਦ ਤੁਸੀਂ ਹੋਰ ਕੀ ਉਦਾਹਰਨ ਦੇ ਸਕਦੇ ਹੋ? ਤੇ ਮਾਫੀ ਮੰਗਣ ਪਿੱਛੇ ਬਹੁਤ ਟੁੱਚੀ ਜੀ ਦਲੀਲ ਦਿੱਤੀ ਹੈ ਕਿ ਮੈਨੂੰ ਐਵੇਂ ਜੀ ਖੱਜਲ ਖੁਆਰੀ ਹੋਣੀ ਪੈਣੀ ਸੀ, ਥਾਣਿਆਂ ਵੱਲ ਜਾਣਾ ਪੈਂਦਾ ਸੀਗਾ, ਫਿਰ ਕੋਰਟ ਕਚਹਿਰੀ ਵੱਲ ਜਾਣਾ ਪੈਣਾ ਸੀ, ਮੈਂ ਤਾਂ ਮਾਫੀ ਮੰਗੀ ਹੈ। ਤੇ ਹੁਣ ਮਸਲਾ ਇਹੀ ਹੈ ਕਿ ਭਾਈ ਜੇ ਇਹੀ ਗੱਲ ਹੈਗੀ ਹੈ ਤਾਂ ਫਿਰ ਤੇਰੇ ਨਾਲ ਤਾਂ ਲਾਲੂ ਪ੍ਰਸ਼ਾਦ ਵਧੀਆ ਸੀਗਾ। ਉਹ ਭਾਵੇਂ ਇੱਕ ਭ੍ਰਿਸ਼ਟਾਚਾਰ ਦੇ ਦੋਸ਼ 'ਚ ਗਿਆ, ਪਰ ਜੇਲ੍ਹ ਜਾਣ ਤੋਂ ਨਹੀਂ ਡਰਦਾ ਸੀਗਾ ਉਹ। ਤੇ ਤੂੰ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਕ੍ਰਾਂਤੀਕਾਰੀ ਹਾਂ ਬਹੁਤ ਵੱਡਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈਗਾ ਵੀ ਇਹਦੇ ਵਿੱਚ ਨਾ ਪੂਰੀ ਸੰਭਾਵਨਾ ਹੈਗੀ ਜਿਹੜੇ ਸਾਡੇ ਕੌਲਰ ਸਾਹਿਬ ਨੇ ਜਿਤਾਈ ਹੈ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਜੀ 9216410666 ਦੇ ਉੱਤੇ। ਤੇ ਹੁਣ ਜਿਵੇਂ ਆਪਾਂ ਗੱਲ ਕਰੀਏ ਜਿਹੜੀਆਂ ਈਡੀ ਦੀਆਂ ਸਪੈਸ਼ਲ ਤਾਕਤਾਂ ਦੀ ਤੁਸੀਂ ਵਿਚਾਲੇ ਜੇ ਗੱਲ ਕਰਕੇ ਹਟੇ ਸੀਗੇ ਵੀ ਸੁਪਰੀਮ ਕੋਰਟ ਨੇ ਜਿਹੜੀ ਮੋਹਰ ਲਾਈ, ਉਹਨੂੰ ਐਲੈਬੋਰੇਟ ਕਰਕੇ ਦੇਖੀ ਤਾਂ ਕੀ ਚੀਜ਼ ਨਜ਼ਰ ਆਉਂਦੀ ਹੈ? ਅਸਲ 'ਚ ਇੱਕ ਸੁਪਰੀਮ ਕੋਰਟ ਦੇ ਕੋਲ ਨਾ ਇੱਕ ਅਰਜ਼ੀ ਗਈ ਸੀਗੀ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਈਡੀ ਦੀਆਂ ਤਾਕਤਾਂ ਦੇ ਬਾਰੇ ਸਵਾਲ ਕਰਦੀ ਕਹਿ ਲਓ ਸੀਗੀ। ਇਹ ਕਾਰਤੀ ਚਿਦੰਬਰਮ ਜਿਹੜਾ ਸਾਬਕਾ ਮੰਤਰੀ ਵਿੱਤ ਮੰਤਰੀ ਸੀਗਾ, ਪੀ ਚਿਦੰਬਰਮ ਦਾ ਲੜਕਾ, ਉਹਦੇ ਸਾਹਮਣੇ ਕੁਝ ਹੋਰ ਨਾ ਪਟੀਸ਼ਨ ਕਰਤਾ ਵੱਲੋਂ ਇਹ ਪਾਈ ਗਈ ਸੀਗੀ, ਜਿਹਦੇ ਵਿੱਚ ਕੁਝ ਵਿਵਸਥਾਵਾਂ ਨੂੰ ਚੁਣੌਤੀ ਦਿੱਤੀ ਗਈ ਸੀ, ਜਿਹੜੀਆਂ ਕਿ ਸੰਘੀ ਜਾਂਚ ਏਜੰਸੀ ਮਤਲਬ ਫੈਡਰਲ ਜਾਂਚ ਏਜੰਸੀ ਜਿਹੜੀ ਹੈਗੀ ਸਾਡੀ ਈਡੀ, ਉਹਦੇ ਬਾਰੇ ਸੀਗੀ। ਲੇਕਿਨ ਹੁਣ ਸਿੱਖਰਲੀ ਕੋਰਟ ਨੇ ਕਿਹਾ ਕਿ ਕੁੱਲ ਆਲਮ ਇਹ ਹੈਗਾ ਵੀ ਉਹ ਮੰਨਦਾ ਕਿ ਮਨੀ ਲਾਂਡਰਿੰਗ ਹੋ ਗਿਆ, ਵਿੱਤੀ ਪ੍ਰਬੰਧ ਹੋ ਗਿਆ, ਇਹਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਚੁਣੌਤੀ ਹੋ ਸਕਦੀ ਹੈ। 3 ਮੈਂਬਰੀ ਬੈਂਚ ਨੇ ਆਖਿਆ ਕਿ ਅਸਲ ਵਿੱਚ ਜੋ ਈਡੀ ਹੈ ਇਹਦੀਆਂ ਤਾਕਤਾਂ ਹੈਗੀਆਂ ਨੇ। ਸੁਪਰੀਮ ਕੋਰਟ ਨੇ ਉਹਦੀ ਤਾਕਤਾਂ ਨੂੰ ਬਹਾਲ ਰੱਖਣ ਉੱਤੇ ਮੋਹਰ ਲਾ ਦਿੱਤੀ ਹੈ, ਜਿਵੇਂ ਗ੍ਰਿਫਤਾਰੀ ਦੀ, ਸੰਪਤੀ ਜ਼ਬਤ ਕਰਨ ਦੀ ਤੇ ਤਲਾਸ਼ੀ ਵਗੈਰਾ ਦੀ। ਪਰ ਉਹ ਮਸਲਾ ਉਰੇ ਆ ਜਾਂਦਾ ਨਾ ਕਿ ਸੁਪਰੀਮ ਕੋਰਟ ਨੇ ਜਿਹੜੀ ਮਾਮਲੇ ਉੱਤੇ ਖੁੱਲ ਕੇ ਬੋਲੀ ਨਹੀਂ ਹੈਗੀ। ਉਹ ਹੈਗਾ ਕਿ ਈਡੀ ਜਿਵੇਂ ਦਹਿਸ਼ਤ ਦਾ ਮਾਹੌਲ ਪੈਦਾ ਕਰਦਾ, ਉਹ ਸਰਕਾਰਾਂ ਦੇ ਇਸ਼ਾਰੇ ਤੇ ਕਰਦਾ। ਸਵਾਲ ਇਹ ਹੈ ਕਿ ਉਹਦੇ ਬਾਰੇ ਸੁਪਰੀਮ ਕੋਰਟ ਨੇ ਹਾਲੇ ਖੁੱਲ ਕੇ ਗੱਲ ਨਹੀਂ ਆਖੀ ਹੈਗੀ, ਜਿਹੜਾ ਕਿ ਬਹੁਤ ਅਹਿਮ ਮੁੱਦਾ ਸੀ ਜਿਹਦੇ ਤੇ ਗੱਲ ਕਰਨੀ ਬਣਦੀ ਸੀਗੀ। ਦੂਜੀ ਚੀਜ਼ ਇਹ ਹੈਗੀ ਹੈ, ਮੈਂ ਜਿਵੇਂ ਕਹਿ ਕੇ ਹਟਿਆ ਕਿ ਜੇ ਈਡੀ ਨੂੰ ਗ੍ਰਿਫਤਾਰੀ ਦਾ ਅਧਿਕਾਰ ਹੈ ਤਾਂ ਫਿਰ ਈਡੀ ਗ੍ਰਿਫਤਾਰੀ ਸਿੱਧੀ ਕਰਦੀ ਕਿਉਂ ਨਹੀਂ? ਜਿਵੇਂ ਸੋਨੀਆ ਗਾਂਧੀ ਦੇ ਉਹ ਛਾਪੇ ਪਏ ਸੀਗੇ, ਤੁਸੀਂ ਕਰੋ ਗ੍ਰਿਫਤਾਰੀ। ਤੇ ਹੁੰਦਾ ਕੀ ਹੈ ਕਿ ਵਿਰੋਧੀ ਧਿਰ ਕਈ ਵਾਰ ਛਾਪੇ ਮਰਾਉਂਦੀ ਹੈ, ਤਾਂ ਰਾਜ ਕਰਦੀ ਧਿਰ ਵਿਰੋਧੀ ਧਿਰ ਉੱਤੇ ਛਾਪੇ ਮਰਾਉਂਦੀ ਹੈ, ਉਹ ਤੋਂ ਨਿਕਲਦਾ ਕੁਛ ਨਹੀਂ। ਉਹ ਛਾਪੇ ਵੀ ਚੋਣਾਂ ਵੇਲੇ ਮਰਵਾਏ ਜਾਂਦੇ ਨੇ, ਜਾਂ ਜਦੋਂ ਕਦੇ ਸੰਸਦ ਦਾ ਇਜਲਾਸ ਹੁੰਦਾ, ਘਿਰ ਜਾਂਦੀ ਹੈ ਸਰਕਾਰ, ਉਦੋਂ ਮਰਾਏ ਜਾਂਦੇ ਨੇ, ਜਾਂ ਫਿਰ ਜਦੋਂ ਕੋਈ ਇਹੋ ਜਿਹਾ ਖਾਸ ਬਿੱਲ ਲੈ ਕੇ ਆਉਣਾ ਹੁੰਦਾ, ਉਹ ਬਿੱਲ ਉੱਤੇ ਰੌਲਾ ਪੈਣਾ ਹੁੰਦਾ, ਤਾਂ ਲੋਕਾਂ ਦਾ ਧਿਆਨ ਪਰਾਂ ਕਰਨ ਲਈ ਛਾਪੇ ਮਰਾ ਕੇ ਉਹ ਟੀਵੀ ਚੈਨਲ ਇਹਨਾਂ ਦੇ ਨੇ ਉਹਦੇ ਤੇ ਸਿੱਧੇ ਪ੍ਰਸਾਰਨ। ਜਿਵੇਂ ਹੁਣ ਤੁਸੀਂ ਦੇਖੋ ਨਾ, ਪੀ ਚਿਦੰਬਰਮ ਦਾ ਕੋਈ ਮੁੱਦਾ ਨਹੀਂ ਸੀ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਸੀ, ਕੋਈ ਏਡਾ ਇਸ਼ੂ ਨਹੀਂ ਸੀਗਾ। ਸਾਰੇ ਜਨਤਾ ਨੇ ਐਂ ਦਿਖਾਇਆ ਕਿ ਜਿਵੇਂ ਪੀ ਚਿਦੰਬਰਮ ਬਹੁਤ ਵੱਡਾ ਭਗੌੜਾ ਹੁੰਦਾ, ਬਿਲਕੁਲ ਇੱਥੇ ਆ ਗਿਆ, ਇੱਧਰ ਫੜ ਲਿਆ, ਐਂ ਕਰ ਲਿਆ। ਮੈਂ ਕਿਹਾ ਐਂ ਲੱਗੇ ਕਿ ਜਿਵੇਂ ਕੋਈ ਖੂੰਖਾਰ ਅੱਤਵਾਦੀ ਹੁੰਦਾ। ਇਹ ਜਿਹੜੀ ਚੀਜ਼ ਹੈ ਨਾ, ਇਹ ਮਤਲਬ ਸਾਡਾ ਜਿਹੜਾ ਮੀਡੀਆ, ਜਿਹਨੂੰ ਅਸੀਂ ਗੋਦੀ ਮੀਡੀਆ ਕਹਿੰਦੇ ਆ, ਉਹ ਗੋਦੀ ਮੀਡੀਆ ਜਿਹੜਾ ਪੈਦਾ ਕਰਦਾ। ਤੇ ਇਹੀ ਜਿਹੜਾ ਈਡੀ ਨੂੰ, ਕਿਉਂਕਿ ਈਡੀ ਇੱਕ ਟੂਲ ਵਜੋਂ ਕੰਮ ਕਰਦਾ ਹੈਗਾ ਸਰਕਾਰ ਦੇ, ਇਹਦੇ ਬਾਰੇ ਸੁਪਰੀਮ ਕੋਰਟ ਦੀ ਕੋਈ ਸਿਹਤਮੰਦ ਟਿੱਪਣੀ ਦੀ ਆਸ ਸੀਗੀ, ਜੋ ਕਿ ਨਹੀਂ ਦਿਖੀ ਸਾਨੂੰ। ਇਹ ਵੀ ਬਿਲਕੁਲ ਕਈ ਗੱਲਾਂ ਹੈਗੀਆਂ। ਚਲੋ ਹੌਲੀ ਹੌਲੀ ਕੁਛ ਨਾ ਕੁਛ ਬੋਲਿਆ। ਤੇ ਹੁਣ ਕੇਜਰੀਵਾਲ ਦੀ ਸੁਰੱਖਿਆ ਦੇ ਮਾਮਲੇ ਦੇ ਉੱਤੇ ਵੀ ਆਪਾਂ 2-4 ਸ਼ਬਦ ਜਿਹੜੇ ਸਾਂਝੇ ਕਰੀਏ। ਤੇ ਕੋਈ ਆਪ ਲੋਕ ਕਹਿੰਦੇ ਹੁੰਦੇ ਸੀਗੇ ਕਿ ਜਿਹੜੇ ਲੋਕਾਂ ਦੇ ਲੀਡਰ ਨੇ, ਇਹਨਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਹੁੰਦੀ ਹੈਗੀ। ਹੁਣ ਅਸੀਂ ਤਾਂ ਇਸ ਗੱਲੋਂ ਹੈਰਾਨ ਆ ਵੀ ਇਹਨਾਂ ਨੂੰ ਸੈਂਟਰ ਵੱਲੋਂ ਵੀ ਸੁਰੱਖਿਆ ਮਿਲੀ ਹੋਈ ਹੈ। ਸੈਂਟਰ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਨੇ ਦਿੱਤੀ ਆ, ਪਹਿਲਾਂ ਤਾਂ ਬਹਾਨਾ ਜਿਹਾ ਬਣਾਇਆ ਸੀਗਾ ਵੀ ਇਹਨੂੰ ਖਤਰਾ ਹੈਗਾ ਜੀ, ਖਾਲਿਸਤਾਨੀਆਂ ਤੋਂ ਖਤਰਾ, ਫਲਾਨਾ ਖਤਰਾ। ਤੇ ਭਗਵੰਤ ਮਾਨ ਹੀ ਕਹਿੰਦਾ ਹੁੰਦਾ ਸੀਗਾ ਵੀ ਜਿਹੜਾ ਸੱਚਾ ਬੰਦਾ ਉਹਨੂੰ ਖਤਰਾ ਕਾਹਦਾ ਹੁੰਦਾ, ਸੱਚੇ ਲੀਡਰ ਨੂੰ। ਤੇ ਇਹਨਾਂ ਨੇ ਆਪ ਹੀ VIP ਕਲਚਰ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ। ਪਰ ਉਲਟਾ ਕੇਜਰੀਵਾਲ ਨੂੰ ਜਿਹੜਾ ਹੈਗਾ, ਇਹਨਾਂ ਨੇ ਸੁਰੱਖਿਆ ਦੇਣ ਲਈ ਕਾਗਜ਼ਾਂ ਦੇ ਵਿੱਚ ਪੰਜਾਬ ਦਾ ਕਨਵੀਨਰ ਸ਼ੋਅ ਕੀਤਾ ਹੋਇਆ। ਤੁਸੀਂ ਆਪ ਹੀ ਦੇਖੋ ਕਿ ਇੱਕੋ ਬੰਦਾ ਜਾਂ ਤਾਂ ਪੂਰੇ ਮੁਲਕ ਦਾ ਪੱਧਰ ਦੇ ਉੱਤੇ ਕਨਵੀਨਰ ਹੋ ਸਕਦਾ, ਜਾਂ ਪਾਰਟੀ ਪ੍ਰਧਾਨ ਹੋ ਸਕਦਾ, ਜਾਂ ਫਿਰ ਇੱਕ ਸੂਬੇ ਦਾ ਹੋ ਸਕਦਾ। ਕਿਸੇ ਵੀ ਪਾਰਟੀ ਵਿੱਚ ਇਹੀ ਰੂਲ ਹੁੰਦਾ।
ਇਹ ਕਿਵੇਂ ਹੋ ਸਕਦਾ ਵੀ ਕੇਜਰੀਵਾਲ ਪੰਜਾਬ ਦਾ ਕਨਵੀਨਰ ਹੈ? ਜਾਂ ਤਾਂ ਕੇਜਰੀਵਾਲ ਜਿਹੜਾ ਤੁਹਾਡੇ ਹੈਗਾ ਆਲ ਇੰਡੀਆ ਕਨਵੀਨਰ ਹੈਗਾ ਵਾ, ਜਾਂ ਫਿਰ ਉਹ ਸੂਬੇ ਦਾ ਕਨਵੀਨਰ ਹੈ। ਸਾਨੂੰ ਪਤਾ ਵੀ ਸੂਬੇ ਦਾ ਕਨਵੀਨਰ ਜਿਹੜਾ ਹਾਲੇ ਤੱਕ ਜਿਹੜਾ ਸੂਬੇ ਦੀ ਪ੍ਰਧਾਨਗੀ ਉਹ ਇਹਦੇ ਕੋਲ ਭਗਵੰਤ ਮਾਨ ਕੋਲ ਹੈ, ਤੇ ਜਿਹੜਾ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੈ। ਜੇ ਫਿਰ ਪੰਜਾਬ ਦਾ, ਫਿਰ ਸਾਨੂੰ ਇਹ ਦੱਸੋ ਕਿ ਆਮ ਆਦਮੀ ਪਾਰਟੀ ਦਾ ਕਨਵੀਨਰ ਕੌਣ ਆ? ਚਲੋ 2 ਮਿੰਟ ਲਈ ਮੰਨ ਵੀ ਲਿਆ ਵੀ ਕੇਜਰੀਵਾਲ ਸੂਬੇ ਦਾ ਕਨਵੀਨਰ ਆ, ਤਾਂ ਸੂਬਾ ਕਨਵੀਨਰ ਨਾ ਉੱਤੇ ਵੀ ਉਹਨੂੰ Z+ ਸਿਕਿਉਰਿਟੀ ਨਹੀਂ ਬਣਦੀ। ਤੁਸੀਂ ਦੇਖੋ ਨਾ ਵੀ ਕਾਂਗਰਸ ਦੇ ਜਾਂ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ, ਚਲੋ ਅਕਾਲੀ ਦਲ ਦਾ ਪ੍ਰਧਾਨ ਦੀ ਮੈਂ ਤਾਂ ਨਹੀਂ ਗੱਲ ਕਰਦਾ ਕਿਉਂਕਿ ਆਲਰੇਡੀ ਅੰਡਰ ਥ੍ਰੈਟ ਆ ਤੇ ਉਹਦੇ ਕੋਲ ਬਹੁਤ ਵੱਡੀ ਆਪ ਹੀ ਮੁੱਖ ਮੰਤਰੀ ਹੁੰਦਾ, ਤਾਂ ਕਰਕੇ ਮਤਲਬ ਇਦੋਂ ਪਹਿਲਾਂ ਜਿਹੜੇ ਹੋਰ ਪ੍ਰਧਾਨ ਰਹੇ ਨੇ ਪਾਰਟੀਆਂ ਦੇ, ਉਹਨਾਂ ਨੂੰ ਕਿੱਥੇ Z+ ਸਿਕਿਉਰਿਟੀ ਦਿੱਤੀ ਗਈ ਹੈ ਜਾਂ ਮਿਲਦੀ ਹੈਗੀ ਹੈ, ਤੇ ਕਿੰਨੀ ਕੁ ਮਿਲਦੀ ਹੈ? ਇਹਦੇ ਬਾਰੇ ਜਿਹੜੇ ਥੋੜੀ ਜਿਹੀ ਨਿਗਾਹ ਮਾਰ ਕੇ ਦੇਖ ਲਓ। ਕਾਂਗਰਸ ਦੇ ਵਿੱਚ ਕਈ ਇਹੋ ਜਿਹੇ ਰਹੇ ਨੇ ਪ੍ਰਧਾਨ ਜਿਨ੍ਹਾਂ ਦਾ ਵਿਚਾਰਿਆਂ ਦਾ ਨਾਂ ਦੇ ਪ੍ਰਧਾਨ ਰਹੇ ਨੇ, ਤੁਹਾਨੂੰ ਪਤਾ। ਸੋ ਇਸ ਕਰਕੇ ਨਾ ਇਹ ਜੇ ਉਹ ਕਨਵੀਨਰ ਪੰਜਾਬ ਦਾ ਵੀ ਹੋਵੇ ਤਾਂ ਵੀ ਕੋਈ ਤੁਕ ਨਹੀਂ ਬਣਦੀ, ਤੇ ਹੁਣ ਤਾਂ ਬਿਲਕੁਲ ਨਹੀਂ ਤੁਕ ਬਣਦੀ। ਇਹ ਜਿਹੜੇ ਨਾ ਅਸਲ ਵਿੱਚ ਕਾਗਜ਼ਾਂ ਦੇ ਵਿੱਚ ਜਿਹੜਾ ਕਰ ਰਹੇ ਨੇ, ਜਿਹੜਾ ਹੁਣ ਜਿੰਨੀ ਇਮਾਨਦਾਰੀ ਦਾ ਢੰਡੋਰਾ ਪਿੱਟਿਆ ਜਾ ਰਿਹਾ ਸੀਗਾ, ਉਹ ਸਾਰੀ ਇਮਾਨਦਾਰੀ ਦਾ ਹੀਚ ਪਿਆ ਜਿਹਨਾਂ ਦਾ ਨੰਗਾ ਹੋ ਕੇ ਸਾਹਮਣੇ ਆ ਰਿਹਾ। ਹੁਣ ਇਮਾਨਦਾਰੀ ਦੇ ਪਰਦੇ ਤਾਂ ਹੌਲੀ ਹੌਲੀ ਪੱਟੇ ਜਾਣਗੇ। ਇਮਾਨਦਾਰੀ ਤਾਂ ਕਿਹੜੀ ਹੈ ਕਿਹੜੀ ਨਹੀਂ। ਤੇ ਹੁਣ ਹਿਰਾਸਤੀ ਮੌਤਾਂ ਦੀ ਗਿਣਤੀ ਬਾਰੇ ਗੱਲ ਕਰੀਏ ਤੇ ਯੋਗੀ ਸਰਕਾਰ ਦੇ ਵਿੱਚ ਕਹਿੰਦੇ ਬਹੁਤ ਵਾਧਾ ਹੋਇਆ। ਹਿਰਾਸਤੀ ਮੌਤਾਂ ਆਪਣੇ ਆਪ ਵਿੱਚ ਨਾ ਇੱਕ ਤਾਂ ਗਲਤ ਵੀ ਹੈ, ਗੈਰ ਕਾਨੂੰਨੀ ਵੀ ਹੈ। ਹਿਰਾਸਤੀ ਮੌਤ ਦਾ ਹੁੰਦਾ ਮਤਲਬ ਵੀ ਜਿਹੜਾ ਪੁਲਿਸੀਆ ਹਿਰਾਸਤ ਦੇ ਵਿੱਚ ਮੌਤ ਹੋ ਜਾਵੇ, ਮਤਲਬ ਉਹ ਆਮ ਤੌਰ ਤੇ ਹੁੰਦੀਆਂ ਵੀ ਕਿਵੇਂ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ। ਉਹਦੇ ਵਿੱਚ ਉਹ ਪੁਲਿਸ ਦੇ ਤਸ਼ੱਦਦ ਨਾਲ ਵੀ ਹੁੰਦੀਆਂ। ਪੁਲਿਸ ਦੀ ਚਾਹੇ ਕੋਈ ਬਿਮਾਰ ਬਜ਼ੁਰਗ ਹੈ ਜਿਵੇਂ ਸਟੈਨ ਸਵਾਮੀ ਵਰਗਾ, ਉਹਦੀ ਮੌਤ ਹੋ ਗਈ, ਪਰ ਉਹ ਹੋਈ ਤਾਂ ਮਤਲਬ ਪੁਲਿਸ ਦੇ ਵੱਲੋਂ ਹੀ ਹੈ ਨਾ, ਕਿਉਂਕਿ ਉਹਨੂੰ ਪ੍ਰਾਪਤ ਸਹੂਲਤਾਂ ਨਹੀਂ ਦਿੱਤੀਆਂ ਗਈਆਂ, ਹੋਰ ਸਾਰਾ ਕੁਝ ਉਹਦੇ ਵਿੱਚ ਆ ਜਾਂਦਾ। ਸੋ ਇਸ ਤਰ੍ਹਾਂ ਦੇ ਹਿਰਾਸਤੀ ਮੌਤਾਂ ਦੀ ਵੈਸੇ ਤਾਂ ਗਿਣਤੀ ਦਇਆਲੀ ਸਾਹਿਬ ਬਹੁਤ ਜ਼ਿਆਦਾ ਹੈਗੀ ਹੈ, ਉਹ ਮਤਲਬ ਉਹਦੇ ਅੰਕੜੇ ਨਹੀਂ। ਪਰ ਕੱਲ ਇੱਕ ਮੁਤਲਕਾ ਮਹਿਕਮੇ ਦੇ ਮੰਤਰੀ ਹੈ ਜੋ ਕੇਂਦਰੀ ਮੰਤਰੀ, ਉਹਨਾਂ ਤੋਂ ਪੁੱਛਿਆ ਗਿਆ ਸਵਾਲ ਦੇ ਜਵਾਬ ਵਿੱਚ ਜੀ ਵੀ ਕਿੰਨੀਆਂ ਹਿਰਾਸਤੀ ਮੌਤਾਂ ਹੋਈਆਂ, ਤਾਂ ਉਹਨਾਂ ਨੇ ਦੱਸਣਾ ਸ਼ੁਰੂ ਕਰ ਦਿੱਤਾ। ਜਦੋਂ ਦੱਸਣਾ ਸ਼ੁਰੂ ਕੀਤਾ ਤਾਂ ਬੜਾ ਕੁਝ ਸਾਹਮਣੇ ਆਇਆ ਕਿ 4500 ਦੇ ਲਾਗੇ ਚਾਗੇ ਤਾਂ 2 ਸਾਲਾਂ ਦੇ ਵਿੱਚ ਜਿਹੜੇ ਲੰਘੇ 2 ਸਾਲ ਨੇ, ਇੱਕ ਤਾਂ ਹੈਗਾ 2020 ਵਾਲਾ ਤੇ ਇੱਕ 2021 ਵਾਲਾ, ਇਹਦੇ ਵਿੱਚ 4500 ਦੇ ਨੇੜੇ ਤੇੜੇ ਮੌਤਾਂ ਹੋਈਆਂ ਨੇ। ਤੇ ਸਭ ਤੋਂ ਵੱਧ ਮੌਤਾਂ ਜਿੱਥੇ ਹੋਈਆਂ ਉਹ ਸੂਬਾ ਸੀਗਾ ਯੋਗੀ ਦਾ। ਮੌਤਾਂ ਹੀ ਨਹੀਂ ਸਭ ਤੋਂ ਵੱਧ ਹੋਈਆਂ, ਉੱਥੇ ਪਤਾ ਹੀ ਲੱਗਿਆ ਵੀ ਉੱਥੇ ਜਿਹੜੇ ਇਨਕਾਊਂਟਰ ਵੀ ਸਭ ਤੋਂ ਵੱਧ ਹੋਏ ਨੇ। ਹੁਣ ਤੁਹਾਨੂੰ ਪਤਾ ਵੀ ਜਿਹੜੇ ਇਨਕਾਊਂਟਰ ਨੇ ਉਹ ਇਨਕਾਊਂਟਰ ਇਕੱਲੇ ਮਤਲਬ ਫਰਜ਼ੀ ਹੁੰਦੇ ਨੇ ਬਹੁਤੇ, ਉਹਦੇ ਬਾਰੇ ਵੈਸੇ ਰਿਪੋਰਟਾਂ ਆਈਆਂ ਹੀ ਨੇ। ਵੈਸੇ ਤਾਂ ਅਸਲੀ ਤੇ ਨਕਲੀ ਇਨਕਾਊਂਟਰ ਕੁਛ ਨਹੀਂ ਹੁੰਦਾ। ਪੁਲਿਸ ਦਾ ਕੰਮ ਹੁੰਦਾ ਵੀ ਅਪਰਾਧੀ ਨੂੰ ਫੜਨਾ, ਅਪਰਾਧੀ ਨੂੰ ਫੜ ਕੇ ਅਦਾਲਤ ਸਾਹਮਣੇ ਪੇਸ਼ ਕਰਨਾ, ਫਿਰ ਅਦਾਲਤ ਨੂੰ ਸਜ਼ਾ ਦੇਣੀ ਹੁੰਦੀ ਹੈ। ਪਰ ਉਰੇ ਹੁਣ ਐਨਕਾਊਂਟਰ ਦਾ ਨੂੰ ਇੱਕ ਤਰ੍ਹਾਂ ਦਾ ਨਾ ਗਲੈਮਰ ਵਜੋਂ ਪੇਸ਼ ਕਰਕੇ ਸਾਡੇ ਮੀਡੀਆ ਵੱਲੋਂ ਵੀ ਦੇਖੋ ਜੀ ਇਹ ਤਾਂ ਬੜੀ ਵਧੀਆ ਚੀਜ਼ ਹੁੰਦੀ ਹੈ ਐਨਕਾਊਂਟਰ, ਉਹਦਾ ਪੁਲਿਸੀਆ ਬਹੁਤ ਤਕੜਾ ਜਾਂ ਘੈਂਟ ਹੁੰਦਾ ਜਿਹੜਾ ਐਨਕਾਊਂਟਰ ਕਰਦਾ। ਸੋ ਏਦਾਂ ਬਣਾ ਦਿੱਤਾ ਗਿਆ। ਤੇ ਇਹ ਅਸਲ ਵਿੱਚ ਲੋਕਤੰਤਰ ਦੇ ਵਿੱਚ ਨਾ ਦੇ ਜਿਹਨੂੰ ਕਹਿੰਦੇ ਆ ਕਿ ਜਨਾਜ਼ੇ ਦਾ ਹੀ ਕੰਮ ਕਰਦਾ ਹੈਗਾ। ਤੇ ਇਹ ਸਾਰਾ ਕੁਝ ਵੀ ਯੋਗੀ ਦੇ ਰਾਜ ਦੇ ਵਿੱਚ ਹੋਇਆ ਸੀ। ਯੋਗੀ ਦੇ ਰਾਜ ਦੀ ਜਿਹੜੀ ਤਸਵੀਰ ਹੈ ਉਹ ਖੁਦ ਬੀਜੇਪੀ ਦੀ ਸਰਕਾਰ ਦਾ ਮੰਤਰੀ ਹੀ ਦੱਸ ਰਿਹਾ, ਕੋਈ ਹੋਰ ਬਾਹਰੋਂ ਨਹੀਂ। ਬਾਹਰੋਂ ਜੇ ਅੰਕੜੇ ਪਤਾ ਕਰੋਗੇ ਤਾਂ ਕਿਤੇ ਜ਼ਿਆਦਾ ਵੱਧ ਹੋਣਗੇ। ਇੱਕ ਬੇਨਤੀ ਹੈ ਜੀ, ਥੋੜਾ ਜਿਹਾ ਜਦੋਂ ਤੁਸੀਂ ਕਾਲ ਕਰਦੇ ਹੋ ਤਾਂ ਵੇਟ ਕਰਿਆ ਕਰੋ। 2 ਕਾਲਸ ਵੀਰ ਜੀ ਹੋਰਾਂ ਦੀਆਂ ਕਾਲ ਮੈਚਿਓਰ ਹੋ ਗਈ ਸੀ। ਤੁਹਾਨੂੰ ਜਦੋਂ ਸਾਡੀ ਕਾਲ ਆਉਣੀ ਸ਼ੁਰੂ ਹੋ ਜਾਂਦੀ ਹੈ ਅਸੀਂ ਤੁਹਾਡੀ ਕਾਲ ਜਿਹੜਾ ਹੈ ਸਮਾਂ ਆਉਣ ਦੇ ਉੱਤੇ ਲੈ ਲਿਆ ਕਰਾਂਗੇ, ਕਿਉਂਕਿ ਗੱਲ ਵਿਚਾਲੇ ਤੋੜਨੀ ਕਾਫੀ ਜਿਹੜੀ ਆ ਸਾਨੂੰ ਔਖਿਆਈ ਭਰਿਆ ਕੰਮ ਹੁੰਦਾ। ਤੇ ਤਾਮਿਲਨਾਡੂ ਦੇ ਹੁਣ ਮੰਦਿਰ ਦੇ ਖਿਲਾਫ ਵੀ ਕਹਿੰਦੇ ਸ਼ਿਕਾਇਤਾਂ ਨੇ। ਸੁਜੀਤ ਪਾਤਰ ਦਾ ਇੱਕ ਸ਼ੇਅਰ ਪੜ੍ਹਿਆ ਹੋਣਾ ਤੁਸੀਂ, ਕਿਉਂਕਿ ਬਹੁਤ ਪੁਰਾਣਾ ਤਾਵਾ ਉਹਨਾਂ ਦੀ ਪਹਿਲੀ ਕਿਤਾਬ ਸੀ ਨਾ ਜਿਹੜੀ ਹਨੇਰੇ ਸੁਲਗ ਦੀ ਵਰਣਮਾਲਾ, ਹਵਾ ਵਿੱਚ ਲਿਖੇ ਹਰਫ, ਮਾਫ ਕਰਨਾ, ਉਹਦੇ ਵਿੱਚੋਂ ਸੀ ਇਹ। ਕਿਉਂਕਿ ਮੈਨੂੰ ਲੱਗਦਾ ਉਦੋਂ ਤੁਸੀਂ 84 ਦੀ ਕਿਤਾਬ ਹੈਗੀ ਆ ਉਹ, ਉਦੋਂ ਸ਼ਾਇਦ ਤੁਸੀਂ ਜਦੋਂ ਸਟੂਡੈਂਟ ਲਾਈਫ ਵਿੱਚੋਂ ਹੀ ਹੋਵੋਗੇ। ਉਹਦਾ ਇੱਕ ਸ਼ੇਅਰ ਸੀ ਕਿ ਕਾਲੇ ਧਨ ਦੇ ਚਿੱਟੇ ਸਿੱਕੇ ਚਾੜ ਗਏ ਵਪਾਰੀ, ਮੰਦਿਰ ਵਿੱਚ ਮੁਸਕਰਾਈ ਜਾਵੇ ਫਿਰ ਵੀ ਕ੍ਰਿਸ਼ਨ ਮੁਰਾਰੀ। ਸੋ ਸਾਡੇ ਜਿਹੜੇ ਧਾਰਮਿਕ ਸਥਾਨਾਂ ਦਾ ਹਾਲ ਹੈ ਉਹ ਕੀ ਹੈ, ਉਹਦੀ ਜਿਹੜੀ ਸਥਿਤੀ ਨੂੰ ਉਜਾਗਰ ਕਰਦੀ ਰਿਪੋਰਟ ਇਹ ਹੈ ਕਿ ਕਰਨਾਟਕ ਦੇ ਵਿੱਚ ਇੱਕ ਮੰਦਿਰ ਹੈ ਚਿੰਦਵਰਮ ਨਟਰਾਜ ਮੰਦਿਰ, ਉਹਦੇ ਬਾਰੇ ਇੱਕੋ ਮੰਦਿਰ ਹੈ ਪਰ 14,000 ਸ਼ਿਕਾਇਤਾਂ ਆਈਆਂ ਹੋਈਆਂ ਨੇ। ਤੇ ਜੇ ਅਸੀਂ ਦਾ ਨਿਊਜ਼ ਮਿੰਟ ਦੀ ਰਿਪੋਰਟ ਦੇਖੀਏ ਉਹਦੇ ਮੁਤਾਬਕ ਜਾਂਚ ਕਮੇਟੀ ਨੂੰ ਜਿਹੜੀ ਇੱਕ ਬਣਾਈ ਗਈ ਸੀ ਜਿਹੜੀ ਕਿ ਇਸ ਮੰਦਿਰ ਬਾਰੇ ਜਾਂਚ ਕਰਨੀ ਸੀ, ਜੋ ਸ਼ਿਕਾਇਤਾਂ ਮਿਲੀਆਂ 14,000 ਸ਼ਿਕਾਇਤਾਂ ਨੇ,
ਖਾਸ ਕਰਕੇ ਪੁਜਾਰੀ ਦੇ ਵਿਰੁੱਧ ਸਭ ਤੋਂ ਜ਼ਿਆਦਾ ਨੇ, ਜਿਹੜਾ ਮੇਨ ਪ੍ਰਬੰਧਕ ਹੈ ਉੱਥੇ ਦਾ, ਉਹ ਕੀ ਨੇ? ਇੱਕ ਤਾਂ ਹੈਗਾ ਵੀ ਬਾਲ ਵਿਆਹ ਪੂਰੇ ਮੰਦਿਰ 'ਚ ਬਹੁਤ ਹੋਏ ਨੇ ਜੀ, ਔਰਤਾਂ ਦਾ ਸ਼ੋਸ਼ਣ ਬਹੁਤ ਹੋਇਆ, ਜਿਹੜੀਆਂ ਉੱਥੇ ਭਗਤ ਮੱਥਾ ਟੇਕਣ ਆਉਂਦੀਆਂ ਸੀ ਜਾਂ ਕੁਝ ਵੀ ਕਹਿ ਲਓ, ਤੇ ਉਹਨਾਂ ਦਾ ਹੋਰ ਜੇ ਸਰੀਰਕ ਸ਼ੋਸ਼ਣ ਨਹੀਂ ਤਾਂ ਹੋਰ ਢੰਗ ਨਾਲ ਨਿਰਾਦਰ ਕਈ ਤਰ੍ਹਾਂ ਨਾਲ ਹੋਇਆ। ਵਿੱਤੀ ਜਿਹੜੀਆਂ ਅਨਿਯਮੀਆਂ ਬਹੁਤ ਹੋਈਆਂ ਨੇ, ਮਤਲਬ ਮੋਟਾ ਚੜਾਵਾ ਚੜਦਾ, ਉਹਦੇ ਵਿੱਚ ਚੜਾਵੇ ਛਕੇ ਜਾਂਦੇ ਨੇ, ਜਿਹੜਾ ਕਿ ਆਪਾਂ ਨੂੰ ਪਤਾ ਹੀ ਹੈ। ਤੇ ਆਹ ਮੋਟੀਆਂ ਚੀਜ਼ਾਂ ਉੱਥੇ ਹੋਈਆਂ। ਇਸ ਤਰ੍ਹਾਂ ਦੇ ਇਹ ਵੰਨਗੀਆਂ ਨਾਲ ਮਿਲਦੇ ਜੁਲਦੇ 14,000 ਮਾਮਲੇ ਸਾਹਮਣੇ ਆਏ ਨੇ। ਫਿਲਹਾਲ ਹੁਣ ਦੱਸਿਆ ਇਹ ਜਾ ਰਿਹਾ ਹੈਗਾ ਕਿ ਇਹਦੇ ਉੱਤੇ ਜਿਹੜਾ ਕਮੇਟੀ ਨੇ ਜਾਂਚ ਕੀਤੀ ਹੈ, ਉਹ ਸੂਬਾ ਸਰਕਾਰ ਨੇ ਕਿਹਾ ਕਿ ਇਸ ਮੰਦਿਰ ਦਾ ਜਿਹੜਾ ਹੈਗਾ ਮੁਖੀਆ ਹੈ ਉਹਨਾਂ ਨੂੰ ਉਹ ਗ੍ਰਿਫਤ ਵਿੱਚ ਆ ਚੁੱਕਾ ਤੇ ਉਹਦੇ ਵਿਰੁੱਧ ਕਾਰਵਾਈ ਹੋਊਗੀ। ਸਿਰਫ ਮੁਖੀਆ ਹੀ ਨਹੀਂ, ਮੰਦਿਰ ਦੇ ਕਮੇਟੀ ਦੇ ਜਿਹੜੇ ਹੋਰ ਬੰਦੇ ਸੀ ਉਹ ਵੀ ਹੈ। ਹੁਣ ਦਿਲਚਸਪ ਖਬਰ ਆਪਾਂ ਤਾਂ ਸਾਂਝੀ ਕੀਤੀ ਹੈ ਕਿ ਦੱਖਣ ਭਾਰਤ ਦੇ ਵਿੱਚੋਂ ਆ, ਦੱਖਣ ਭਾਰਤ ਨੂੰ ਆਮ ਕਰਕੇ ਭਾਰਤ ਦਾ ਥੋੜਾ ਸਿਆਣਾ ਇਲਾਕਾ ਮੰਨਿਆ ਜਾਂਦਾ, ਤੇ ਉਹਦੇ ਮੰਦਿਰਾਂ ਵਿੱਚ ਵੈਸੇ ਨਾ ਚੜਾਵਾ ਹਮੇਸ਼ਾ ਹੀ ਬਹੁਤ ਚੜਦਾ ਹੈਗਾ, ਤੇ ਉੱਥੇ ਬੇਨਿਯਮੀ ਇੱਕੋ ਹੀ ਮੰਦਿਰ ਦੇ ਵਿੱਚ 14,000 ਮਾਮਲੇ ਨੇ। ਹੁਣ ਬਾਕੀ ਮੰਦਿਰਾਂ ਦਾ ਜਾਂ ਬਾਕੀ ਜਿਹੜੇ ਹੋਰ ਧਾਰਮਿਕ ਸਥਾਨਾਂ ਦਾ, ਕਿਉਂਕਿ ਸਿਰਫ ਇੱਕ ਧਾਰਮਿਕ ਸਥਾਨ ਦੀ ਗੱਲ ਨਹੀਂ, ਪੂਰੇ ਸਾਰੇ ਧਾਰਮਿਕ ਸਥਾਨਾਂ ਦੀ ਗੱਲ ਕਰੋ, ਸਾਰੇ ਧਰਮ ਵਾਲਿਆਂ ਦੇ, ਉੱਥੇ ਏਦਾਂ ਹੀ ਹਾਲ ਆ। 19-21 ਦਾ ਹੀ ਫਰਕ ਹੋਊਗਾ ਜੀ। ਇਕਬਾਲ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਬਾਈ ਜੀ। ਆਵਾਜ਼ ਬੰਦ ਕਰੋ ਬਾਈ ਜੀ, ਪਹਿਲਾਂ ਤਾਂ ਪਿੱਛੋਂ ਆਵਾਜ਼ ਬੰਦ ਆ ਰਹੀ ਹੈ, ਤੁਹਾਡੀ ਆਵਾਜ਼ ਵਿੱਚ ਆ ਰਹੀ ਹੈ ਜੀ ਰੇਡੀਓ ਦੀ। ਮੈਨੂੰ ਬਾਈ ਜੀ ਆਵਾਜ਼ ਆ ਰਹੀ ਹੈ ਜੀ, ਮੈਂ ਔਨ 에ਅਰ ਨਹੀਂ ਕਰ ਸਕਦਾ ਤੁਹਾਨੂੰ। ਚਲੋ ਜੀ ਹੋ ਗਿਆ, ਸੌਰੀ ਮੈਂ ਬੰਦ ਕਰਦਾ ਜੀ। ਜੀ ਇੱਕ ਮਿੰਟ ਜੀ, ਬੜਾ ਮੈਨੂੰ ਪਰੇਸ਼ਾਨੀ ਹੋ ਜਾਂਦੀ ਹੈ ਜੀ। ਕਿੰਨਾ ਕਹਿ ਦੋ। ਨਹੀਂ ਜੀ ਹਜੇ ਵੀ ਨਹੀਂ ਹੋ ਰਹੀ ਜੀ, ਤੁਹਾਡੀ ਆਵਾਜ਼ ਨਹੀਂ ਬੰਦ ਹੋ ਰਹੀ ਭਾਈ ਜੀ। ਬਹੁਤ ਜੀ ਹਾਂਜੀ ਹਾਂਜੀ ਭਾਈ ਜੀ, ਬਹੁਤ ਸੋਹਣਾ ਪ੍ਰੋਗਰਾਮ ਸ਼ਮਿੰਦਰ ਜੀ, ਥੈਂਕਸ ਮੈਂ ਕਰਨਾ ਚਾਹੁੰਦਾ ਸੀਗਾ, ਬੜੀ ਸੋਹਣੀ ਡਿਟੇਲ ਦਿੱਤੀ, ਥੈਂਕ ਯੂ ਭਾਈ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ, ਸ਼ੁਕਰੀਆ ਜੀ, ਧੰਨਵਾਦ ਜੀ ਤੁਹਾਡਾ। ਤੇ ਕਿਤੇ ਆਪਣੇ ਇਹਨਾਂ ਹੱਥ ਜੀ। ਹਾਂਜੀ ਸ਼ਿਵਿੰਦਰ ਜੀ। ਜੀ ਸ਼ੁਕਰੀਆ ਜੀ, ਮਿਹਰਬਾਨੀ ਜੀ, ਉਹਨਾਂ ਦਾ ਧੰਨਵਾਦ ਮੈਂ ਵੀ ਕਰਦਾ ਜੀ। ਜੀ ਧੰਨਵਾਦ ਸਾਹਿਬ। ਸੋ ਬਹੁਤ ਬਹੁਤ ਸ਼ੁਕਰੀਆ। ਕੋਈ ਹੋਰ ਜਾਂਦੇ ਹੋਏ ਐਡੀਸ਼ਨ ਕੋਈ ਜੀ? ਹੋਰ ਥੋੜੀਆਂ ਜਿਹੀਆਂ ਖਬਰਾਂ ਜਿਹੜੀਆਂ ਅੱਜ ਕੱਲ੍ਹ 2-4 ਜਿਵੇਂ ਚੱਲ ਰਹੀਆਂ ਨੇ। ਇੱਕ ਤਾਂ ਇਹ ਹੈਗਾ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਮਨੀ ਲਾਂਡਰਿੰਗ ਹੋਈ ਹੈ ਨਾ, 8 ਸਾਲਾਂ ਦੇ ਦੌਰਾਨ, ਉਹ 3 ਗੁਣਾ ਵਧੀ ਹੈ। ਇਹ ਮਤਲਬ ਇਹ ਵੀ ਰਿਪੋਰਟ ਜਿਹੜੀ ਹੈਗੀ ਆ, ਕੁਛ ਦਾ ਵਾਇਰ ਦੀ ਰਿਪੋਰਟ ਹੈ ਇਹ। ਇਸੇ ਤਰ੍ਹਾਂ ਬੰਗਾਲ ਦੇ ਜਿਹੜੇ ਮੰਤਰੀ ਆ ਪਾਰਥ ਚੈਟਰਜੀ, ਉਹਨੂੰ ਮੰਤਰੀ ਮੰਡਲ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ। ਇਹਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਸੰਸਦ ਦੇ ਵਿੱਚ ਜਿਹੜਾ ਅੱਜ ਦਾ ਮਾਹੌਲ ਆ ਉਹ ਕਾਫੀ ਚਰਚਾ ਦਾ ਵਿਸ਼ਾ ਰਿਹਾ। ਗੁਜਰਾਤ ਦੇ ਵਿੱਚ ਜਿਹੜਾ ਸ਼ਰਾਬ ਦੀ ਤਰਾਸਦੀ ਦੇ ਮਾਮਲੇ ਵਿੱਚ ਹੁਣ ਮਰਨ ਵਾਲਿਆਂ ਦੀ ਗਿਣਤੀ 42 ਹੋ ਚੁੱਕੀ ਹੈ। ਇਹਦੇ ਨਾਲ ਹੀ ਤੁਹਾਨੂੰ ਪਤਾ ਵੀ ਕਾਵੜੀਆਂ ਦੇ ਵੱਲੋਂ ਇੱਕ ਗੁੰਡਾਗਰਦੀ ਕੀਤੀ ਗਈ ਹੈ, ਜਿਹੜੀ ਇੱਕ ਫੌਜੀ ਮਾਰ ਦਿੱਤਾ ਗਿਆ। ਇਹ ਖਬਰ ਵੀ ਕੱਲ ਦੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜੀ ਜੀ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ ਜੀ। ਫਿਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਮਿਹਰਬਾਨੀ। ਸੋ ਇੱਕ ਬ੍ਰੇਕ ਦਾ ਸਮਾਂ, ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਜੁੜਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ, ਤੇ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਨੂੰ ਹੋਰ ਅੱਗੇ ਕੁਝ ਖਬਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਏ। ਸੋ ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹਨ, DOT ਸੇਫਟੀ ਇੰਸਪੈਕਸ਼ਨਸ ਕਰਦੇ ਹਨ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं जी। ये MPI अप्रूव्ड ने और हाँ ये सीजनल सर्विसेज भी प्रोवाइड करते हैं। 24 घंटे 7 दिन की सर्विसेज लई ते वधेरी जानकारी ਲਈ कॉल करो 204 459 2000 या फिर कॉल करो 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 610570
4200 ਜਾਂ 4848988100 ਤੇ ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਇੱਕ ਵਾਰ ਨਿਊਯਾਰਕ ਦਾ ਰੁਖ ਕਰਦੇ ਹਾਂ, ਜਿੱਥੋਂ ਭਾਈ ਜੀ ਪ੍ਰਦੀਪ ਗਿੱਲ ਹੋਰੀ ਮਾਲਵਾ ਬ੍ਰਦਰਸ ਵੱਲੋਂ ਸਾਡੇ ਨਾਲ ਜੁੜ ਚੁੱਕੇ ਨੇ। ਪ੍ਰਦੀਪ ਜੀ ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਹੈਲੋ, ਇੱਕ ਮਿੰਟ ਜੀ, ਆਵਾਜ਼ ਨਹੀਂ ਆਈ ਤੁਹਾਡੀ, ਹੋਲਡ ਕਰਨਾ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਆਵਾਜ਼ ਆ ਗਈ ਜੀ ਤੁਹਾਡੀ, ਚੈੱਕ ਕਰਿਓ। ਹਾਂਜੀ ਸਤਿ ਸ਼੍ਰੀ ਅਕਾਲ ਦਾਨੇਵਾਲ, ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਦੇ ਲਈ ਜੀ। ਜੀ ਗਿੱਲ ਸਾਹਿਬ, ਇੱਕ ਚੀਜ਼ ਦੱਸੋ ਕਿ ਮੇਰੇ ਖਿਆਲ ਪਹਿਲੀ ਵਾਰੀ ਮਾਲਵਾ ਬ੍ਰਦਰਸ ਜਿਹੜਾ ਨਿਊਯਾਰਕ ਦੇ ਏਰੀਆ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਵਾ ਜਾ ਰਿਹਾ ਜੀ, ਤੇ ਕਿਸ ਤਰ੍ਹਾਂ ਦੇ ਇੰਤਜ਼ਾਮ ਹੈ? ਬਿਲਕੁਲ ਜੀ, ਮਾਲਵਾ ਬ੍ਰਦਰਸ ਵੱਲੋਂ ਆਲਵੇਜ਼ ਇੱਥੇ ਕਈ ਪ੍ਰੋਗਰਾਮ ਪਹਿਲਾਂ ਆਰਗੇਨਾਈਜ਼ ਕੀਤੇ ਜਾਂਦੇ ਸੀਗੇ, ਤੇ ਬਟ ਵੱਡੇ ਲੈਵਲ ਤੇ ਕੋਈ ਵੀ ਪ੍ਰੋਗਰਾਮ ਹਜੇ ਤੱਕ ਮਾਲਵਾ ਬ੍ਰਦਰ ਵੱਲੋਂ ਨਹੀਂ ਕਰਵਾਇਆ ਗਿਆ ਸੀ। ਸੋ ਹੁਣ ਪਹਿਲ ਕਦਮੀ ਕੀਤੀ ਮਾਲਵਾ ਬ੍ਰਦਰ ਨੇ, ਨਾਲ ਉਹਨਾਂ ਦੇ ਪੰਜਾਬੀ ਵਿਰਸਾ ਸਪੋਰਟਸ ਕਲੱਬ ਵਾਲੇ ਆ, ਨਾਲ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਵਾਲੇ ਆ। ਸੋ ਸਾਰਿਆਂ ਨੂੰ ਵੱਲੋਂ ਰਲ ਮਿਲ ਕੇ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਜਾ ਰਿਹਾ ਜੀ। 10 ਸਤੰਬਰ ਨੂੰ ਨਿਊਯਾਰਕ ਦੇ ਵਿੱਚ ਘੋਗਵਸ ਦੀ ਇਲਾਕਾ ਜਿੱਥੇ ਪੰਜਾਬੀਆਂ ਦਾ, ਉਹ ਹੈਗਾ ਰਿਚਮੰਡ ਹਿੱਲ। ਜੀ। ਸੋ ਰਿਚਮੰਡ ਹਿੱਲ ਦੇ ਵਿੱਚ ਮਾਲਵਾ ਬ੍ਰਦਰ ਦੇ ਸਾਰੇ ਮੈਂਬਰਾਂ ਵੱਲੋਂ ਸਾਰਿਆਂ ਨੂੰ ਨਾਲ ਲੈ ਕੇ, ਬਾਈ ਬਿੱਟੂ ਸਿੱਧੂ ਹੋਣਾ ਵੱਲੋਂ, ਬਾਈ ਗੁਰਮੀਤ ਬੁੱਟਰ ਹੋਣਾ ਵੱਲੋਂ, ਬਾਈ ਜਸਵੀਰ ਗਿੱਲ, ਬਲਵਿੰਦਰ ਵਿਰਕ ਬਾਈ ਹੁਣੀ, ਸੋ ਸਾਰਿਆਂ ਵੱਲੋਂ ਇਹ ਸਾਂਝੇ ਤੌਰ ਤੇ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਗਿਆ ਜੀ। 10 ਸਤੰਬਰ ਨੂੰ ਕਬੱਡੀ ਦਾ ਵੱਡਾ ਟੂਰਨਾਮੈਂਟ ਜਿਹੜਾ ਹੈ ਉਹ ਅਨਾਉਂਸ ਕੀਤਾ ਜੀ। ਅੱਛਾ, ਕਬੱਡੀ ਦੇ ਵਿੱਚ ਕਿੰਨੀਆਂ ਕੁ ਟੀਮਾਂ ਆਉਣਗੀਆਂ ਤੁਹਾਡੇ ਕੋਲੇ? ਕੀ ਇੰਤਜ਼ਾਮਾਤ ਨੇ? ਸਪਾਂਸਰਸ ਕੀ ਹੈ? ਕਿਸ ਤਰ੍ਹਾਂ ਜਿਹੜਾ ਤੁਸੀਂ ਇਨਵਾਈਟ ਕਰ ਰਹੇ ਹੋ ਕਿ ਦੂਰ ਦਰਾਡੇ ਤੋਂ ਆਪਣੇ ਪੰਜਾਬੀ ਵੀਰ ਇੱਥੇ ਆਉਣ? ਬਿਲਕੁਲ ਜੀ, ਇੱਥੇ ਆਪਣੇ ਅਮਰੀਕਾ ਦੇ ਵਿੱਚ ਇੱਕ ਫੈਡਰੇਸ਼ਨ ਹੈ ਕਬੱਡੀ ਦੀ ਬਹੁਤ ਵੱਡੀ, ਕੈਲੀਫੋਰਨੀਆ ਫੈਡਰੇਸ਼ਨ, ਬਾਈ ਬਲਜੀਤ ਸੰਧੂ ਜੀ, ਤੀਰਥ ਗਾਖਲ ਹੋਣੀ। ਸੋ ਉਹਨਾਂ ਵੱਲੋਂ ਟੀਮਾਂ ਜਿਹੜੀਆਂ ਵਾ ਉਹ 4 ਟੀਮਾਂ ਵੱਡੀਆਂ ਜਿਹੜੀਆਂ, ਉਹ 4 ਟੀਮਾਂ ਦੇ ਮੈਚ ਹੋਣੇ ਆ, ਤੇ ਨਾਲ 2 ਟੀਮਾਂ ਜਿਹੜੀਆਂ ਮਹਿੰਦਰ ਸਿੱਧੂ ਜੀ ਜਿਹੜੇ ਕਬੱਡੀ ਦੇ ਵਿੱਚ ਪੁਰਾਣੇ ਜੁੜੇ ਹੋਏ ਆ, ਉਹਨਾਂ ਵੱਲੋਂ ਦੋ ਉਹ ਪੰਜਾਬੀ ਵਿਰਸਾ ਸਪੋਰਟਸ ਕਲੱਬ ਦੇ ਮੇਨ ਅਹੁਦੇਦਾਰ ਵੀ ਨੇ, ਤੇ ਉਹ ਨਾਲ ਕਬੱਡੀ ਟੂਰਨਾਮੈਂਟ ਦੇ ਵਿੱਚ ਐਜ਼ ਆ ਆਰਗੇਨਾਈਜ਼ਰ ਵੀ ਸਾਡੇ ਨਾਲ ਨੇ। ਸੋ 2 ਕੁੜੀਆਂ ਦੀਆਂ ਟੀਮਾਂ, 4 ਮੁੰਡਿਆਂ ਦੀਆਂ ਟੀਮਾਂ, ਤੇ ਮੁੰਡਿਆਂ ਦੀ ਟੀਮਾਂ ਦੇ ਵਿੱਚ ਸਾਰੇ ਜਿੰਨੇ ਟੌਪ ਦੇ ਪਲੇਅਰ ਆ, ਸਾਰੇ ਜਿੰਨੇ ਵੀ ਇੱਧਰ ਕੈਨੇਡਾ ਅਮਰੀਕਾ ਆਏ ਹੋਏ ਆ, ਚਾਹੇ ਉਹ ਪਾਲਾ ਜਲਾਲਪੁਰ ਹੋਵੇ, ਚਾਹੇ ਦੁੱਲਾ ਬੱਗੇ ਪਿੰਡ ਹੋਵੇ। ਦੁੱਲੇ ਦੇ ਇੱਕ ਸੱਟ ਲੱਗ ਗਈ ਪਿੱਛੇ ਐਵਰਸਪੋਰਟ, ਪਰ ਉਮੀਦ ਆ ਵੀ ਉਦੋਂ ਤੱਕ ਸਹੀ ਹੋ ਜਾਊਗਾ। ਬਾਕੀ ਸੰਦੀਪ ਸੁਰਖਪੁਰ, ਆਪਣਾ ਰਾਜੂ ਕੋਟਲੀ, ਅਰਸ਼ ਚੋਲਾ ਸਾਹਿਬ, ਸਾਰੇ ਵੱਡੇ ਪਲੇਅਰ ਜਿੰਨੇ ਵੀ ਨਾਮਵਰ, ਤੇ ਕਮੈਂਟਰੀ ਵਾਲੇ ਸਾਰੇ ਵਧੀਆ ਹੋਣਗੇ ਉੱਥੇ, ਬਾਈ ਮੱਖਣ ਅਲੀ, ਕਾਲਾ ਰਸ਼ੀਨ। ਸੋ ਮੇਨਲੀ ਫੈਡਰੇਸ਼ਨ ਦੇ ਅੰਡਰ ਇਹ ਟੂਰਨਾਮੈਂਟ ਹੋ ਰਿਹਾ। ਕੈਲੀਫੋਰਨੀਆ ਫੈਡਰੇਸ਼ਨ ਵੱਲੋਂ ਜਿਹੜੀਆਂ ਟੀਮਾਂ ਜਿਹੜੀਆਂ ਉਹ ਆਰਗੇਨਾਈਜ਼ ਕੀਤੀਆਂ ਜਾਣਗੀਆਂ ਜੀ। ਜੇ ਕਿੰਨੇ ਦਿਨ ਚੱਲੇਗਾ ਤੁਸੀਂ ਸਪਾਂਸਰ ਦੀ ਸਪਾਂਸਰ ਦੀ ਜਿੱਦਾਂ ਦਾਨੇਵਾਲੀ ਸਾਹਿਬ? ਹਾਂਜੀ ਕਰੋ, ਕੈਰੀ ਔਨ ਜੀ। ਸਪਾਂਸਰ ਦੀ ਗੱਲ ਕਰੀਏ ਫਿਰ ਆਪਾਂ ਗੱਲ ਕਰਦੇ ਹਾਂ। ਮਾਇਆ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਕਿਸੇ ਦਾ ਵੀ। ਹਾਂਜੀ ਸਪਾਂਸਰ ਸਾਰੇ ਅਸੀਂ ਸਾਰੀ ਕਮਿਊਨਿਟੀ ਨੂੰ, ਜਿੰਨੀਆਂ ਵੀ ਗੁਰੂ ਘਰ ਕਮੇਟੀਆਂ ਨੇ ਇੱਥੇ, ਜਿੰਨੀਆਂ ਵੀ ਜਥੇਬੰਦੀਆਂ ਨੇ, ਸੋ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ। ਤੇ ਹਜੇ ਅਸੀਂ ਸਪਾਂਸਰ ਜਿਹੜੇ ਹੌਲੀ ਹੌਲੀ ਦੱਸਾਂਗੇ, ਪਰ ਸਾਡੇ ਜਿਹੜੇ ਚੀਫ ਗੈਸਟ ਆ ਇੱਥੇ ਨਾ ਮੁੰਡਾ ਸੰਦੀਪ ਸਿੰਘ ਜਿੰਮੀ ਹੈ, ਬਹੁਤ ਉਹਨੇ ਹੈਲਪ ਕਰਦਾ ਪੰਜਾਬ ਦੇ ਵਿੱਚ ਵੀ, ਜਾਂ ਜਦੋਂ ਵੀ ਕਮਿਊਨਿਟੀ ਦਾ ਇੱਥੇ ਸਾਡੇ ਕੰਮ ਹੁੰਦਾ। ਸੋ ਚੀਫ ਗੈਸਟ ਸਾਡੇ ਸੰਦੀਪ ਸਿੰਘ ਜਿੰਮੀ ਹੋਣਗੇ, ਕਿਉਂਕਿ ਹਰਬੰਸ ਸਿੰਘ ਢਿੱਲੋਂ ਹੋਣੀ ਇੱਥੇ ਕਮਿਊਨਿਟੀ ਦੇ ਵਿੱਚ ਇੱਕ ਵੱਡਾ ਨਾਂ ਹੈ। ਸੋ ਉਹਨਾਂ ਦੇ ਬਹੁਤ ਖਾਸ ਨੇ ਜਿੰਮੀ ਬਾਈ ਹੋਣੀ। ਤੇ ਮੇਨਲੀ ਨਾ ਇਹ ਸਾਰਾ ਪ੍ਰੋਗਰਾਮ ਆ ਜਿਹੜਾ ਅਸੀਂ ਆਰਗੇਨਾਈਜ਼ ਕੀਤਾ ਨਾ, ਇਹ ਅਸੀਂ ਕੀਤਾ ਜੱਬਰ ਸਿੰਘ ਗਰੇਵਾਲ ਹੋਣਾ ਦੇ ਰਹਿਨਮਾਈ ਹੇਠ, ਕਿਉਂਕਿ ਜੱਬਰ ਸਿੰਘ ਗਰੇਵਾਲ ਪਹਿਲਾਂ ਤੋਂ ਜੁੜੇ ਹੋਏ, ਦੂਜਿਆਂ ਦੀ ਕਬੱਡੀਆਂ ਦੇ ਵਿੱਚ ਵੀ ਜਾ ਕੇ ਪੂਰੀ ਸਪੋਰਟ ਕਰਦੇ ਨੇ। ਸੋ ਉਹਨਾਂ ਨੇ ਕਿਹਾ ਕਿ ਕਿਉਂ ਨਾ ਆਪਾਂ, ਕਿਉਂਕਿ ਸਾਡੇ ਮਾਲਵੇ ਦੇ ਸਰਪ੍ਰਸਤ ਨੇ ਮਾਲਵਾ ਬ੍ਰਦਰਸ ਦੇ, ਤੇ ਤਾਂ ਅਸੀਂ ਸੋਚਿਆ ਵੀ ਜੱਬਰ ਬਾਈ ਤੇ ਜੀਤੀ ਬਾਈ, ਇਹਨਾਂ ਨੇ ਕਿਹਾ ਵੀ ਆਪਾਂ ਆਪ ਹੀ ਇੱਕ ਮਾਲਵੇ ਵੱਲੋਂ ਟੂਰਨਾਮੈਂਟ ਆ ਜਿਹੜਾ ਆਰਗੇਨਾਈਜ਼ ਕਰਦੇ ਆ ਜੀ। ਤਾਂ ਕਰਕੇ ਜੱਬਰ ਬਾਈ ਹੋਣਾ ਦੇ ਸੋਚ ਸੀ, ਫਿਰ ਅਸੀਂ ਸਾਰੇ ਉਹਨਾਂ ਦੀ ਸੋਚ ਦੇ ਨਾਲ ਤੁਰੇ ਆ ਜੀ। ਜੀ। ਅੱਛਾ, ਇੱਕ ਬੜੀ ਦੁਖਦਾਈ ਘਟਨਾ ਵੀ ਵਾਪਰ ਗਈ ਸੀ ਆਪਣੇ ਮੁੰਡੇ 3 ਨੌਜਵਾਨ ਖਿਡਾਰੀ ਅਮਰਤਜੀਤ ਗਿੱਲ, ਪੁਨੀਤ ਨਿੱਜਰ ਤੇ ਹਰਪਾਲ ਮੁਲਤਾਨੀ ਜਿਹੜੇ ਆ ਜੀ, ਉਹਨਾਂ ਦੀ ਬੜੀ ਦੁਖਦਾਈ ਘਟਨਾ, ਉਹ ਵੀ ਅਸੀਂ ਜ਼ਿਕਰ ਕਰਨਾ ਚਾਹਾਂਗੇ। ਉਹ ਭਾਣਾ ਕੀ ਵਾਪਰਿਆ ਉਹਦੇ ਬਾਰੇ ਵੀ ਅਪਡੇਟ ਦੇ ਦਿਓ। ਕੀ ਉਹਨਾਂ ਦਾ, ਉਹ ਵੀ ਅੱਛੇ ਖਿਡਾਰੀ ਸੀ ਬਾਸਕਟਬਾਲ ਦੇ? ਹਾਂਜੀ ਬਿਲਕੁਲ ਜੀ, ਉਸ ਦਿਨ ਇੱਥੇ ਨਾ ਸਿੱਖ ਹੂਪਸ ਨਾਮ ਦੀਆਂ ਇੱਕ ਗੇਮਾਂ ਸੀਗੀਆਂ ਨਿਊਯਾਰਕ ਦੇ ਵਿੱਚ ਜੀ, ਤੇ
ਉਹ ਸਾਡੇ ਇੱਥੇ ਨਿਊ ਜਰਸੀ ਤੋਂ ਸ਼ਾਇਦ ਤੁਸੀਂ ਵੀ ਕਿਤੇ ਮਿਲੇ ਹੋਵੋਗੇ, ਜਗੀਰ ਸਿੰਘ ਜੀ ਸਬਜ਼ੀ ਮੰਡੀ ਵਾਲੇ ਆ। ਹਾਂ ਹੈਗੇ ਜੀ, ਹੈਗੇ ਤੇ ਸੁਣਿਆ। ਉਹਨਾਂ ਦੇ ਨਾਲ ਉਹਨਾਂ ਦੇ ਬਿਜ਼ਨਸ ਪਾਰਟਨਰ ਵੀ ਉਹਨਾਂ ਦੇ ਸਾਲਾ ਸਾਹਿਬ ਆ ਜੱਸੀ ਭਾਜੀ। ਸੋ ਉਹਨਾਂ ਦਾ ਬੇਟਾ ਸੀ ਇਹਦੇ ਵਿੱਚ ਤੇ 2 ਮੁੰਡੇ ਨਾਲ ਹੋਰ ਸੀ ਜੀ। ਸੋ ਉਹ ਸਵੇਰ 5 ਵਜੇ ਦੀ ਘਟਨਾ ਹੈ ਜੀ। ਉਹ ਇੱਥੇ ਹਾਈਵੇ ਤੇ ਜਾ ਰਹੇ ਸੀਗੇ, ਕਹਿ ਸੁਣਨ ਚ ਆਇਆ ਵੀ ਉਸ ਖੇਡਾਂ ਤੇ, ਉਹ ਬਾਸਕਟਬਾਲ ਦੀਆਂ ਖੇਡਾਂ ਤੇ ਹੀ ਜਾ ਰਹੇ ਸੀ ਸਵੇਰੇ 5 ਵਜੇ ਜੀ। ਤਾਂ ਜਾਂ ਤਾਂ ਗੱਡੀ ਦੀ ਸਪੀਡ ਜ਼ਿਆਦਾ ਸੀ, ਜਾਂ ਉੱਥੇ ਜਦੋਂ ਐਗਜ਼ਿਟ ਆ ਨਾ ਜੀ, ਐਗਜ਼ਿਟ ਬੜੇ ਕੂਣੀ ਮੋੜ ਆਉਂਦੇ ਆ, ਐਗਜ਼ਿਟ ਨਿਕਲਦੇ ਆ। ਤੇ ਉਹਦੇ ਕਾਰਨ ਇਹ ਵੀ ਕਾਰਨ ਹੋ ਸਕਦਾ, ਹਜੇ ਕਾਰਨ ਜਿਹੜਾ ਪਤਾ ਨਹੀਂ ਲੱਗਿਆ ਪੂਰਾ, ਤੇ ਵੀ ਉਹ ਗੱਡੀ ਉਹਨਾਂ ਦੀ ਜ਼ਿਆਦਾ ਸਪੀਡ ਤੇ ਸੀ ਤੇ ਗੱਡੀ ਜਿਹੜੀ ਉਹ ਦਰਖਤਾਂ ਦੇ ਵਿੱਚ ਜਾ ਕੇ ਵੱਜੀ ਤੇ ਉਸ ਤੋਂ ਬਾਅਦ ਗੱਡੀ ਨੂੰ ਅੱਗ ਲੱਗ ਗਈ ਤੇ ਜਿਹਦੇ ਕਰਕੇ ਉਹ 3 ਮੁੰਡੇ ਜਿਹੜੇ ਸੀ ਉਹ ਥਾਂ ਤੇ ਹੀ ਉਹਨਾਂ ਦੀ ਡੈਥ ਹੋ ਗਈ ਜੀ। ਬਹੁਤ ਮਾੜੀ ਗੱਲ ਆ, ਬਹੁਤ ਮਤਲਬ ਸਾਰੀ ਕਮਿਊਨਿਟੀ ਇੱਥੇ ਸੋਗ ਦੇ ਵਿੱਚ ਵੀ ਆ, ਤੇ ਤਾਂ ਕਰਕੇ ਵੀ ਅਸੀਂ ਵੀ ਹੁਣ ਉਹਨਾਂ ਦਾ ਜਿਹੜਾ ਭੋਗ ਦਾ ਰੱਖਿਆ, ਜਿਹੜਾ 30 ਤਰੀਕ ਨੂੰ ਸਾਰੀ ਕਮਿਊਨਿਟੀ ਉੱਥੇ ਜਾ ਰਹੀ ਹੈ ਜੀ। ਜੀ। ਤੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਜੀ ਨੰਬਰ ਵੀ ਅਨਾਉਂਸ ਕਰ ਦਿਓ, ਕਿਸੇ ਕਬੱਡੀ ਪ੍ਰੇਮੀਆਂ ਨੇ ਤੁਹਾਡੇ ਨਾਲ। ਬਿਲਕੁਲ ਜੀ, ਸਾਡੇ ਨਾਲ ਜੇ ਸੰਪਰਕ ਕਰਨਾ ਹੋਵੇ ਤਾਂ ਤੁਸੀਂ ਸਾਡਾ ਜਿਹੜਾ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ, ਵੈਸੇ ਤਾਂ ਜੱਬਰ ਬਾਈ ਹੋਣਾ ਦਾ ਨੰਬਰ ਸਾਰਿਆਂ ਕੋਲ ਹੀ ਹੁੰਦਾ ਇੱਥੇ, ਬਟ ਤੁਸੀਂ ਜੱਬਰ ਸਿੰਘ ਗਰੇਵਾਲ ਹੋਣਾ ਨਾਲ ਵੀ ਸੰਪਰਕ ਕਰ ਸਕਦੇ ਹੋ ਜੀ, 917 453 6486। ਤੇ ਨਾਲ ਦੀ ਨਾਲ ਬਾਈ ਬਿੱਟੂ ਸਿੱਧੂ ਹੋਣੀ, ਉਹਨਾਂ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਜੀ, 917 502 1414। ਇਹ ਉਹਨਾਂ ਦਾ ਨੰਬਰ ਹੈ ਜੀ। ਸੋ ਸਾਰਿਆਂ ਨੂੰ ਸਾਡੇ ਵੱਲੋਂ, ਕਲੱਬ ਵੱਲੋਂ ਬੇਨਤੀ ਹੈ ਵੀ 10 ਸਤੰਬਰ ਨੂੰ ਕਬੱਡੀ ਦਾ ਟੂਰਨਾਮੈਂਟ ਸਮੋਕੀ ਪਾਰਕ ਰਿਚਮੰਡ ਹਿੱਲ ਦੇ ਵਿੱਚ ਹੋ ਰਿਹਾ ਜੀ, ਤੇ ਹਮਾ ਕੇ ਪਹੁੰਚੋ ਜੀ ਸਾਰੇ। ਜੀ ਸ਼ੁਕਰੀਆ ਬਾਈ ਜੀ ਗਿੱਲ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਕਵਰੇਜ ਵੀ ਭੇਜ ਦਿਓ ਸਾਨੂੰ ਜਿੰਨੀ ਹੋ ਸਕੀ, ਕੋਸ਼ਿਸ਼ ਕਰਾਂਗੇ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਵੀ ਇਹਨੂੰ ਭੇਜਿਆ ਜਾਵੇ। ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਬਿਲਕੁਲ ਜੀ, ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ। ਇਹ ਸਨ ਪ੍ਰਦੀਪ ਗਿੱਲ ਹੋਰੀ। ਇਸ ਦੇ ਨਾਲ ਹੀ ਕੁਝ ਹੋਰ ਖਬਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਲਾਂ, ਤੇ ਇਹਨਾਂ ਖਬਰਾਂ ਤੋਂ ਬਾਅਦ ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਸੋ ਬੇਗੂਸਰਾਏ ਦੇ ਵਿੱਚੋਂ ਖਬਰ ਆ ਰਹੀ ਹੈ ਜੀ, ਜਿੱਥੇ ਨਜਾਇਜ਼ ਸਬੰਧਾਂ ਨੂੰ ਲੈ ਕੇ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਹਿਲਾਂ ਪਤੀ ਦਾ ਕਤਲ ਕੀਤਾ, ਫਿਰ ਮ੍ਰਿਤਕ ਦੀ ਲਾਸ਼ ਮਿਲਣ ਤੇ ਪ੍ਰੇਮੀ ਦੇ ਚੱਕਰ 'ਚ ਪਏ ਤਾਂ ਘਟਨਾ ਦੀ ਜਿਹੜੀ ਸਾਰੀ ਗੱਲ ਹੋਈ ਤਾਂ ਉਹਨੂੰ ਜਿਹੜਾ ਜੀ ਖੁਰਦ-ਬੁਰਦ ਕਰਨ ਦੀ ਗੱਲ ਕੀਤੀ ਗਈ। ਸੋ ਸ਼ਤਰੂਘਨ ਸਿਨਹਾ ਉੱਥੇ ਪਹੁੰਚੇ ਹੋਏ ਸੀਗੇ, ਤੇ ਸ਼ਤਰੂਘਨ ਸਿਨਹਾ ਨੇ ਵੀ ਜਿਹੜਾ ਉਸ ਮਾਮਲੇ ਨੂੰ ਬੜਾ ਸੰਜੀਦਗੀ ਦੇ ਨਾਲ ਲੈ ਕੇ ਤੇ ਪੁਲਿਸ ਨੂੰ ਇਸ ਮਾਮਲੇ ਦੇ ਉੱਤੋਂ ਜਿਹੜਾ ਪਰਦਾ ਚੁੱਕਣ ਦੇ ਲਈ ਕਿਹਾ। ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਵੱਲੋਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਅਪਮਾਨਜਨਕ ਟਿੱਪਣੀ ਕਰਨ ਤੋਂ ਬਾਅਦ ਭਾਜਪਾ ਕਾਂਗਰਸ ਤੇ ਭਾਰੀ ਪੈ ਗਈ ਹੈ ਜੀ। ਭਾਜਪਾ ਨੇ ਇਹ ਮੁੱਦਾ ਲੋਕ ਸਭਾ ਵਿੱਚ ਵੀ ਚੁੱਕਿਆ, ਕਾਂਗਰਸ ਆਗੂ ਤੋਂ ਮਾਫੀ ਮੰਗਣ ਲਈ ਕਿਹਾ। ਇਸ ਦੌਰਾਨ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅਧੀਰ ਰੰਜਨ ਦਾ ਬਚਾਅ ਕੀਤਾ। ਸੋਨੀਆ ਨੇ ਕਿਹਾ ਕਿ ਅਧੀਰ ਰੰਜਨ ਪਹਿਲਾਂ ਵੀ ਗਲਤੀ ਮੰਨ ਕੇ ਮਾਫੀ ਮੰਨ ਚੁੱਕੇ ਨੇ। ਹੁਣ ਗੱਲ ਕਰੀਏ ਤਾਂ ਭਾਰਤ ਦੇ ਇੰਡੀਆ ਦੇ ਨਾਲ ਕੀ ਰਿਲੇਸ਼ਨ ਰਹਿਣਗੇ। ਸ਼ੰਘਾਈ ਸਹਿਯੋਗ ਸੰਗਠਨ 'ਚ ਆਮਣੋ ਸਾਹਮਣੇ ਹੋਣਗੇ ਭਾਰਤ ਤੇ ਪਾਕਿਸਤਾਨ। ਸੋ ਇਸ ਮਾਮਲੇ ਦੇ ਉੱਤੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਉਜ਼ਬੇਕਿਸਤਾਨ 'ਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੁੱਖ ਮੰਤਰੀਆਂ ਦੀ ਬੈਠਕ 'ਚ ਹਿੱਸਾ ਲੈਣਗੇ। ਇੱਥੇ ਉਹ ਆਪਣੇ ਪਾਕਿਸਤਾਨੀ ਹਮ ਰੁਤਬਾ ਬਿਲਾਵਲ ਭੁੱਟੋ ਨਾਲ ਵੀ ਮੁਲਾਕਾਤ ਕਰਨਗੇ। ਪਾਕਿਸਤਾਨ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਇਹ ਪਹਿਲੀ ਵਾਰ ਹੋਏਗਾ ਕਿ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਆਪਣੇ ਪਾਕਿਸਤਾਨੀ ਹਮ ਰੁਤਬਾ ਨਾਲ ਮੁਲਾਕਾਤ ਕਰਨਗੇ। ਪਾਕਿਸਤਾਨ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਹੋਏਗਾ ਜਦੋਂ ਜੈਸ਼ੰਕਰ ਭੁੱਟੋ ਨਾਲ ਮੁਲਾਕਾਤ ਹੋਏਗੀ। ਦੱਸਣਾ ਬਣਦਾ ਕਿ ਪਾਕਿਸਤਾਨ 'ਚ ਸ਼ਾਹਨਵਾਜ਼ ਸ਼ਰੀਫ ਦੀ ਅਗਵਾਈ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਵਿਦੇਸ਼ ਮੰਤਰੀ ਬਿਲਾਵਲ ਨੇ ਭਾਰਤ ਨਾਲ ਫਿਰ ਤੋਂ ਦੋਸਤਾਨਾ ਸੰਬੰਧ ਬਣਾਉਣ ਦੀ ਇੱਛਾ ਪ੍ਰਗਟਾਈ ਸੀ। ਹਾਲਾਂਕਿ ਉਜ਼ਬੇਕਿਸਤਾਨ ਵਿੱਚ ਹੋਣ ਵਾਲੀ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ SCO ਦੇ ਨਾਲ ਭਾਰਤ ਪਾਕਿਸਤਾਨ ਦੁਵੱਲੀ ਮੀਟਿੰਗ ਦਾ ਅਜੇ ਕੋਈ ਸੰਕੇਤ ਨਹੀਂ ਹੈ। ਗੁਆਂਢੀ ਦੇਸ਼ ਨਾਲ ਸੰਬੰਧਾਂ ਨੂੰ ਲੈ ਕੇ ਭਾਰਤ ਨੇ ਹਮੇਸ਼ਾ ਹੀ ਕਿਹਾ ਕਿ ਅੱਤਵਾਦ ਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ। ਸੋ ਇੱਕ ਹੋਰ ਰਿਸਰਚ ਆਈ ਹੈ ਜੀ, ਕਹਿੰਦੇ ਕਿ ਬੱਚਿਆਂ ਨੂੰ ਜ਼ਿੱਦੀ ਬਣਾ ਰਿਹਾ ਹੈ ਮੋਬਾਈਲ, ਅੱਖਾਂ ਦੀ ਸਿਹਤ ਵੀ ਹੋ ਰਹੀ ਹੈ ਖਰਾਬ, ਤੇ ਇਸ ਦੇ ਉੱਤੇ ਇਹ ਜਿਹੜੀ ਲੱਤ ਬੜੀ ਖਤਰਨਾਕ ਸਾਬਤ ਹੋ ਰਹੀ ਹੈ ਬੱਚਿਆਂ ਅਤੇ ਨੌਜਵਾਨਾਂ ਵਿੱਚ। ਮੋਬਾਈਲ ਦੀ ਮਾਨਸਿਕ ਰੋਗੀ ਬਣਾ ਰਹੀ ਹੈ। ਇਹਦੇ ਵਿੱਚ ਮਾਪਿਆਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ, ਤੇ ਮੋਬਾਈਲ ਫੋਨ 'ਤੇ ਬਹੁਤ ਸਾਰੀਆਂ ਗੇਮਾਂ ਖੇਡਣਾ, ਸਾਰਾ ਦਿਨ ਵੀਡੀਓ ਦੇਖਣਾ ਜਾਂ ਵੀ ਕਿਸੇ ਰੂਪ ਵਿੱਚ ਇਸ ਦੀ ਬਹੁਤ ਜ਼ਿਆਦਾ ਵਰਤੋਂ ਕਰਨਾ ਉਹਨਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੈ।
ਇਹ ਗੱਲਾਂ ਜਿਹੜੀਆਂ ਨੇ ਦਿੱਲੀ ਦੇ ਸਦਰ ਹਸਪਤਾਲ ਦੇ ਬਾਲ ਰੋਗਾਂ ਦੇ ਮਾਹਰ ਡਾਕਟਰ ਨਰਿੰਦਰ ਕੁਮਾਰ ਨੇ ਕਹੀਆਂ ਨੇ। ਉਹਨਾਂ ਕਿਹਾ ਕਿ ਬੱਚਿਆਂ ਅਤੇ ਕਿਸ਼ੋਰਾਂ ਦੀ ਸਿਹਤ ਨੂੰ ਧਿਆਨ ਰੱਖਦਿਆਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਡਾਕਟਰ ਨਰਿੰਦਰ ਕੁਮਾਰ ਨੇ ਇਹ ਵੀ ਕਿਹਾ ਕਿ ਮੋਬਾਈਲ ਦੀ ਲੱਤ ਬੱਚਿਆਂ ਦੇ ਰੋਜ਼ਾਨਾ ਕੰਮਾਂ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ ਅਤੇ ਬੱਚੇ ਮਾਨਸਿਕ ਰੋਗ ਦਾ ਸ਼ਿਕਾਰ ਵੀ ਹੋ ਰਹੇ ਨੇ। ਪਟਿਆਲਾ ਤੋਂ ਖਬਰ ਆ ਰਹੀ ਹੈ, ਅਸਤੀਫੇ ਦੀ ਮੰਗ ਦੀਆਂ ਚਰਚਾਵਾਂ ਤੋਂ ਅਗਲੇ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੁਖਬੀਰ ਬਾਦਲ ਤੇ ਚੰਦੂਮਾਜਰਾ ਵਿਚਕਾਰ ਇੱਕ ਕਮਰਾ ਬੰਦ ਬੈਠਕ ਜਿਹੜੀ ਚੱਲੀ। ਦੋਨਾਂ ਵਿਚਕਾਰ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਮੁੜ ਤੋਂ ਪੰਜਾਬ ਵਿੱਚ ਸੁਰਜੀਤ ਕਰਨ ਦੀ ਲੰਮੀ ਗੱਲਬਾਤ ਹੋਈ। ਇਹ ਸਿਰਫ ਸਰੋਤ ਦੱਸਦੇ ਨੇ, ਬੰਦ ਕਮਰਾ ਦੀਆਂ ਗੱਲਾਂ ਜਿਹੜੀਆਂ ਨੇ ਜੀ ਉਹ ਬੰਦ ਕਮਰੇ ਤੱਕ ਹੀ ਹੁੰਦੀਆਂ ਨੇ। ਤੇ ਬਟ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਹੁਣ ਇੱਕ ਅਜਿਹਾ ਰਾਜ ਬਣ ਗਿਆ ਜਿੱਥੇ ਇੱਕ ਮੁੱਖ ਮੰਤਰੀ ਨਹੀਂ ਸਗੋਂ ਅੱਧਾ ਦਰਜਨ ਮੁੱਖ ਮੰਤਰੀ ਨੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਰਾਘਵ ਚੱਡਾ, ਭਗਵੰਤ ਮਾਨ ਦੀ ਧਰਮ ਪਤਨੀ, ਭਗਵੰਤ ਮਾਨ ਦੀ ਮਾਂ ਸਾਰੇ ਮੁੱਖ ਮੰਤਰੀ ਨੇ। ਇਹੀ ਕਾਰਨ ਹੈ ਕਿ ਇੰਨੀ ਥਾਂ 'ਤੇ ਪਾਵਰ ਵੰਡੀ ਹੋਣ ਕਰਕੇ ਸਰਕਾਰ ਦੀ ਇਕਸੁਰਤਾ ਨਾ ਹੋਣ ਕਰਕੇ ਸਰਕਾਰ ਦੇ ਐਡਵੋਕੇਟ ਜਨਰਲ ਤੱਕ ਦੇ ਫੈਸਲੇ ਖੁਦ ਨਹੀਂ ਲੈ ਪਾ ਰਹੀ ਅਤੇ ਉਹਨਾਂ ਨੂੰ ਅਸਤੀਫੇ ਦੇਣੇ ਪੈ ਰਹੇ ਨੇ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਪੁਲਿਸ ਵੱਲੋਂ 19 ਸਾਲਾਂ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਅਤੇ ਉਸਦੇ ਸਾਥੀ ਸਚਨ ਭਿਵਾਨੀ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਉਹਨਾਂ ਦਾ 5 ਦਿਨਾਂ ਦਾ ਰਿਮਾਂਡ ਅੱਜ ਖਤਮ ਹੋ ਗਿਆ ਸੀ, ਜਦੋਂ ਕਿ ਉਸ ਦੇ ਪਹਿਲਾਂ ਉਹਨਾਂ ਨੂੰ 8 ਦਿਨਾਂ ਪੁਲਿਸ ਰਿਮਾਂਡ ਮਿਲਿਆ ਸੀ। ਅੱਜ ਇਹਨਾਂ ਦਾ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਇਆ ਗਿਆ, ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਇਹ ਦੋਵੇਂ ਸ਼ੂਟਰ ਹਰਿਆਣਾ ਦੇ ਰਹਿਣ ਵਾਲੇ ਨੇ। ਪੁਲਿਸ ਅਨੁਸਾਰ ਅੰਕਿਤ ਸੇਰਸਾ ਨੇ ਮੂਸੇਵਾਲੇ ਨੂੰ ਗੋਲੀਆਂ ਮਾਰੀਆਂ ਸਨ। ਇਸ ਦੇ ਨਾਲ ਹੀ ਸਚਿਨ ਚੌਧਰੀ ਉਰਫ ਸਚਨ ਭਿਵਾਨੀ ਨੇ ਉਹਨਾਂ ਦੇ ਭੱਜਣ ਵਿੱਚ ਮਦਦ ਕੀਤੀ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਤਿਹਾੜ ਜੇਲ੍ਹ ਭੇਜਿਆ ਗਿਆ ਤਾਂ ਪੰਜਾਬ ਪੁਲਿਸ ਨੇ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜੀ। ਮਾਲਵੇ ਦੇ ਕੁਝ ਖਿੱਤੇ ਨੇ ਜਿੱਥੇ ਥੋੜ੍ਹਾ ਜਿਹਾ ਮੀਂਹ ਪੈ ਜੇ ਤਾਂ ਹਾਲਾਤ ਹੜ੍ਹਾਂ ਤੋਂ ਵੀ ਭੈੜੇ ਹੋ ਜਾਂਦੇ ਨੇ। ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਦੇ ਬੁਰੇ ਹਾਲਾਤ ਨੇ। ਰੇਡੀਓ ਪੰਜਾਬ ਟੁਡੇ ਵੀ ਸਮੇਂ-ਸਮੇਂ ਦੇ ਉੱਤੇ ਇਹਨਾਂ ਦੀ ਆਵਾਜ਼ ਜਿਹੜੀ ਆ ਤੁਹਾਡੇ ਤੱਕ ਪਹੁੰਚਾਉਂਦਾ ਰਹਿੰਦਾ। ਸੋ ਇਹ ਇਲਾਕੇ ਨੇ, ਲੰਬੀ ਹਲਕੇ ਦੇ ਪਿੰਡ ਕਈ ਨੇ, ਉੱਧਰ ਅਹਬੋਰ ਫਾਜ਼ਿਲਕਾ ਦੇ ਵੀ ਕਈ ਪਿੰਡ ਨੇ ਅਤੇ ਅੱਜ ਭਗਵੰਤ ਸਿੰਘ ਮਾਨ ਨੇ ਇੱਥੋਂ ਦਾ ਦੌਰਾ ਕੀਤਾ। ਉਹਨਾਂ ਦੇ ਨਾਲ ਜਲਾਲਾਬਾਦ ਹਲਕੇ ਦੇ ਪਿੰਡ ਵੀ ਕੁਛ ਵਿੱਚ ਪੈਂਦੇ ਨੇ, ਜਿਹਦੇ ਵਿੱਚ ਮੂੜਿਆਂ ਵਾਲੀ ਆ, ਉੱਥੇ ਗਏ ਸੀਗੇ। ਸੋ ਉਹਨਾਂ ਨੇ ਭਗਵੰਤ ਮਾਨ ਨੇ ਜਦੋਂ ਦੌਰਾ ਕੀਤਾ ਤਾਂ ਲੋਕਾਂ ਨੇ, ਕਿਸਾਨਾਂ ਨੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਉੱਤੇ ਕਹਾ ਸੁਣੀ ਵੀ ਪੁਲਿਸ ਦਰਮਿਆਨ ਹੋਈ, ਜਿਹਦੀਆਂ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਪਲਬਧ ਨੇ। ਲੱਦਾਖ ਤੋਂ ਖਬਰ ਆ ਰਹੀ ਹੈ ਜੀ, ਜਿੱਥੇ ਕਾਰਗਿਲ 'ਚ ਅਚਾਨਕ ਬੱਦਲ ਫਟਣ ਨਾਲ ਭਿਆਨਕ ਹੜ੍ਹ ਆ ਗਿਆ। ਅਚਾਨਕ ਆਏ ਹੜ੍ਹਾਂ ਕਾਰਨ ਖੇਤਾਂ ਵਿੱਚ ਖੜੀਆਂ ਫਸਲਾਂ ਰੁੜ ਗਈਆਂ ਨੇ, ਵਾਹਨ ਚਿੱਕੜ ਥੱਲੇ ਦੱਬੇ ਗਏ ਨੇ। ਮੁਕਤਸਰ ਸਾਹਿਬ ਦੇ ਵੀ ਕੁਝ ਇਲਾਕਿਆਂ ਦੇ ਵਿੱਚ ਭਗਵੰਤ ਸਿੰਘ ਮਾਨ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਨਾਲ ਲੈ ਕੇ ਇਲਾਕੇ ਦਾ ਦੌਰਾ ਕੀਤਾ ਅਤੇ ਮੋਗਾ ਦੇ ਵਿੱਚ ਤੇਜ਼ ਹਥਿਆਰਾਂ ਦੇ ਨਾਲ DPI ਅਧਿਆਪਕ ਦੇ ਕਤਲ ਹੋਣ ਦੀ ਖਬਰ ਆ ਰਹੀ ਹੈ। ਉਹ ਨਿੱਜੀ ਸਕੂਲ ਦੇ ਵਿੱਚ ਬਤੌਰ DPI ਸੀ ਅਤੇ ਅਣਪਛਾਤੇ ਵਿਅਕਤੀ ਆਏ। ਬੂਟਾ ਸਿੰਘ, ਜਿਨ੍ਹਾਂ ਦੀ ਉਮਰ ਕੋਈ 55 ਸਾਲ ਸੀਗੀ, ਚੜਿੱਕ ਦੇ ਸਕੂਲ 'ਚ ਜਦੋਂ ਛੁੱਟੀ ਹੋਣ ਤੋਂ ਬਾਅਦ ਆਪਣੀ ਐਕਟਿਵਾ 'ਤੇ ਘਰ ਜਾ ਰਹੇ ਸੀ ਤਾਂ ਉਹ ਪਿੰਡ ਸੰਧੂਆਂ ਵਾਲਾ ਰੋਡ 'ਤੇ ਪੁੱਜੇ ਤਾਂ ਵਿਅਕਤੀਆਂ ਨੇ ਉਹਨੂੰ ਦਿਨ ਦਿਹਾੜੇ ਘੇਰ ਲਿਆ, ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਤਰ੍ਹਾਂ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਮੋਗਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਹਨਾਂ ਨੇ ਮ੍ਰਿਤਕ ਐਲਾਨ ਦਿੱਤਾ। ਬਹੁਤ ਹੀ ਚਰਚਿਤ ਆਸ਼ੂ ਜਿਹੜੇ ਸਾਡੇ ਲੁਧਿਆਣੇ ਵਾਲੇ ਸਾਬਕਾ ਮੰਤਰੀ ਸੀਗੇ, ਉਹਨਾਂ ਦੇ ਬੜੇ ਨਜ਼ਦੀਕੀ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਣੀਅਮ ਨੂੰ ਜਿਹੜਾ ਜੀ ਰਿਸ਼ਵਤ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ। ਉਹਨਾਂ ਦਾ PA ਨੂੰ ਗ੍ਰਿਫਤਾਰੀ ਦੀਆਂ ਖਬਰਾਂ ਆ ਰਹੀਆਂ ਨੇ। ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ SSP ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸੁਬਰਾਮਣੀਅਮ ਦੇ ਨਿੱਜੀ ਸਹਾਇਕ ਸੰਦੀਪ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ। ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ, ਫਰਾਰ ਨੇ। ਸੋ ਰੇਡੀਓ ਪੰਜਾਬ ਟੁਡੇ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੁੜਨ ਦੇ ਉੱਤੇ ਬਹੁਤ-ਬਹੁਤ ਧੰਨਵਾਦ।
ਫਿਲਹਾਲ ਇੱਕ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਫਿਰ ਅਗਲੇ ਪ੍ਰੋਗਰਾਮ ਅਕਾਲ ਜਾਰੀ ਟਰੱਕ रहेगा। ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹਨ, DOT ਸੇਫਟੀ ਇੰਸਪੈਕਸ਼ਨਸ ਕਰਦੇ ਹਨ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹਨ ਜੀ। ਇਹ MPI ਅਪਰੂਵਡ ਨੇ ਔਰ ਹਾਂ ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹਨ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 459 2000 या फिर कॉल करो 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ।